पवन गुण कह के गावा, तू साहेब गुणी निधना। तुम्हारे महिमा बरन ना सको, तू ठाकुर च भगवाना। मैं तान दीवान तू है मेरे स्वामी, मैं तुद आगे अरदास। मैं होर थाओ नहीं जिस पे करूं बेनंते, मेरा दुख सुख तुझ ही पास। प्रभ पास जन की अरदास, तू सच्चा साईं, तू रखवाला सदा सदा। हाँ तुद ते आई, हाँ तुद ते आई। दसवें पातशाह तेरे परिवार उत्ते ते किवें करां बयान जो बीतियां ने। दसवें पातशाह तेरे परिवारी उत्ते मैं किवें करां बयान जो बीतियां ने। लोकी पुत ब्याह के करना खुशियां, पर तू शहीद करवा के कीतियां ने। सीस गंज ते गड़ी चमकौर वाली सानू अज भी जूझना दस दे ने। जाके पुछ लो कंध सरहंद कोलों, ते वाल चिणे होए भी दोवें हसदे ने। वाल चिणे होए भी दोवें हसदे ने। दाता जी कलमे उठा लई तेरे सहारे ते, आज जहां मेहर कर दियो कर्मा दे मारे ते। जोगी न मन टै पिया तेरे द्वारे ते, हिंदियां दा बेड़ा बन्ने लाया तै तार के। देश दी राखी कीती पुत्तरां नूं वार के, साडे तो लाल वार ते। पटने विच जन्म धार के पापी कई तारे सी, भीख
ਭੀਖ ਮਜੈ ਫਕਰਾਂ ਵਾਲੇ ਸ਼ੰਕੇ ਨਾ ਵਾਰੇ ਸੀ ਦਰਸ਼ਨ ਕਰ ਰਾਣੀ ਮੈਣੀ ਤਪਦੇ ਦਿਲ ਠਾਰੇ ਸੀ ਦੁਖੀਆਂ ਲਈ ਪਿਤਾ ਭੇਜਤਾ ਦਿੱਲੀ ਕੁਰਬਾਨੀ ਨੂੰ ਸ਼ਹਿਰਾਂ ਦੀ ਨਮਸਕਾਰ ਹੈ ਪੁੱਤਰਾਂ ਦੇ ਦਾਨੀ ਨੂੰ ਕਮੀਆਂ ਦੀ ਨਮਸਕਾਰ ਹੈ ਜੀ ਕਲਮੇ ਉਠਾ ਲਈ ਤੇਰੇ ਸਹਾਰੇ ਤੇ ਆਜ ਜਹਾਂ ਮਿਹਰ ਕਰ ਦਿਓ ਕਰਮਾਂ ਦੇ ਮਾਰੇ ਤੇ ਜੋਗੀ ਨੂੰ ਮਨ ਟੈਪਿਆ ਤੇਰੇ ਦੁਆਰੇ ਤੇ ਹਿੰਦੀਆਂ ਦਾ ਬੇੜਾ ਬੰਨੇ ਲਾਇਆ ਤੈ ਤਾਰ ਕੇ ਦੇਸ਼ ਦੀ ਰਾਖੀ ਕੀਤੀ ਪੁੱਤਰਾਂ ਨੂੰ ਮਾਰ ਕੇ ਸਾਡੇ ਤੋਂ ਲਾਲ ਵਾਰ ਤੇ ਪਟਣੇ ਵਿੱਚ ਜਨਮ ਧਾਰ ਕੇ ਪਾਪੀ ਕਈ ਤਾਰੇ ਸੀ ਭੀਖ ਮਜੈ ਫਕਰਾਂ ਵਾਲੇ ਸ਼ੰਕੇ ਨਾ ਵਾਰੇ ਸੀ ਦਰਸ਼ਨ ਕਰ ਰਾਣੀ ਮੈਣੀ ਤਪਦੇ ਦਿਲ ਠਾਰੇ ਸੀ ਦੁਖੀਆਂ ਲਈ ਪਿਤਾ ਭੇਜਤਾ ਦਿੱਲੀ ਕੁਰਬਾਨੀ ਨੂੰ ਸ਼ਹਿਰਾਂ ਦੀ ਨਮਸਕਾਰ ਹੈ ਪੁੱਤਰਾਂ ਦੇ ਦਾਨੀ ਨੂੰ ਕਮੀਆਂ ਦੀ ਨਮਸਕਾਰ ਹੈ ਛੋਟੀ ਵਿੱਚ ਉਮਰ ਦੇ ਜੰਗਾਂ ਹਾਣੀ ਬੜ ਲੜੀਆਂ ਤੋਂ ਤੀਰਾਂ ਦੇ ਨਾਲ ਦਾਤਿਆ ਪੰਨੀਆਂ ਸੀ ਘੜੀਆਂ ਤੋਂ ਗੱਲਾਂ ਵੀ ਚੋਜਾਂ ਭਰੀਆਂ ਕੀਤੀਆਂ ਬੜੀਆਂ ਤੋਂ ਵੱਡੇ ਹੋਏ ਜੰਗ ਕਰਾਂਗੇ ਆਖਿਆ ਵੰਗਾਰ ਕੇ ਦੇਸ਼ ਦੀ ਰਾਖੀ ਕੀਤੀ ਪੁੱਤਰਾਂ ਨੂੰ ਵਾਰ ਕੇ ਸਾਡੇ ਤੋਂ ਕੌਮ ਤੋਂ ਲਾਲ ਵਾਰ ਤੇ ਪਟਣੇ ਤੋਂ ਆਨੰਦਪੁਰ ਆ ਕੇ ਕਈਆਂ ਨੂੰ ਤਾਰਿਆ ਕੀਤੀ ਜੇ ਬਹਿਸ ਕਿਸੇ ਨੇ ਖਿਆਲਾਂ ਨਾਲ ਹਾਰਿਆ ਲੱਖਾਂ ਨੇ ਦਰਸ਼ਨ ਕਰਕੇ ਆਪਾ ਸਵਾਰਿਆ ਅੱਖਾਂ ਨਾਲ ਵੇਖ ਜਰੇ ਨਾ ਮਾੜੇ ਦੀ ਹਾਨੀ ਨੂੰ ਸ਼ਹਿਰਾਂ ਦੀ ਨਮਸਕਾਰ ਹੈ ਪੁੱਤਰਾਂ ਦੇ ਦਾਨੀ ਨੂੰ ਕਵੀਆਂ ਦੀ ਨਮਸਕਾਰ ਹੈ ਖੰਡੇ ਦੇ ਖੋਰ ਪਤਾਸੇ ਪਾਣੀ ਵਿੱਚ ਪਾ ਕੇ ਤੇ ਖੰਡੇ ਨਾਲ ਖੋਰ ਪਤਾਸੇ ਪੜਤਾਂ ਦੇ ਭਰਮ ਨਵਾਰੇ ਕਹਿਰਾਂ ਨੂੰ ਪੂਰਿਆ ਸੋਧਣ ਦੀ ਕਰੀ ਤਿਆਰੀ ਵੈਰੀ ਖੰਗੂਰਿਆ ਕੈਰ ਡਰਪੋਕ ਕੀਤੇ ਕਰਮਾਂ ਨੂੰ ਝੂਰਿਆ ਦਿੱਤਾ ਸੀ ਜੀਵਨ ਪਹਿਲਾਂ ਦਿੱਤਾ ਸੀ ਜੀਵਨ ਪਹਿਲਾਂ ਜਿਉਂਦੇ ਨੂੰ ਮਾਰ ਕੇ ਦੇਸ਼ ਦੀ ਰਾਖੀ ਕੀਤੀ ਪੁੱਤਰਾਂ ਨੂੰ ਵਾਰ ਕੇ ਸਾਡੇ ਤੋਂ ਲਾਲ ਵਾਰ ਤੇ ਖੰਡੇ ਨਾਲ ਖੋਰ ਪਤਾਸੇ ਪਾਣੀ ਵਿੱਚ ਪਾ ਕੇ ਤੇ ਪਾਤੀ ਵਿੱਚ ਸ਼ਕਤੀ ਪਿਓ ਦਾ ਬਾਣੀ ਦੀ ਲਾ ਕੇ ਤੇ ਪਹਿਲਾ ਸਿਰ ਕੱਟ ਲੈ ਫੇਰ ਧੜ ਤੇ ਲਗਾ ਕੇ ਤੇ ਲਾ ਕੇ ਅਰਦਾਸ ਕਰਤਾ ਹਰ ਇੱਕ ਪਰਾਨੀ ਨੂੰ ਸ਼ਹਿਰਾਂ ਦੀ ਨਮਸਕਾਰ ਹੈ ਪੁੱਤਰਾਂ ਦੇ ਦਾਨੀ ਨੂੰ ਕਵੀਆਂ ਦੀ ਨਮਸਕਾਰ ਹੈ ਨਗਾਰੇ ਸਿੰਘ ਘੋੜਿਆਂ ਤੇ ਚੜਦੇ ਮਾਰ ਨਗਾਰੇ ਸਿੰਘ ਘੋੜਿਆਂ ਤੇ ਚੜਦੇ ਰਹਿ ਰਾਜੇ ਕਈ ਭੀਮ ਚੰਦ ਜੈ ਸ਼ਾਨਾਂ ਵੇਖ ਸੜਦੇ ਰਹਿ ਆਉਂਦੇ ਰਹਿ ਜਾਬਰ ਚੜ ਕੇ ਜਾਂਦੇ ਰਹਿ ਹਾਰ ਕੇ ਦੇਸ਼ ਦੀ ਰਾਖੀ ਕੀਤੀ ਪੁੱਤਰਾਂ ਨੂੰ ਵਾਰ ਕੇ ਸਾਡੇ ਤੋਂ ਲਾਲ ਵਾਰ ਤੇ ਤੇਰੀਆਂ ਤਕਲੀਫਾਂ ਦਾਤਾ ਦੇਸ਼ ਲਈ ਬੜੀਆਂ ਤੂੰ ਲਾਈਆਂ ਚਮਕੌਰ ਦੇ ਅੰਦਰੋਂ ਉਹ ਤੀਰਾਂ ਦੀਆਂ ਝੜੀਆਂ ਤੂੰ ਤੋੜੀਆਂ ਸੋਹਣੇ ਦੇਸ਼ ਤੋਂ ਲਾਲਾਂ ਦੀਆਂ ਲੜੀਆਂ ਤੂੰ ਰਣ ਦੇ ਵਿੱਚ ਬੱਤਿਆਂ ਦੀ ਸੀ ਦੇਤਾ ਕੁਰਬਾਨੀ ਨੂੰ ਸ਼ਹਿਰਾਂ ਦੀ ਨਮਸਕਾਰ ਹੈ ਪੁੱਤਰਾਂ ਦੇ ਦਾਨੀ ਨੂੰ ਕਵੀਆਂ ਦੀ ਨਮਸਕਾਰ ਹੈ ਫਟਿਆ ਕਰ ਚੋਗਾ ਮਾਸ਼ੀ ਵਾੜੇ ਵਿੱਚ ਸੁੱਤੇ ਸੀ ਫਟਿਆ ਕਰ ਚੋਗਾ ਮਾਸ਼ੀ ਵਾੜੇ ਵਿੱਚ ਸੁੱਤੇ ਸੀ ਰੋੜਾਂ ਦੀ ਛੇਜ ਵਿਛਾ ਲਈ ਪਾਲੇ ਦੀ ਰੁੱਤੇ ਸੀ ਵਰਦੀਆਂ ਕਣੀਆਂ ਬਿਜਲੀ ਕੜਕਦੀ ਉੱਤੇ ਸੀ ਇਥੋਂ ਤੁਰ ਪੁੱਜੇ ਅੱਗੇ ਕਸ਼ਟ ਸਹਾਰ ਕੇ ਦੇਸ਼ ਦੀ ਰਾਖੀ ਕੀਤੀ ਪੁੱਤਰਾਂ ਨੂੰ ਵਾਰ ਕੇ ਸਾਡੇ ਤੋਂ ਲਾਲ ਵਾਰ ਤੇ ਉਹ ਮਾਹੀ ਹਲਕਾਰੇ ਦੱਸਿਆ ਦਾਤੇ ਨੂੰ ਆ ਕੇ ਤੇ
ਨੀਹਾਂ ਵਿੱਚ ਸਾਹਿਬਜ਼ਾਦੇ ਆਪਾਂ ਚਣਵਾ ਕੇ ਤੇ ਮਾਤਾ ਜੀ ਤੁਰ ਗਏ ਇੱਥੋਂ ਸ਼ੁਕਰ ਮਨਾ ਕੇ ਤੇ ਤੁਰ ਪੈ ਚੁਗ ਗਨੀ ਨਬੀ ਖਾਂ ਪੰਥ ਦੇ ਬਾਨੀ ਨੂੰ ਸ਼ਹਿਰਾਂ ਦੀ ਨਮਸਕਾਰ ਹੈ ਪੁੱਤਰਾਂ ਦੇ ਦਾਨੀ ਨੂੰ ਕਮੀਆਂ ਦੀ ਨਮਸਕਾਰ ਹੈ ਰਹਿਸੀ 9 ਮਹੀਨੇ 9 ਦਿਨ ਪਰਖਾਂ ਕਈ ਕਰੀਆਂ ਸੀ ਇਥੋਂ ਫਿਰ ਕਦਮਾਂ ਅੱਗੇ ਦੱਖਣ ਵੱਲ ਤਰੀਆਂ ਸੀ ਵੈਰੀ ਨੂੰ ਸੋਧਣ ਬੰਦਾ ਤੋਰਿਆ ਸ਼ਿੰਗਾਰ ਕੇ ਦੇਸ਼ ਦੀ ਰਾਖੀ ਕੀਤੀ ਪੁੱਤਰਾਂ ਨੂੰ ਵਾਰ ਕੇ ਸਾਡੇ ਤੋਂ ਲਾਲ ਵਾਰ ਤੇ ਸਿਰ ਤੋਂ ਸਭ ਕਰਜ਼ਾ ਕੌਡੀ ਕੌਡੀ ਕਰ ਮੋੜਿਆ ਦਿੱਤਾ ਜੇ ਹੀਰਾ ਕਿਸੇ ਨੇ ਨਦੀ ਵਿੱਚ ਰੋੜਿਆ ਢਾਲਾਂ ਨਾਲ ਮੋਹਰਾਂ ਵੱਡੀਆਂ ਲਾਲਚ ਮੋਹ ਤੋੜਿਆ ਜੋਗੀ ਸਿਆਸਨ ਦੇ ਤੁਰ ਗਏ ਛੱਡ ਕੇ ਜਗ ਫਾਨੀ ਨੂੰ ਸ਼ਹਿਰਾਂ ਦੀ ਨਮਸਕਾਰ ਹੈ ਪੁੱਤਰਾਂ ਦੇ ਦਾਨੀ ਨੂੰ ਕਵੀਆਂ ਦੀ ਨਮਸਕਾਰ ਹੈ ਸਾਹਿਬੇ ਕਮਾਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਹਜ਼ੂਰੀ ਵਿੱਚ ਸਜੀ ਬੈਠੀ ਗੁਰੂ ਕੀ ਸਾਜੀ ਨਵਾਜੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ ਆਓ ਇਧਰ ਮੇਰੀਆਂ ਜਿੰਨੀਆਂ ਵੀ ਬਹੁਤ ਹੀ ਸਤਿਕਾਰਯੋਗ ਮਾਵਾਂ ਭੈਣਾਂ ਬੀਬੀਆਂ ਇਧਰ ਬਾਲ ਬੱਚੇ ਬਜ਼ੁਰਗ ਜਿੰਨੇ ਵੀ ਸੱਚੇ ਸਤਿਗੁਰ ਦੇ ਚਰਨਾਂ ਦੇ ਵਿੱਚ ਬੈਠ ਕੇ ਆਪਣੇ ਜੀਵਨ ਦੀਆਂ ਬੜੀਆਂ ਕੀਮਤੀ ਘੜੀਆਂ ਨੂੰ ਅੱਜ ਹੋਰ ਵੀ ਕੀਮਤੀ ਬਣਾਉਣ ਵਾਸਤੇ ਆਏ ਹੋ ਜੀ ਆਇਆਂ ਨੂੰ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਅਪਾਰ ਕਿਰਪਾ ਹੋਈ ਸਿੱਖ ਸੰਗਤਾਂ ਦੇ ਬੜੀ ਗਿਣਤੀ ਦੇ ਵਿੱਚ ਸਿੱਖ ਸੰਗਤਾਂ ਆਈਆਂ ਹਨ ਔਰ ਹੋਰ ਵੀ ਸਿੱਖ ਸੰਗਤਾਂ ਦੇ ਆਉਣ ਦੀ ਆਸ ਹੈ ਸਤਿਗੁਰ ਸੱਚੇ ਪਾਤਸ਼ਾਹ ਜੀ ਦਾ ਧੰਨਵਾਦ ਉਸ ਨੀਲੇ ਦੇ ਸ਼ਾਹ ਅਸਵਾਰ ਚਿੱਟੀਆਂ ਆਵਾਜ਼ਾਂ ਵਾਲੇ ਮਾਤਾ ਗੁਜਰੀ ਦੇ ਲਾਲ ਤੇ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਰਾਜ ਦੁਲਾਰੇ ਸ਼ਹੀਦ ਦੇ ਪੁੱਤਰ ਤੇ ਸ਼ਹੀਦਾਂ ਦੇ ਬਾਪੂ ਦਾ ਬਖਸ਼ਿਆ ਹੋਇਆ ਨਾਰਾ ਆਪਾਂ ਰਲ ਮਿਲ ਕੇ ਦੁਹਰਾਈਏ ਕੋਈ ਵੀ ਰਸਨਾ ਵਾਂਝੀ ਨਾ ਰਹਿ ਜਾਵੇ ਜਿਸ ਦੇ ਮੁਖ ਤੋਂ ਉਹ ਨਾਰੇ ਦੀ ਆਵਾਜ਼ ਨਾ ਗੂੰਜੇ ਮੇਰੇ ਕਲਗੀਧਰ ਸੱਚੇ ਪਾਤਸ਼ਾਹ ਚੋਜੀ ਪ੍ਰੀਤਮ ਨੇ ਸਾਡੇ ਤੇ ਸਾਧ ਸੰਗਤ ਜੀ ਬਹੁਤ ਹੀ ਕਿਰਪਾ ਕਰ ਦਿੱਤੀ ਕਈ ਵਾਰੀ ਸਾਨੂੰ ਪਤਾ ਨਹੀਂ ਹੁੰਦਾ ਸਤਿਗੁਰੂ ਜੀ ਨੇ ਤਾਂ ਪੈਰ ਪੈਰ ਤੇ ਬਹੁਤ ਹੀ ਸਾਡੇ ਤੇ ਕਿਰਪਾ ਕੀਤੀ ਆਓ ਪਹਿਲਾਂ ਉਸ ਫਤਿਹ ਦੇ ਨਾਲ ਜੁੜੀਏ ਜਿਹਦੇ ਵਿੱਚ 2 ਵਾਰ ਵਾਹਿਗੁਰੂ ਦਾ ਜਾਪ ਆਉਂਦਾ ਹੈ ਲਵਾਓ ਆਪਣੀ ਤੇ ਸਾਡੀ ਹਾਜ਼ਰੀ ਗੱਜ ਵੱਜ ਕੇ ਬੁਲਾਓ ਫਤਿਹ ਬੋਲੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀਓ ਵਡਭਾਗੇ ਹਾਂ ਕਿਉਂਕਿ ਬਿਨ ਭਾਗਾਂ ਸਤ ਸੰਗ ਨਾ ਲੱਭੇ ਆਪਾਂ ਸਤ ਸੰਗ ਦੀਆਂ ਘੜੀਆਂ ਕਰਨ ਵਾਸਤੇ ਗੁਰੂ ਦੀ ਹਜ਼ੂਰੀ ਦੇ ਵਿੱਚ ਸਾਹਿਬੇ ਕਮਾਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬਹੁਤ ਹੀ ਪਿਆਰੀ ਗੋਦੀ ਦਾ ਨਿੱਘ ਮਾਣ ਰਹੇ ਹਾਂ ਕਿਸੇ ਬੱਚੇ ਨੂੰ ਪੁੱਛ ਕੇ ਦੇਖੋ ਜਿਹੜਾ ਆਪਣੀ ਮਾਂ ਜਾਂ ਬਾਪ ਦੀ ਗੋਦੀ ਦੇ ਵਿੱਚ ਬੈਠਾ ਉਹ ਕਿਹੜੇ ਆਨੰਦ ਦੇ ਵਿੱਚ ਬੈਠਾ ਹੋਵੇਗਾ ਆਪਾਂ ਵੀ ਆਪਣੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬਹੁਤ ਹੀ ਪਿਆਰੀ ਗੋਦੀ ਦਾ ਨਿੱਘ ਮਾਣ ਰਹੇ ਹਾਂ ਕਿਉਂਕਿ ਸਤਿਗੁਰ ਸੱਚੇ ਪਾਤਸ਼ਾਹ ਜੀ ਸਾਡੇ ਤੇ ਬੜੀਆਂ ਕਿਰਪਾ ਕਰਦੇ ਹਨ ਬਹੁਤ ਹੀ ਕਿਰਪਾ ਕਰਦੇ ਹਨ ਸਾਡੇ ਤੋਂ ਪਹਿਲਾਂ ਭਾਈ ਸਾਹਿਬ ਭਾਈ ਜਗਤਾਰ ਸਿੰਘ ਜੀ ਨੇ ਆਪ ਜੀ ਨੂੰ ਇਤਿਹਾਸਕ ਘਟਨਾ ਦੇ ਨਾਲ ਜੋੜਿਆ ਕਿਉਂਕਿ ਉਹਨਾਂ ਨੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦੀ ਗੱਲ ਕੀਤੀ ਮਾਤਾ ਗੁਜਰ ਕੌਰ ਜੀ ਦੀ ਗੱਲ ਕੀਤੀ ਤੇ ਸਾਹਿਬ ਸ੍ਰੀ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਜੀ ਦੇ ਵੱਡੇ ਸੁਪੁੱਤਰਾਂ ਦੀ ਕਿਉਂਕਿ ਇਹ ਜਿਹੜਾ ਸਾਰਾ ਸਮਾਂ ਹੈ ਨਾ ਪੋਹ ਦਾ ਮਹੀਨਾ ਇਹ ਸਫਰੇ ਸ਼ਹਾਦਤ ਦਾ ਮਹੀਨਾ ਹੈ ਆਪਾਂ ਲਗਾਤਾਰ 8-10 ਦਿਨਾਂ ਤੱਕ 8-10 ਦਿਨ ਆਪਾਂ ਨੂੰ ਹੋ ਗਏ ਹਨ ਅੱਜ ਦਾ ਵੀ ਦਿਨ ਹੈ ਆਪਾਂ ਉਹਨਾਂ ਸਾਹਿਬਜ਼ਾਦਿਆਂ ਨੂੰ ਉਹਨਾਂ ਸ਼ਹੀਦਾਂ ਨੂੰ ਮਾਤਾ ਗੁਜਰ ਕੌਰ ਜੀ ਨੂੰ ਆਪਾਂ ਸ਼ਰਧਾਂਜਲੀ ਭੇਟ ਕਰਨੀ ਹੈ ਸ਼ਰਧਾ ਦੇ ਫੁੱਲ ਵਾਹਿਗੁਰੂ ਭੇਟ ਕਰਨੇ ਹਨ ਆਪਾਂ ਸਾਰਿਆਂ ਨੇ ਸੰਗਤੀ ਰੂਪ ਦੇ ਵਿੱਚ ਤੁਸੀਂ ਜਿਸ ਪਿਆਰ ਦੇ ਵਿੱਚ ਬੈਠੇ ਹੋ ਇਸੇ ਪਿਆਰ ਦੇ ਵਿੱਚ ਬੈਠ ਕੇ ਅੱਜ ਦਾ ਪ੍ਰਸੰਗ ਭਾਈ ਸਾਹਿਬ ਭਾਈ ਜਰਨੈਲ ਸਿੰਘ ਜੀ ਸਲੋਹ ਵਾਲੇ ਭਾਈ ਸਾਹਿਬ ਭਾਈ ਹਰਵਿੰਦਰ ਸਿੰਘ ਜੀ ਕੋਵੈਂਟਰੀ ਤੋਂ ਸੁਖਵਿੰਦਰ ਸਿੰਘ ਜੀ ਪ੍ਰਧਾਨ ਸਾਊਥ ਹੋਲ ਤੋਂ ਦਾਸ ਹਰਪਾਲ ਸਿੰਘ ਬਰਮਿੰਘਮ ਤੋਂ ਅਸੀਂ ਕੋਸ਼ਿਸ਼ ਕਰਾਂਗੇ ਆਪ ਜੀ ਨੂੰ ਉਹਨਾਂ ਇਤਿਹਾਸ ਉਸ ਸ਼ਹੀਦਾਂ ਦੇ ਇਤਿਹਾਸ ਦੇ ਨਾਲ ਆਪ ਜੀ ਨੂੰ ਜੋੜਿਆ ਜਾ ਸਕੇ ਜਗਤਾਰ ਸਿੰਘ ਜੀ ਤੋਂ ਪਹਿਲਾਂ ਦਮਦਮੀ ਟਕਸਾਲ ਜੀ ਦੇ ਵਿਦਿਆਰਥੀ ਉਹਨਾਂ ਨੇ ਆਪ ਜੀ ਨੂੰ ਕਥਾ ਕਹਾਣੀਆਂ ਗੁਰੂ ਕੀਆਂ ਗੁਰਬਾਣੀ ਦੇ ਨਾਲ ਗੁਰੂ ਦੀ ਗੁਰਬਾਣੀ ਤੇ ਗੁਰੂ ਦੀਆਂ ਕਥਾ ਕਹਾਣੀਆਂ ਦੇ ਨਾਲ ਆਪ ਜੀ ਨੂੰ ਜੋੜਿਆ ਹੈ ਔਰ ਬਹੁਤ ਹੀ ਗਿਆਨ ਭਰੇ ਭਰਪੂਰ ਬਚਨ ਆਪ ਜੀ ਦੇ ਨਾਲ ਸਾਂਝੇ ਕਰ ਰਹੇ ਸਨ ਕਿਉਂਕਿ ਸਾਹਿਬ ਜੀ ਬਖਸ਼ਿਸ਼ ਕਰਦੇ ਹਨ ਕਿ ਬਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਨ
ਜਿਹੜੇ ਪੁੱਤਰ ਹੁੰਦੇ ਹਨ ਗੁਰੂ ਘਰ ਆਉਂਦੇ ਹਨ, ਗੁਰੂ ਦੀਆਂ ਕਥਾ ਕਹਾਣੀਆਂ ਸੁਣਦੇ ਹਨ ਤੇ ਉਹਨਾਂ ਦੇ ਜੀਵਨ ਦੇ ਵਿੱਚ ਜਦੋਂ ਪਲਟਾ ਆਉਂਦਾ ਹੈ ਨਾ, ਉਹ ਪੁੱਤਰ ਤੋਂ ਬਾਅਦ ਸੁਪੁੱਤਰ ਬਣ ਜਾਂਦੇ ਹਨ। ਆਪਾਂ ਸਾਰੇ ਅੱਜ ਸੁਪੁੱਤਰ ਬਣ ਕੇ ਆਪਣੇ ਗੁਰੂ ਸਾਹਿਬ ਦੀਆਂ ਕੀਤੀਆਂ ਹੋਈਆਂ ਕੁਰਬਾਨੀਆਂ ਤੇ ਪੰਛੀ ਝਾਤ ਮਾਰਨੀ ਹੈ ਕਿ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਸਾਡੇ ਤੇ ਕਿਹੜੀਆਂ-ਕਿਹੜੀਆਂ ਕਿਰਪਾ ਕੀਤੀਆਂ ਹਨ, ਕਿਹੜੀਆਂ-ਕਿਹੜੀਆਂ ਬਖਸ਼ਿਸ਼ਾਂ ਦੇ ਨਾਲ ਸਾਨੂੰ ਨਿਵਾਜਿਆ ਹੈ। ਬੇਨਤੀ ਕਰਦੇ ਹਾਂ ਕਿ ਸਿੱਖ ਸੰਗਤਾਂ ਨੂੰ ਨਵੇਂ ਦਰਬਾਰ ਦੀਆਂ ਪੰਥਕ ਕਵੀਸ਼ਰੀ ਜਥੇ ਵੱਲੋਂ ਬਹੁਤ-ਬਹੁਤ ਵਧਾਈਆਂ ਹੋਣ। ਇੰਨੇ ਸੁੰਦਰ ਮਹਿਲ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਸਿੱਖ ਸੰਗਤਾਂ ਵਾਸਤੇ ਬਣਾਏ ਹਨ। ਔਰ ਜਿਸ ਤਰ੍ਹਾਂ ਭਾਈ ਸਾਹਿਬ ਦਮਦਮੀ ਟਕਸਾਲ ਵਾਲੇ ਵਿਦਿਆਰਥੀ ਕਹਿ ਕੇ ਗਏ ਹਨ ਕਿ ਇੱਥੋਂ ਜਿਹੜੇ ਗੁਰੂ ਘਰ ਹੁੰਦੇ ਹਨ ਨਾ, ਉਹ ਇੱਕ ਕਿਸਮ ਦੀ ਟਕਸਾਲ ਹੁੰਦੀ ਹੈ। ਘੜੀਏ ਸ਼ਬਦ ਸੱਚੀ ਟਕਸਾਲ, ਬਿਲਕੁਲ ਸੱਚ ਕਹਿ ਕੇ ਗਏ ਹਨ। ਆਪਾਂ ਉਹਨਾਂ ਦੇ ਲਫ਼ਜ਼ਾਂ ਤੇ ਵੀ ਆਪਾਂ ਗੌਰ ਕਰਨਾ ਹੈ ਕਿ ਸਾਡੇ ਬੱਚੇ ਹੋਣ, ਬੱਚੀਆਂ ਹੋਣ। ਔਰ ਬੜੀ ਖੁਸ਼ੀ ਦੀ ਗੱਲ, ਜਦੋਂ ਅਸੀਂ ਆਏ ਸੀ ਤਾਂ ਛੋਟੀਆਂ-ਛੋਟੀਆਂ ਮੇਰੀਆਂ ਭੈਣਾਂ ਬੜੇ ਸਤਿਕਾਰ ਦੇ ਨਾਲ ਗੁਰੂ ਸਾਹਿਬ ਜੀ ਨੂੰ ਚੌਰ ਕਰ ਰਹੀਆਂ ਸਨ। ਚੰਗਾ ਲੱਗਦਾ ਹੈ ਕਿਉਂਕਿ ਬੱਚਿਆਂ ਨੂੰ ਉਤਸ਼ਾਹ ਮਿਲਦਾ ਹੈ। ਔਰ ਇਹ ਉਤਸ਼ਾਹ ਇਸ ਗੁਰੂ ਘਰ ਵਿਖੇ ਸਾਡੀ ਵੀ ਅਰਦਾਸ ਹੈ ਕਿ ਵੱਧ ਤੋਂ ਵੱਧ ਇੱਥੇ ਆਪਾਂ ਸਿੱਖੀ ਦਾ ਪ੍ਰਚਾਰ ਕਰੀਏ ਔਰ ਸਤਿਗੁਰ ਸੱਚੇ ਪਾਤਸ਼ਾਹ ਜੀ ਆਪਣੇ ਸਾਰਿਆਂ ਤੇ ਕਿਰਪਾ ਕਰਨ। ਆਓ ਜਿੱਥੇ ਆਪਾਂ ਨਵੇਂ ਸਾਲ ਦੀ ਉਡੀਕ ਦੇ ਵਿੱਚ ਸਿੱਖ ਸੰਗਤਾਂ ਇਕੱਠੀਆਂ ਹੋਈਆਂ ਹਨ ਸਾਲ 2021 ਨੂੰ ਵਧਾਏਗੀ ਦੇਣ ਵਾਸਤੇ। ਨਵੇਂ ਸਾਲ ਦੀ ਉਡੀਕ ਦੇ ਵਿੱਚ ਉੱਥੇ ਆਪਾਂ ਜਿੱਥੇ ਗੁਰੂ ਘਰ ਨੂੰ ਆਪਾਂ ਪ੍ਰਬੰਧਕਾਂ ਨੂੰ ਵੀ ਵਧਾਈਆਂ ਦਿੰਦੇ ਹਾਂ, ਜਿਨ੍ਹਾਂ ਨੇ ਬਹੁਤ ਹੀ ਸੁੰਦਰ ਮਹਿਲ ਗੁਰੂ ਘਰ ਸੰਗਤਾਂ ਵਾਸਤੇ ਸਥਾਪਿਤ ਕੀਤੇ ਹਨ। ਆਓ ਕਿਉਂਕਿ ਅੱਗੇ ਜਾਣ ਤੋਂ ਪਹਿਲਾਂ ਆਪਾਂ ਸਤਿਗੁਰ ਸੱਚੇ ਪਾਤਸ਼ਾਹ ਜੀ ਦਾ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਧੰਨਵਾਦ ਕਰੀਏ। ਗੁਰਬਾਣੀ ਦੇ ਨਾਲ ਜੁੜੇ ਹਾਂ, ਗੁਰਬਾਣੀ ਦੀ ਇੱਕ ਕਵਿਤਾ ਬੋਲ ਕੇ ਆਪਾਂ ਅੱਗੇ ਚੱਲਦੇ ਹਾਂ ਕਿਉਂਕਿ ਸੁੰਦਰ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਬਖਸ਼ਾਂ ਕੀਤੀਆਂ ਹਨ। ਇਹ ਜਿਹੜਾ ਦਰ ਹੈ ਨਾ ਸਾਧ ਸੰਗਤ ਜੀ, ਇਹ ਗੁਰੂ ਨਾਨਕ ਦਾ ਦਰ ਹੈ। ਇਹ ਗੁਰੂ ਨਾਨਕ ਦਾ ਦਰ ਹੈ। ਦੁਖੀਆਂ ਲਈ ਆਸ਼ਿਆਨਾ, ਮਿਹਰਾਂ ਤੇ ਮੁਹੱਬਤਾਂ ਦਾ ਭਰਿਆ ਪਿਆ ਹੈ ਖਜ਼ਾਨਾ। ਇੱਥੋਂ ਮਿਲਦਾ ਹੈ ਮਾਣ ਨੀਵੇਂ ਤੇ ਨਿਮਾਣੇ ਨੂੰ, ਇੱਥੋਂ ਮਿਲਦੀ ਹੈ ਢੋਈ ਰਾਜੇ ਤੇ ਰਾਣੇ ਨੂੰ। ਇੱਥੋਂ ਮਿਲਦੇ ਨੇ ਅਮਲਾਂ ਦੇ ਰਾਹ, ਬਖਸ਼ੇ ਜਾਂਦੇ ਅਨੇਕਾਂ ਗੁਨਾਹ। ਉਹ ਖੇਦੀ ਜੋ ਗੁਰੂ ਨਾਨਕ ਦੇਵ ਜੀ ਦੇ ਦਰ ਤੇ ਆ ਗਿਆ, ਚਾਰ ਪਦਾਰਥ ਅਣਮੁੱਲੇ ਪਾ ਗਿਆ। ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਬਾਣੀ ਦੀ ਪ੍ਰਥਾ ਹੈ, ਬੜੀਆਂ ਪਿਆਰੀਆਂ ਲਾਈਨਾਂ ਭਾਈ ਸਾਹਿਬ ਜੀ ਇਉਂ ਪੇਸ਼ ਕਰਦੇ ਹਨ। ਮਨ ਮੰਦਰ ਨਹੀਂ ਸੋਂਦੇ ਹਰ ਕੇ ਨਾਮ ਬਿਨਾ, ਮਨ ਮੰਦਰ ਨਹੀਂ ਸੌਂਦੇ ਹਰ ਕੇ ਨਾਮ ਬਿਨਾ, ਮਨ ਮੰਦਰ ਨਹੀਂ ਸੌਂਦੇ ਹਰ ਕੇ ਨਾਮ ਬਿਨਾ। ਉਹ ਜਿਸ ਨੇ ਪੈਦਾ ਕੀਤਾ ਦਿਲੋਂ ਭਲਾਇਆ ਤੇ, ਜਿਸ ਨੇ ਪੈਦਾ ਕੀਤਾ ਦਿਲੋਂ ਭਲਾਇਆ ਤੇ, ਅਸਲੀ ਕੰਮਾਂ ਵਿੱਚ ਨਹੀਂ ਟਾਈਮ ਲਗਾਇਆ ਤੇ, ਅਸਲੀ ਕੰਮਾਂ ਵਿੱਚ ਨਹੀਂ ਟਾਈਮ ਲਗਾਇਆ ਤੇ। ਝੂਠੇ ਨੇ ਸਭ ਦਾਵੇ, ਝੂਠੇ ਨੇ ਸਭ ਦਾਵੇ, ਅਸਲ ਪੈਗਾਮ ਬਿਨਾ। ਮਨ ਮੰਦਰ ਨਹੀਂ ਸੌਂਦੇ ਹਰ ਕੇ ਨਾਮ ਬਿਨਾ, ਮਨ ਮੰਦਰ ਨਹੀਂ ਸੌਂਦੇ ਹਰ ਕੇ ਨਾਮ ਬਿਨਾ। ਗੁਰਮੁਖ ਟੰਬ ਕਬੀਲੇ ਸੋ ਮਨ ਲਾਇਆ ਤੇ, ਗੁਰਮੁਖ ਟੰਬ ਕਬੀਲੇ ਸੋ ਮਨ ਲਾਇਆ ਤੇ। ਰਾਮ ਨਾਮ ਦਾ ਕਿਣਕਾ, ਰਾਮ ਨਾਮ ਦਾ ਕਿਣਕਾ, ਰਾਮ ਨਾਮ ਦਾ ਕਿਣਕਾ ਨਹੀਂ ਅਪਣਾਇਆ ਤੇ, ਰਾਮ ਨਾਮ ਦਾ ਕਿਣਕਾ ਨਹੀਂ ਅਪਣਾਇਆ ਤੇ। ਮੁਰਦਾ ਹੈ ਰੂਹ ਫਿਰਦੀ ਹਰ ਕੇ ਧਾਮ ਬਿਨਾ, ਮਨ ਮੰਦਰ ਨਹੀਂ ਸੌਂਦੇ ਹਰ ਕੇ ਨਾਮ ਬਿਨਾ, ਮਨ ਮੰਦਰ ਨਹੀਂ ਸੌਂਦੇ ਹਰ ਕੇ ਨਾਮ ਬਿਨਾ। ਫੁੱਲ ਭਗਤੀ ਨਹੀਂ ਕੀਤੀ ਸ਼ਕਤੀ ਵਾਲੇ ਦੀ, ਵਾਲੇ ਦੀ, ਵਾਲੇ ਦੀ। ਫੁੱਲ ਭਗਤੀ ਨਹੀਂ ਕੀਤੀ ਸ਼ਕਤੀ ਵਾਲੇ ਦੀ, ਉਹ ਭੁੱਲ ਭਗਤੀ ਨਹੀਂ ਕੀਤੀ ਸ਼ਕਤੀ ਵਾਲੇ ਦੀ। ਕਦੇ ਨੀ ਮਸਤੀ ਮਾਣੀ ਪ੍ਰੇਮ ਪਿਆਲੇ ਦੀ, ਕਦੇ ਨੀ ਮਸਤੀ ਮਾਣੀ ਪ੍ਰੇਮ ਪਿਆਲੇ ਦੀ। ਉਹ ਕਦੇ ਨੀ ਮਸਤੀ ਮਾਣੀ ਪ੍ਰੇਮ ਪਿਆਲੇ ਦੀ। ਉਹ ਸਮਝੇ ਨਕੰਮੇ ਟੇਸਟ ਭਗਤੀ ਜਾਮ ਬਿਨਾ, ਮਨ ਮੰਦਰ ਨਹੀਂ ਸੌਂਦੇ ਹਰ ਕੇ ਨਾਮ ਬਿਨਾ, ਮਨ ਮੰਦਰ ਨਹੀਂ ਸੌਂਦੇ ਹਰ ਕੇ ਨਾਮ ਬਿਨਾ।
ਸਵਾਸ ਜੋ ਨਹੀਂ ਸਵਾਰੇ ਤੇ ਬਿਰਥਾ ਗਏ ਸਵਾਸ ਜੋ ਨਹੀਂ ਸਵਾਰੇ ਤੇ ਉਹ ਬਿਰਥਾ ਗਏ ਸਵਾਸ ਜੋ ਨਹੀਂ ਸਵਾਰੇ ਤੈ ਨਿਸਫਲ ਹੈ ਜਗ ਆਉਣ ਨਿਸਫਲ ਹੈ ਜਗ ਆਉਣ ਕਰਮ ਵਾਰੇ ਆਮ ਬਿਨਾ ਮਨ ਮੰਦਰ ਨਹੀਂ ਸੋਦੇ ਹਰ ਕੇ ਨਾਮ ਬਿਨਾ ਮਨ ਮੰਦਰ ਨਹੀਂ ਸੋਦੇ ਹਰ ਕੇ ਨਾਮ ਬਿਨਾ ਕੀਤਾ ਨਹੀਂ ਤੇ ਸਿਮਰਨ ਪ੍ਰਭੂ ਪਿਆਰੇ ਦਾ ਪਿਆਰੇ ਦਾ ਪਿਆਰੇ ਦਾ ਕੀਤਾ ਨਹੀਂ ਤੇ ਸਿਮਰਨ ਪ੍ਰਭੂ ਪਿਆਰੇ ਦਾ ਉਹ ਕੀਤਾ ਨਹੀਂ ਤੇ ਸਿਮਰਨ ਪ੍ਰਭੂ ਪਿਆਰੇ ਦਾ ਭੁੱਲਿਆ ਫਿਰੇ ਟਿਕਾਣਾ ਕਹਿੰਦੇ ਭੁੱਲਿਆ ਫਿਰੇ ਟਿਕਾਣਾ ਭੁੱਲਿਆ ਫਿਰੇ ਟਿਕਾਣਾ ਅਸਲ ਦੁਆਰੇ ਦਾ ਉਹ ਭੁੱਲਿਆ ਫਿਰੇ ਟਿਕਾਣਾ ਅਸਲ ਦੁਆਰੇ ਦਾ ਹੋਵੇ ਬੰਦਗੀ ਕਰ ਬਖਸ਼ਾ ਉਸ ਤੋਂ ਤੇ ਜੇ ਕਿਤੇ ਭੁੱਲ ਭੁਲੇਖੜੇ ਭੁੱਲ ਹੋ ਗਈ ਸਮਾਂ ਬੀਤ ਗਿਆ ਫੇਰ ਪਛਤਾਏਗਾ ਤੂੰ ਤੇ ਸ਼ਮਾ ਜ਼ਿੰਦਗੀ ਦੀ ਜਦੋਂ ਗੱਲ ਹੋ ਗਈ ਉਹ ਜਿਸ ਨੇ ਇਸ ਦਾ ਜਾਪ ਕੀਤਾ ਤੇ ਹਸਤੀ ਉਸ ਦੀ ਇਸ ਦੇ ਤੁਲ ਹੋ ਗਈ ਕਾਦਾ ਹੁਸਨ ਜਵਾਨੀ ਦਾ ਮਾਣ ਸੂਫੀ ਤੇ ਇੱਥੇ ਕਈਆਂ ਦੀ ਬੱਤੀ ਗੁੱਲ ਹੋ ਗਈ ਜੇਕਰ ਜੀਆ ਤੂੰ ਜ਼ਿੰਦਗੀ ਲੋੜਦਾ ਏ ਜੇਕਰ ਜੀਆ ਤੂੰ ਜ਼ਿੰਦਗੀ ਲੋੜਦਾ ਏ ਪਰ ਉਪਕਾਰ ਦੇ ਲਈ ਹਲਾਕ ਹੋ ਜਾ ਲਾ ਦੇ ਦੂਰੀ ਦੁਐਤ ਦੀ ਮੈਲ ਦਿਲ ਤੋਂ ਮਾਣ ਤਾਣ ਛੱਡ ਕੇ ਹੋਰਾ ਕਾਕ ਹੋ ਜਾ ਜੁਗਤੀ ਨਾਲ ਮੁਕਤੀ ਹੀਰ ਲੈਣ ਬਦਲੇ ਚੌਧਰ ਪੁਣਾ ਤਿਆਗ ਕੇ ਚਾਕ ਹੋ ਜਾ ਪਲਕਾਂ ਉੱਪਰ ਬਿਠਾਉਣਗੇ ਲੋਕ ਤੈਨੂੰ ਤੇ ਗੁਰੂ ਨਾਨਕ ਦੇ ਚਰਨਾਂ ਦੀ ਖਾਕ ਹੋ ਜਾ ਦਸਾਂ ਗੁਰਾਂ ਦਾ ਇਹ ਸਰੂਪ ਜਾਣੋ ਲਿਖੀ ਹੱਥਾਂ ਦੇ ਨਾਲ ਮਹਾਰਾਜ ਬਾਣੀ ਨੁਕਤਾ ਦੂਈ ਦਵੈਤ ਦਾ ਨਹੀਂ ਪਾਇਆ ਹਰ ਇੱਕ ਵਾਸਤੇ ਹੈ ਸਿਰਤਾਜ ਬਾਣੀ ਤੰਨੇ ਵਾਂਗਰਾ ਰੱਖੀਏ ਸਿਦਕ ਪੂਰਾ ਤੰਨੇ ਵਾਗ ਸਵਾਰ ਦੀ ਕਾਜ ਬਾਣੀ ਜਿਹੜਾ ਕਿਤੋਂ ਸਵਾਲ ਨਾ ਹੋਏ ਪੂਰਾ ਸਰਨ ਪਿਆ ਦੀ ਰੱਖ ਦੀ ਲਾਜ ਬਾਣੀ ਕੀਤਾ ਨਹੀਂ ਤੇ ਸਿਮਰਨ ਪ੍ਰਭੂ ਪਿਆਰੇ ਦਾ ਉਹ ਕੀਤਾ ਨਹੀਂ ਤਾਂ ਸਿਮਰਨ ਪ੍ਰਭੂ ਪਿਆਰੇ ਦਾ ਲਿਆ ਫਿਰੇ ਟਿਕਾਣਾ ਕਹਿੰਦੇ ਭੁੱਲਿਆ ਭੁੱਲਿਆ
ਦਾ ਸੋਮਾ। ਬਾਣੀ ਗੁਰੂ ਗ੍ਰੰਥ ਜੀ ਦੀ ਸ਼ਾਂਤੀ ਦਾ ਸੋਮਾ, ਇਹ ਮੁਕਤੀ ਦਾ ਦਰ ਤੇ ਕ੍ਰਾਂਤੀ ਦਾ ਸੋਮਾ। ਇਹ ਹੀਰਿਆਂ ਦਾ ਹਾਰ ਤੇ ਮੋਤੀਆਂ ਦੀ ਮਾਲਾ, ਇਹ ਦੀਨ ਤੇ ਦੁਨੀਆ ਦੀ ਸੱਚੀ ਧਰਮਸ਼ਾਲਾ। ਭਗਤੀ ਤੇ ਸ਼ਕਤੀ ਨਾਲ ਗੁਰਬਾਣੀ ਭਰਪੂਰ, ਤਾਈਓ ਭਰਦਾ ਏ ਝੋਲੀ ਔਰ ਰੂਹਾਨੀਅਤ ਦਾ ਨੂਰ। ਇੱਕ ਵਾਰੀ ਆਖੋ ਗੱਜ ਕੇ ਸਤਨਾਮ ਸ੍ਰੀ ਵਾਹਿਗੁਰੂ। ਹੁਣੇ ਵੀਰਾਂ ਨੇ ਕਵਿਤਾ ਬੋਲੀ, ਬੜੀਆਂ ਕਾਬਲੇ ਗੌਰ ਲਾਈਨਾਂ ਸਨ। ਤੁਹਾਡਾ ਧਿਆਨ ਮੈਂ ਇਹਨਾਂ ਦੀ ਕਵਿਤਾ ਵੱਲ ਲੈ ਜਾਵਾਂ ਕਿ ਜੀਵਨ ਬੀਤਦਾ ਜਾ ਰਿਹਾ ਹੈ ਔਰ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਵੀ ਕਿਰਪਾ ਕਰਦੇ ਹਨ ਕਿ ਹੇ ਇਨਸਾਨ, ਤੇਰੇ ਜੀਵਨ ਦੀਆਂ 3 ਫੇਜ਼ਿਸ ਹਨ, ਬਾਲ, ਜਵਾਨੀ ਔਰ ਬਿਰਧ ਫੁਨ। 3 ਅਵਸਥਾ, ਫੇਜ਼ਿਸ ਦਾ ਮਤਲਬ ਅਵਸਥਾ ਹਨ, ਬਾਲ, ਜਵਾਨੀ ਔਰ ਬਿਰਧ ਫੁਨ। 3 ਅਵਸਥਾ ਜਾਨ। 3 ਤਾਂ ਤੇਰੀਆਂ ਅਵਸਥਾ ਹੈ। ਬਾਲਪਨ, ਜਵਾਨੀ। ਬੰਦਾ ਜਦੋਂ ਬਾਲਪਨ ਚ ਹੁੰਦਾ ਨਾ, ਸੋਚਦਾ ਕੋਈ ਗੱਲ ਨਹੀਂ, ਜਵਾਨੀ ਦੇ ਵਿੱਚ ਜਾ ਕੇ ਗੁਰੂ ਘਰ ਆ ਜਾਇਆ ਕਰਾਂਗੇ, ਅੰਮ੍ਰਿਤ ਛਕ ਲਵਾਂਗੇ। ਤਾਂ ਜਦੋਂ ਬੰਦਾ ਜਵਾਨੀ ਚ ਹੁੰਦਾ ਨਾ, ਉਹਨੂੰ ਲੱਗਦਾ ਕਿ ਹਜੇ ਬਹੁਤ ਸਮਾਂ ਹੈਗਾ, ਗੁਰੂ ਵਾਲੇ ਬਣ ਜਾਵਾਂਗੇ। ਤਾਂ ਜਦੋਂ ਬਾਲਪਨ ਨਿਕਲ ਜਾਂਦਾ, ਜਵਾਨੀ ਨਿਕਲ ਜਾਂਦੀ ਹੈ, ਤਾਂ ਇਹ ਤਾਂ ਗੁਰੂ ਮਹਾਰਾਜ ਜਾਣਦੇ ਹਨ, ਅਕਾਲ ਪੁਰਖ ਵਾਹਿਗੁਰੂ ਜਾਣਦਾ ਹੈ ਕਿ ਬਚਪਨ ਤੋਂ ਬਾਅਦ ਜਵਾਨੀ ਆਉਣੀ ਹੈ ਕਿ ਨਹੀਂ, ਜਵਾਨੀ ਤੋਂ ਬਾਅਦ ਵਡੇਪਾ ਆਉਣਾ ਹੈ ਕਿ ਨਹੀਂ। ਤਾਂ ਸਾਹਿਬ ਜੀ ਕਿਰਪਾ ਕਰਦੇ ਹਨ, ਮਨਾ ਉਹ ਹੀ ਘੜੀ ਸੁਲੱਖਣੀ ਹੈ ਜਦੋਂ ਤੇਰੇ ਮੂੰਹ ਚੋਂ ਨਿਕਲ ਜਾਂਦਾ ਹੈ ਵਾਹਿਗੁਰੂ ਸਤਨਾਮ, ਵਾਹਿਗੁਰੂ ਸਤਨਾਮ। ਜਦੋਂ ਤੂੰ ਗੁਰੂ ਘਰ ਆ ਕੇ ਸੇਵਾ ਕਰਦਾ, ਮਨਾ ਮੂਰਖਾ ਖੁਦੀ ਦੇ ਵਿੱਚ ਆ ਕੇ ਤੈਨੂੰ ਨਾਮ ਕਰਤਾਰ ਦਾ ਭੁੱਲ ਗਿਆ। ਆਇਆ ਅੰਮ੍ਰਿਤ ਪਿਆਲੜਾ ਹੱਥ ਤੇਰੇ, ਠੇਡਾ ਵੱਜ ਕੇ ਗਾਫਲਾ ਡੁੱਲ ਗਿਆ। ਖਾਲੀ ਹੱਥੀਂ ਗਏ ਜਹਾਨ ਪਾਈਓ, ਛਤਰ ਜੰਨਾਂ ਦੇ ਅਸੀਸ ਤੇ ਝੁੱਲ ਗਿਆ। ਆਇਆ ਅੰਮ੍ਰਿਤ ਪਿਆਲੜਾ ਹੱਥ ਤੇਰੇ, ਠੇਡਾ ਵੱਜ ਕੇ ਗਾਫਲਾ ਡੁੱਲ ਗਿਆ। ਬਈ ਮੇਲਾ ਮੇਲੀਆਂ ਦਾ, ਪੈਸੇ ਧੇਲੀਆਂ ਦਾ। ਮੇਲਾ ਮੇਲੀਆਂ ਦਾ, ਪੈਸੇ ਧੇਲੀਆਂ ਦਾ, ਵਲੀ ਪੀਰ ਫਕੀਰ ਕੁਲਬਾਸ਼ਾਈਆਂ, ਸਾਥ ਛੱਡ ਕੇ ਯਾਰਾਂ ਬੇਲੀਆਂ ਦਾ। ਇਹ ਗੱਲ ਤਾਂ ਹਰ ਕੋਈ ਆਖਦਾ ਏ, ਮੇਲਾ ਮੇਲੀਆਂ ਦਾ, ਯਾਰਾਂ ਬੇਲੀਆਂ ਦਾ। ਵਲੀ ਨਬੀ ਫਕੀਰ ਨੇ ਤੁਰੇ ਜਾਂਦੇ, ਸਾਥ ਛੱਡ ਕੇ ਸੱਜਣਾ ਬੇਲੀਆਂ ਦਾ। ਉਹ ਰਾਂਝਾ ਭਾਈਆਂ ਨੂੰ ਛੱਡ ਫਕੀਰ ਹੋਇਆ, ਤੇ ਹੀਰ ਛੱਡ ਗਈ ਪੂਰ ਸਹੇਲੀਆਂ ਦਾ। ਇੱਕ ਦਿਨ ਅਸਾਂ ਵੀ ਸੰਗਤ ਜੀ ਤੁਰ ਜਾਣਾ, ਤੇ ਕੁੰਡਾ ਮਾਰ ਕੇ ਇਹਨਾਂ ਹਵੇਲੀਆਂ ਦਾ। ਵੇ ਇੱਕ ਦਿਨ ਅਸੀਂ ਵੀ ਸੰਗਤ ਜੀ ਤੁਰ ਜਾਣਾ, ਬੂਹਾ ਮਾਰ ਕੇ ਇਹਨਾਂ ਹਵੇਲੀਆਂ ਦਾ। ਇਹ ਸਾਡੀ ਸਾਰਿਆਂ ਦੀ ਵਾਰੀ ਆ ਜਾਣੀ ਹੈ। ਵਾਰੋ ਵਾਰੀ ਆਪਾਂ ਸਾਰਿਆਂ ਨੇ ਚਲੇ ਜਾਣਾ। ਕਿਉਂ ਨਾ ਆਪਾਂ ਨਾਮ ਜਪ ਲਈਏ, ਕਿਉਂ ਨਾ ਆਪਾਂ ਗੁਰੂ ਵਾਲੇ ਬਣ ਜਾਈਏ। ਅੱਗੇ ਜਾ ਕੇ ਕੁਝ ਬੇਨਤੀਆਂ ਕਰਾਂਗੇ। ਜਿਹੜੇ ਗੁਰੂ ਵਾਲੇ ਬਣੇ ਨਾ, ਉਹਨਾਂ ਨੇ ਆਪਣਾ ਸੀਸ ਤਲੀ ਤੇ ਰੱਖ ਕੇ ਕਲਗੀਧਰ ਸੱਚੇ ਪਾਤਸ਼ਾਹ ਜੀ ਨੂੰ ਆਖ ਦਿੱਤਾ, ਗਰੀਬ ਨਵਾਜ਼ ਸਤਿਗੁਰ ਸੱਚੇ ਪਾਤਸ਼ਾਹ, ਅੱਜ ਤੋਂ ਇਹ ਜਿਹੜਾ ਸਿਰ ਹੈ ਨਾ, ਇਹ ਤੇਰਾ ਹੈ, ਜਿੱਥੇ ਮਰਜ਼ੀ ਲਾ ਲਵੇਂ। ਚਮਕੌਰ ਦੇ ਵਿੱਚ ਐਸਾ ਹੀ ਹੋਇਆ। ਆਓ 1 ਮਿੰਟ ਵਾਸਤੇ ਮੈਂ ਤੁਹਾਨੂੰ ਅਨੰਦਪੁਰ ਸਾਹਿਬ ਲੈ ਚੱਲਾਂ। ਉਹ ਅਨੰਦਪੁਰ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਜਗ੍ਹਾ ਹੈ, ਜਿੱਥੇ ਮੇਰੇ ਕਲਗੀਧਰ ਸੱਚੇ ਪਾਤਸ਼ਾਹ ਜੀ 32-33 ਸਾਲ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਮਾਣੇ ਔਰ ਬੜੇ ਕੌਤਕ ਕੀਤੇ ਮੇਰੇ ਬਾਜਾਂ ਵਾਲੇ ਪ੍ਰੀਤਮ ਨੇ। ਥੋੜੀ ਉਮਰ ਸੀ, ਪੌਣੇ 42 ਵਰਿਆਂ ਦੀ ਉਮਰ ਕਲਗੀਧਰ ਸੱਚੇ ਪਾਤਸ਼ਾਹ ਦੀ, ਪਰ ਜੁੱਗਾਂ ਜਿੱਡਾ ਕੰਮ ਮੁਕਾ ਦਿੱਤਾ। ਇੱਥੇ ਹੀ ਖਾਲਸਾ ਪੰਥ ਦੀ ਸਿਰਜਣਾ ਕੀਤੀ। ਉਹ ਕਿੰਨਾ ਸੋਹਣਾ ਸਮਾਂ ਸੀ 1699 ਈਸਵੀ ਦਾ, ਜਦੋਂ ਮੇਰੇ ਬਾਜਾਂ ਵਾਲੇ ਪ੍ਰੀਤਮ ਨੇ ਦੇਖਿਆ ਕਿ ਭਾਰਤ ਦੇ ਲੋਕ ਗੁਲਾਮ ਹਨ ਔਰ ਇਹਨਾਂ ਨੂੰ ਆਜ਼ਾਦੀ ਦੇਣੀ ਹੈ, ਆਜ਼ਾਦੀ ਲੈ ਕੇ ਦੇਣੀ ਹੈ। ਤਾਂ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ 85,000 ਦਾ ਉਸ ਵੇਲੇ ਇਕੱਠ ਸੱਦਿਆ। ਇਤਿਹਾਸਕਾਰ ਦੱਸਦੇ ਨੇ, ਕੋਈ 80,000 ਵੀ ਦੱਸਦਾ ਹੈ ਕਿ ਆਪਾਂ ਚੜ੍ਹਦੀ ਕਲਾ ਤੋਂ ਅੱਜ ਦਾ ਪ੍ਰੋਗਰਾਮ ਸ਼ੁਰੂ ਕਰਨਾ ਹੈ।
ਇਸ ਸਾਲ ਨੂੰ ਆਪਾਂ ਵਧਾਏਗੀ ਦੇਣੀ ਹੈ ਔਰ ਆਪਣੇ ਮਨ ਵੀ ਆਪਾਂ ਚੜ੍ਹਦੀ ਕਲਾ ਦੇ ਵਿੱਚ ਕਰਨੇ ਹਨ। ਆਉਣ ਵਾਲੇ ਸਮੇਂ ਲਈ ਅਗਲੇ ਸਾਲ ਵੱਧ ਤੋਂ ਵੱਧ ਆਪਾਂ ਸਿਮਰਨ ਕਰਨਾ ਹੈ, ਵਾਹਿਗੁਰੂ ਦਾ ਜਾਪ ਕਰਨਾ ਹੈ, ਸੇਵਾ ਕਰਨੀ ਹੈ। ਨਵੇਂ ਘਰ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਨਵੇਂ ਦਰਬਾਰ ਦਿੱਤੇ ਹਨ। ਸੰਗਤ ਜੀ ਵੱਧ ਤੋਂ ਵੱਧ ਆਪਾਂ ਆ ਕੇ ਇੱਥੇ ਪ੍ਰਬੰਧਕਾਂ ਦੇ ਨਾਲ ਰਲ ਕੇ ਆਪਾਂ ਸੇਵਾ ਕਰਨੀ ਹੈ। ਸਤਿਗੁਰ ਸੱਚੇ ਪਾਤਸ਼ਾਹ ਜੀ ਦਾ ਦਰਬਾਰ ਲੱਗਾ ਹੋਇਆ ਹੈ। ਅੱਜ ਖਾਲਸਾ ਪੰਥ ਦੀ ਸਿਰਜਣਾ ਮਹਾਰਾਜ ਕਰਨ ਲੱਗੇ ਹਨ, ਜਿੱਥੋਂ ਆਪਾਂ ਗੱਲ ਅੱਜ ਆਪਾਂ ਸ਼ੁਰੂ ਕਰਨੀ ਹੈ। ਸਤਿਗੁਰ ਸੱਚੇ ਪਾਤਸ਼ਾਹ ਜੀ ਆਏ ਹਨ, ਸਰ ਕਰਦੀ ਕੱਢਦੇ ਹਨ ਮਿਆਨ ਚੋਂ ਤਲਵਾਰ, ਕਹਿੰਦੇ ਹਨ ਮੈਂ ਨਾਗਾਂ ਨੂੰ ਪਾਵਾਂਗਾ ਤੀਰਾਂ ਦੇ ਅੱਗੇ, ਮੈਂ ਬਿਜਲੀ ਨੂੰ ਚਾਹੂੰ ਸ਼ਮਸ਼ੀਰਾਂ ਦੇ ਅੱਗੇ, ਇਹ ਸਤਲੁਜ ਦੇ ਪਾਣੀ 'ਚ ਪਾ ਕੇ ਪਤਾਸੇ ਇਹਨਾਂ ਮੋਇਆਂ ਦੇ ਮੂੰਹ ਤੇ ਲਿਆਉਣੇ ਮੈਂ ਹਾਸੇ। ਉਹ ਕੰਮ ਜਿਹੜੇ ਰਹਿ ਗਏ ਕੰਮ ਤਾਂ ਉਹ ਅਧੂਰੇ, ਚਾਹੁੰਦਾ ਮੈਂ ਕਰਨੇ ਚੰਡੀ ਨਾਲ ਪੂਰੇ। ਉਹ ਸਾਗਰ ਦੇ ਸੀਨੇ ਨੂੰ ਅੱਗਾ ਮੈਂ ਲਾਉਂ, 1.25 ਲੱਖ ਵੈਰੀ ਨਾਲ ਇੱਕ ਨੂੰ ਲੜਾਉਂ, ਘੁੱਗੀਆਂ ਤੇ ਚਿੜੀਆਂ ਤੋਂ ਬਾਜ ਤੜਾਉਂ, ਤਵੇ ਗੋਬਿੰਦ ਸਿੰਘ ਨਾਮ ਕਹਾਉਂ। ਮੈਂ ਭਰ ਦੇਣੀ ਪੰਛੀ ਦੇ ਖੰਭਾਂ 'ਚ ਸ਼ਕਤੀ, ਮੈਂ ਭਰ ਦੇਣੀ ਪੰਛੀ ਦੇ ਖੰਭਾਂ 'ਚ ਸ਼ਕਤੀ, ਜੋ ਉੱਡ ਕੇ ਉਡਾ ਦੇਵੇ ਬੰਬਾਂ ਦੀ ਸ਼ਕਤੀ। ਕੋਈ ਸਾਰੀ ਦੁਨੀਆ ਪਿਆਰ 'ਚੋਂ ਪੈਦਾ, ਪਰ ਕਰਨੇ ਮੈਂ ਬੰਦੇ ਤਲਵਾਰ 'ਚੋਂ ਪੈਦਾ। ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਕਲਗੀ ਵਾਲਿਆ ਤੇਰੀਆਂ ਕਰਨੀਆਂ ਨੇ ਸਾਡਾ ਸੰਗਲ ਗੁਲਾਮੀ ਦਾ ਤੋੜ ਦਿੱਤਾ। ਮੇਲ ਜੋੜ ਕੇ ਚੋਹ ਸ਼੍ਰੇਣੀਆਂ ਨੂੰ ਨਵੇਂ ਮੋੜ ਵਾਲੇ ਕੌਮ ਨੂੰ ਮੋੜ ਦਿੱਤਾ। ਤਲਵਾਰ ਬਣਿਆ ਹੈ। ਮਾਂ ਗੁਜਰੀਏ ਤੇਰਾ ਦੁੱਧ ਮਨੁੱਖਤਾ ਲਈ ਉਪਕਾਰ ਬਣਿਆ ਹੈ। ਕਦੇ ਇਹ ਤੀਰ ਬਣਿਆ ਹੈ, ਕਦੇ ਇਹ ਤਲਵਾਰ ਬਣਿਆ ਹੈ। ਤੇਰੇ ਇਸ ਦੁੱਧ ਦੀ ਲਚਿਤ ਲਸਾਨੀ ਹੈ ਤੇ ਮਹਿਕ ਬੜੀ ਮਿੱਠੀ ਹੈ। ਤਾਈਓ ਗੋਬਿੰਦ ਤੇਰੀ ਗੋਦੀ ਦਾ ਸ਼ਿੰਗਾਰ ਬਣਿਆ ਹੈ। ਤੱਕੋ ਜਰਾ ਨਕਸ਼ਾ, ਪਰਿਵਾਰ ਬੈਠਾ ਅਨੰਦਪੁਰ ਸਾਹਿਬ ਵਿੱਚ। ਮਾਤਾ ਗੁਜਰੀ ਜੀ ਬੈਠੇ ਹਨ, ਮਾਤਾ ਜੀਤ ਕੌਰ ਜੀ ਬੈਠੇ ਹਨ। ਖੰਡੇ ਬਾਟੇ ਦਾ ਅੰਮ੍ਰਿਤ ਸਾਰੇ ਨੇ ਛਕ ਲਿਆ। 1699 ਤੋਂ ਬਾਅਦ ਦੀ ਗੱਲ ਹੈ। ਸਾਹਿਬਜ਼ਾਦਾ ਅਜੀਤ ਸਿੰਘ, ਸਾਹਿਬਜ਼ਾਦਾ ਜੁਝਾਰ ਸਿੰਘ ਬੈਠੇ ਹਨ, ਸਾਹਿਬਜ਼ਾਦਾ ਜੋਰਾਵਰ ਸਿੰਘ ਜੀ ਬੈਠੇ ਹਨ ਤੇ ਸਾਹਿਬਜ਼ਾਦਾ ਫਤਿਹ ਸਿੰਘ ਜੀ ਬੈਠੇ ਹਨ। ਮਾਤਾ ਅਜੀਤ ਕੌਰ ਜੀ ਨੇ ਆਖਿਆ, ਗੁਰਦੇਵ ਪਤੀ ਜੀ, ਸਾਹਿਬਜ਼ਾਦਾ ਅਜੀਤ ਸਿੰਘ ਤੇ ਸਾਹਿਬਜ਼ਾਦਾ ਜੁਝਾਰ ਸਿੰਘ ਵੱਡੇ ਹੋ ਚੁੱਕੇ ਹਨ। ਇੱਕ ਮੈਂ ਹੋਰ ਬੇਨਤੀ ਕਰਦੇ ਆ, ਜਦੋਂ ਭੰਗਾਣੀ ਦਾ ਜੰਗ ਜਿੱਤਿਆ ਨਾ ਮੇਰੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ, ਭੰਗਾਣੀ ਦਾ ਜੰਗ ਸਾਧ ਸੰਗਤ ਜੀ 9 ਘੰਟਿਆਂ ਦੇ ਵਿੱਚ ਜਿੱਤ ਹੋ ਗਿਆ ਸੀ। ਭੰਗਾਣੀ ਦਾ ਜੰਗ ਜਿੱਤ ਕੇ ਸ਼ਹਿਨशाह ਕਲਗੀਧਰ ਸੱਚੇ ਪਾਤਸ਼ਾਹ ਜੀ ਜਦੋਂ ਆ ਰਹੇ ਸਨ ਨਾ ਵਾਪਸ, ਗੁਰਸਿੱਖਾਂ ਨੇ ਪੁੱਛਿਆ, ਉਸ ਵੇਲੇ ਸਾਹਿਬਜ਼ਾਦਾ ਅਜੀਤ ਸਿੰਘ ਜੀ ਦਾ ਜਨਮ ਹੋਇਆ ਮਾਤਾ ਸੁੰਦਰ ਕੌਰ ਜੀ ਦੇ ਕੁੱਖੋਂ। ਸਿੱਖ ਸੰਗਤਾਂ ਨੇ ਵਧਾਈਆਂ ਦਿੱਤੀਆਂ ਔਰ ਆਖਿਆ, ਗਰੀਬ ਨਵਾਜ ਭਚੰਗੀ ਹੋਇਆ ਹੈ ਆਪ ਜੀ ਦੇ ਗ੍ਰਹਿ ਵਿਖੇ, ਦੱਸੋ ਇਸ ਭਚੰਗੀ ਦਾ ਨਾਂ ਕੀ ਰੱਖੀਏ। ਤਾਂ ਸ਼ਹਿਨशाह ਕਲਗੀਧਰ ਸੱਚੇ ਪਾਤਸ਼ਾਹ ਜੀ ਆਖਣ ਲੱਗੇ, ਇਹਦਾ ਨਾਂ ਰੱਖੋ ਅਜੀਤ ਸਿੰਘ, ਇਹ ਜਿੱਤਿਆ ਨਹੀਂ ਜਾਵੇਗਾ। ਕਿਉਂਕਿ ਜੰਗ ਜਿੱਤ ਕੇ ਆਏ ਸਨ। ਮਹਾਰਾਜ ਕਹਿੰਦੇ ਅਜੀਤ ਸਿੰਘ ਰੱਖੋ, ਇਹ ਜੰਗ ਜਿੱਤ ਕੇ ਜਿਹੜੇ ਵੀ ਜੰਗ ਨੂੰ ਜਾਵੇਗਾ ਹਾਰੇਗਾ ਨਹੀਂ। ਇਹਦਾ ਨਾਂ ਰੱਖੋ ਅਜੀਤ ਸਿੰਘ, ਇਹਨੂੰ ਕੋਈ ਜੰਗ ਦੇ ਵਿੱਚ ਜਿੱਤ ਨਹੀਂ ਸਕੇਗਾ। ਦੂਜੇ ਸਾਹਿਬਜ਼ਾਦੇ ਦਾ ਜਨਮ ਹੋਇਆ। ਗੁਰਸਿੱਖਾਂ ਨੇ ਫਿਰ ਪੁੱਛਿਆ, ਸਤਿਗੁਰੂ ਜੀ ਦੂਜੇ ਨੰਬਰ ਦੇ ਭਜੰਗੀ ਦਾ ਨਾਂ ਕੀ ਰੱਖੀਏ। ਸਾਹਿਬ ਜੀ ਕਹਿੰਦੇ, ਇਹਦਾ ਨਾਂ ਰੱਖੋ ਜੁਝਾਰ ਸਿੰਘ, ਇਹ ਜੰਗ ਦੇ ਵਿੱਚ ਜੂਝੇਗਾ। ਚਮਕੌਰ ਦੇ ਜੰਗ ਦੇ ਵਿੱਚ ਜੁਝਾਰ ਸਿੰਘ ਜੂਝਿਆ। ਤੀਸਰਾ ਸਾਹਿਬਜ਼ਾਦਾ ਆਇਆ,
ਸੰਗਤਾਂ ਨੇ ਉਹੀ ਸਵਾਲ ਕੀਤਾ। ਮਹਾਰਾਜ ਕਹਿੰਦੇ ਇਹਦਾ ਨਾਂ ਰੱਖੋ ਜੋਰਾਵਰ ਸਿੰਘ, ਇਹ ਜੋਰਾਵਰਾਂ ਦੇ ਟੱਕਰੇ ਕਰੇਗਾ। ਚੌਥਾ ਸਾਹਿਬਜ਼ਾਦੇ ਦਾ ਜਨਮ ਹੋਇਆ। ਫਿਰ ਸਿੰਘਾਂ ਨੇ ਪੁੱਛਿਆ ਸਤਿਗੁਰੂ ਜੀ ਭੁਜੰਗੀ ਦਾ ਨਾਂ ਕੀ ਰੱਖੀਏ? ਤਾਂ ਸਤਿਗੁਰੂ ਜੀ ਕਹਿੰਦੇ ਇਹਦਾ ਨਾਂ ਰੱਖੋ ਫਤਿਹ ਸਿੰਘ, ਇਹ ਜ਼ਾਲਮਾਂ ਤੇ ਫਤਿਹ ਪਾਵੇਗਾ। ਅੱਗੇ ਜਾ ਕੇ ਕੁਝ ਬੇਨਤੀਆਂ ਕਰਾਂਗੇ। ਸੋ ਸ੍ਰੀ ਅਕਾਲ। ਅੱਜ ਚਾਰੇ ਹੀ ਸਾਹਿਬਜ਼ਾਦੇ ਬੈਠੇ ਹਨ। ਮਾਤਾ ਜੀਤ ਕੌਰ ਜੀ ਆਖਣ ਲੱਗੇ ਪਤੀ ਗੁਰੂ ਸਾਹਿਬ ਜੀਓ, ਪਤੀ ਪਰਮੇਸ਼ਰ ਜੀਓ, ਹੁਣ ਆਪਣੇ ਦੋਵੇਂ ਸਾਹਿਬਜ਼ਾਦੇ ਜਵਾਨ ਹੋ ਗਏ ਹਨ, ਸਾਹਿਬਜ਼ਾਦਾ ਅਜੀਤ ਸਿੰਘ ਤੇ ਸਾਹਿਬਜ਼ਾਦਾ ਜੁਝਾਰ ਸਿੰਘ। ਤੁਸੀਂ ਇਹਨਾਂ ਬਾਰੇ ਕਦੇ ਸੋਚਿਆ? ਮੈਂ ਦੇਖਦੀ ਹਾਂ ਜੰਗਾਂ ਯੁੱਧਾਂ ਦਾ ਸਮਾਂ ਆ ਰਿਹਾ ਹੈ, ਕਿਉਂਕਿ ਉਸ ਵੇਲੇ ਜੰਗਾਂ ਛੜ ਪਈਆਂ ਸਨ 1699 ਈਸਵੀ ਤੋਂ ਬਾਅਦ। ਜੰਗਾਂ ਯੁੱਧਾਂ ਦਾ ਸਮਾਂ ਨੇੜੇ ਆ ਰਿਹਾ ਹੈ। ਆਪਾਂ ਕਿਉਂ ਨਾ ਪਹਿਲਾਂ ਦੋਹਾਂ ਹੀ ਸਾਹਿਬਜ਼ਾਦਿਆਂ ਦੀ ਮੰਗਣੀ ਕਰਾ ਦਈਏ। ਸੋਹਣੇ ਸੋਹਣੇ ਚੰਗੇ ਚੰਗੇ ਰਿਸ਼ਤੇ ਦੇਖ ਕੇ ਇਹਨਾਂ ਦਾ ਵਿਆਹ ਕਰਾ ਦਈਏ, ਮੰਗਣੀ ਕਰ ਦਈਏ। ਕਿਉਂਕਿ ਹਰ ਮਾਪੇ ਨੂੰ ਚਾਹ ਹੁੰਦਾ ਆਪਣੇ ਬੱਚਿਆਂ ਦੇ ਵਿਆਹ ਕਰਨ ਦਾ, ਚਾਹੇ ਉਹ ਬੱਚੀ ਹੋਵੇ ਤੇ ਚਾਹੇ ਉਹ ਬੱਚਾ ਹੋਵੇ। ਤਾਂ ਸਾਹਿਬ ਕਲਗੀਧਰ ਸੱਚੇ ਪਾਤਸ਼ਾਹ ਜੀ ਮੁਸਕਰਾਏ, ਆਖਣ ਲੱਗੇ ਜੀਤ ਕੌਰ ਜੀ ਮੈਂ ਤਾਂ ਇਹਨਾਂ ਦੇ ਮੰਗਣੇ ਬਹੁਤ ਚਿਰਾਂ ਦੇ ਕਰ ਚੁੱਕਾ ਹਾਂ, ਤੁਸੀਂ ਦੋਹਾਂ ਦੀ ਗੱਲ ਕਰਦੇ ਹੋ, ਮੈਂ ਤਾਂ ਚੌਂ ਦੇ ਮੰਗਣੇ ਕਰ ਦਿੱਤੇ। ਮਾਤਾ ਜੀ ਨੇ ਕੁਝ ਹਿਰਖ ਜਪਾਇਆ, ਹੈ ਸਤਿਗੁਰੂ ਜੀ ਮੈਂ ਦੋ ਦੀ ਗੱਲ ਕਰ ਰਹੀ ਹਾਂ, ਤੁਸੀਂ ਚੌਂ ਦੇ ਮੰਗਣੇ ਕਰ ਦਿੱਤੇ, ਸਾਨੂੰ ਦੱਸਿਆ ਨਹੀਂ। ਤਾਂ ਮਾਤਾ ਅਜੀਤ ਕੌਰ ਪੁੱਛਣ ਲੱਗੇ ਸਵਾਮੀ ਜੀ ਮੇਰੇ ਲਾਲ ਕਿੱਥੇ ਮੰਗ ਦਿੱਤੇ? ਕਿਹੜੇ ਕਿਹੜੇ ਇਹਨਾਂ ਦੇ ਰਿਸ਼ਤੇਦਾਰ ਹੋਣਗੇ, ਕਿੱਥੇ ਕਿੱਥੇ ਮੰਗੇ ਹਨ, ਕਿੱਦਾਂ ਕਿੱਦਾਂ ਜਨੇਤ ਜਾਊਗੀ, ਕਿਹੜੇ ਕਿਹੜੇ ਮੋਹਰਿਓਂ ਸਵਾਗਤ ਕਰਨਗੇ, ਕਿਹੜੇ ਕਿਹੜੇ ਉਸ ਵੇਲੇ ਬੈਂਡ ਬਾਜੇ ਵਜਾਉਣਗੇ, ਖੁਸ਼ੀਆਂ ਕਰਨਗੇ। ਤਾਂ ਸਤਿਗੁਰ ਸੱਚੇ ਪਾਤਸ਼ਾਹ ਜੀ ਜੋ ਉਸ ਵੇਲੇ ਦੇ ਬਚਨ ਹਨ ਬੜੇ ਧਿਆਨ ਨਾਲ ਸੁਣਿਓ ਕਿ ਸਤਿਗੁਰ ਸੱਚੇ ਪਾਤਸ਼ਾਹ ਜੀ ਦੱਸ ਰਹੇ ਹਨ ਕਿ ਜੀਤ ਕੌਰ ਮੈਂ ਤੇਰੇ ਦੋਏ ਲਾਡਲੇ ਇੱਕੋ ਹੀ ਵਾਰੀ ਮੰਗ ਦਿੱਤੇ ਹਨ। ਕਿੱਥੇ ਮੰਗੇ ਹਨ? ਕਵੀ ਜਥਾ ਹੇ ਇਉਂ ਬਿਆਨ ਕਰਦਾ, ਕਿਹਾ ਗੁਰਾਂ ਨੇ ਜੀਤੋ ਜੀ ਨੂੰ, ਕਿਹਾ ਗੁਰਾਂ ਨੇ ਜੀਤੋ ਜੀ ਨੂੰ, ਸਗਨ ਬਹੁਤ ਹੀ ਚੰਗੇ ਨੇ, ਦੁਨੀਆ ਨਾਲੋਂ ਵੱਖਰੀ ਥਾਈ, ਦੁਨੀਆ ਨਾਲੋਂ ਵੱਖਰੀ ਥਾਈ, ਲਾਲ ਤੁਸਾਂ ਦੇ ਮੰਗੇ ਨੇ, ਦੁਨੀਆ ਨਾਲੋਂ ਵੱਖਰੀ ਥਾਈ। ਕਾਰਜ ਜੋ ਇਹਨਾਂ ਦੇ ਹੋਣੇ, ਕਾਰਜ ਜੋ ਇਹਨਾਂ ਦੇ ਹੋਣੇ, ਨਹੀਂ ਕਿਸੇ ਦੇ ਸਕਦੇ ਹੋ, ਵੱਡੇ ਦੋ ਚਮਕੌਰ ਚਮੰਗੇ, ਤੇ ਛੋਟੇ ਸਰਹੰਦ ਵਿੱਚ ਦੋ, ਵੱਡੇ ਦੋ ਚਮਕੌਰ ਚਮੰਗੇ। ਕਿਹਾ ਗੁਰਾਂ ਨੇ ਜੀਤੋ ਜੀ ਨੂੰ, ਕਿਹਾ ਗੁਰਾਂ ਨੇ ਜੀਤੋ ਜੀ ਨੂੰ, ਸਗਨ ਬਹੁਤ ਹੀ ਚੰਗੇ ਨੇ, ਦੁਨੀਆ ਨਾਲੋਂ ਵੱਖਰੀ ਥਾਈ, ਦੁਨੀਆ ਨਾਲੋਂ ਵੱਖਰੀ ਥਾਈ, ਲਾਲ ਤੁਸਾਂ ਦੇ ਮੰਗੇ ਨੇ, ਦੁਨੀਆ ਨਾਲੋਂ ਵੱਖਰੀ ਥਾਈ। ਕਾਰਜ ਜੋ ਇਹਨਾਂ ਦੇ ਹੋਣੇ, ਕਾਰਜ ਜੋ ਇਹਨਾਂ ਦੇ ਹੋਣੇ, ਨਹੀਂ ਕਿਸੇ ਦੇ ਸਕਦੇ ਹੋ, ਵੱਡੇ ਦੋ ਚਮਕੌਰ ਚਮੰਗੇ, ਤੇ ਛੋਟੇ ਸਰਹੰਦ ਵਿੱਚ ਦੋ, ਵੱਡੇ ਦੋ ਚਮਕੌਰ ਚਮੰਗੇ। ਕਿਤੇ ਦੋ ਤਿਆਰ ਬਰਾਤਾਂ ਅੱਡੋ ਅੱਡੀ ਚੜਨਗੀਆਂ, ਹੋ ਕਿਤੇ ਦੋ ਤਿਆਰ ਬਰਾਤਾਂ ਅੱਡੋ ਅੱਡੀ ਚੜਨਗੀਆਂ, ਪੂਰੇ ਸਗਨ ਵਿਹਾਰ ਕਰਨ ਲਈ, ਪੂਰੇ ਸਗਨ ਵਿਹਾਰ ਕਰਨ ਲਈ, ਸਰਸਾ ਕੰਡੇ ਖੜਨਗੀਆਂ, ਪੂਰੇ ਸਗਨ ਵਿਹਾਰ ਕਰਨ ਲਈ। 1761 ਬਿਕਰਮੀ ਸ਼ੁਭ ਲਗਨ ਦਾ ਮਹੀਨਾ ਪੋ, ਵੱਡੇ
ਕੌਰ ਚ ਮੰਗੇ ਤੁਸਾਂ ਅਸਾਂ ਦੇ ਨਾਲ ਨਹੀਂ ਹੋਣਾ, ਤੁਸਾਂ ਅਸਾਂ ਦੇ ਨਾਲ ਨਹੀਂ ਹੋਣਾ। ਸਿੰਘ ਬਰਾਤੀ ਜਾਵਣਗੇ, ਵੱਡਿਆਂ ਦੇ ਮੈਂ ਸੰਗ ਹੋਵਾਂਗਾ, ਵੱਡਿਆਂ ਦੇ ਮੈਂ ਸੰਗ ਹੋਵਾਂਗਾ। ਜਦੋਂ ਆਨੰਦ ਪੜਾਵਣਗੇ, ਵੱਡਿਆਂ ਦੇ ਮੈਂ ਸੰਗ ਹੋਵਾਂਗਾ। ਰਾਤ ਬਰਾਤੇ ਕਾਰਜ ਕਰਨੇ, ਕਾਰਜ ਕਰਨੇ, ਕਾਰਜ ਕਰਨੇ। ਰਾਤ ਬਰਾਤੇ ਕਾਰਜ ਕਰਨੇ, ਕਰਕੇ ਨੇਕ ਕੰਮਾਂ ਦੀ ਲੋ ਵੱਡੇ ਦੋ ਚਮਕੌਰ ਚ ਮੰਗੇ। ਤੇ ਛੋਟੇ ਸਰਹੰਦ ਵਿੱਚ ਦੋ ਵੱਡੇ ਦੋ ਚਮਕੌਰ ਚ ਮੰਗੇ। ਛੋਟੀਆਂ ਦੋ ਲਾਲਾਂ ਦੇ ਦਾਤੀ, ਮਾਤਾ ਸਗਨ ਮਨਾਵੇਗੀ। ਛੋਟੀਆਂ ਦੋ ਲਾਲਾਂ ਦੇ ਦਾਦੀ, ਮਾਤਾ ਸਗਨ ਮਨਾਵੇਗੀ। ਗੰਗੂ ਬ੍ਰਾਹਮਣ ਬਣੂ ਵਿਚੋਲਾ, ਗੰਗੂ ਬ੍ਰਾਹਮਣ ਬਣੂ ਵਿਚੋਲਾ। ਮਾਂ ਕੋੜੀਆਂ ਗਾਵੇਗੀ, ਗੰਗੂ ਬ੍ਰਾਹਮਣ ਬਣੂ ਵਿਚੋਲਾ। ਲੈ ਕੇ ਫੇਰੇ ਨਾਲ ਆਜ਼ਾਦੀ, ਲੈ ਕੇ ਫੇਰੇ ਨਾਲ ਆਜ਼ਾਦੀ। ਜਾਣ ਨੀਹਾਂ ਵਿੱਚ ਖਲੋ ਵੱਡੇ ਦੋ ਚਮਕੌਰ ਚ ਮੰਗੇ। ਤੇ ਛੋਟੇ ਸਰਹੰਦ ਵਿੱਚ ਦੋ ਵੱਡੇ ਦੋ ਚਮਕੌਰ ਚ ਮੰਗੇ। ਤੂਤੀਆਂ ਵਾਜਿਆਂ ਵਾਲੇ ਜੀਤੋ, ਤੂਤੀਆਂ ਵਾਜਿਆਂ ਵਾਲੇ ਜੀਤੋ। ਦਿੱਲੀ ਸੈਰੋਂ ਆਉਣੇ ਨੇ, ਇਹਨਾਂ ਦੇ ਉੱਤੇ ਅਰਸੋਂ ਫੁੱਲ ਬਰਸਾਉਣੇ ਨੇ। ਅਰਸ ਵਿੱਚੋਂ ਦੇਵਤਿਆਂ ਨੇ ਹਾਰ ਪਾਉਣ ਲਈ ਪੁੱਤਰ ਤੇਰਾ, ਹਾਰ ਪਾਉਣ ਲਈ ਪੁੱਤਰ ਤੇਰਾ। ਲੈਣ ਤੀਰਾਂ ਨਾਲ ਪਰੋ ਵੱਡੇ ਦੋ ਚਮਕੌਰ ਚ ਮੰਗੇ। ਤੇ ਛੋਟੇ ਸਰਹੰਦ ਵਿੱਚ ਦੋ ਵੱਡੇ ਦੋ ਚਮਕੌਰ ਚ ਮੰਗੇ। 10 ਲੱਖ ਤੋਂ ਵੱਧ ਲੋਕ ਇਕੱਠੇ ਵੇਖਣਗੇ ਚੰਨ ਤੇਰਿਆਂ ਨੂੰ। 10 ਲੱਖ ਤੋਂ ਵੱਧ ਲੋਕ ਇਕੱਠੇ ਵੇਖਣਗੇ ਚੰਨ ਤੇਰਿਆਂ ਨੂੰ। ਧਰਮਰਾਜ ਬੰਨੇਗਾ ਆ ਕੇ, ਧਰਮਰਾਜ ਬੰਨੇਗਾ ਆ ਕੇ। ਮੱਥੇ ਉੱਤੇ ਸ਼ੇਰਿਆਂ ਨੂੰ ਧਰਮਰਾਜ ਬੰਨੇਗਾ ਆ ਕੇ। ਲਾਰੀਆਂ ਲੱਭ ਕੇ ਲੜਕੇ ਤੇਰੇ ਚਰਨ ਚੁੰਮਣਗੀਆਂ, ਚਰਨੀ ਛੋ। ਲਾਰੀਆਂ ਲੱਭ ਕੇ ਲੜਕੇ ਤੇਰੇ ਚਰਨ ਚੁੰਮਣਗੀਆਂ, ਚਰਨੀ ਛੋ। ਵੱਡੇ ਦੋ ਚਮਕੌਰ ਚ ਮੰਗੇ। ਤੇ ਛੋਟੇ ਸਰਹੰਦ ਵਿੱਚ ਦੋ ਵੱਡੇ ਦੋ ਚਮਕੌਰ ਚ ਮੰਗੇ। ਤੋੜ ਦੇਣਗੇ ਲਾਲ ਤੁਸਾਂ ਦੇ, ਹੋ ਤੋੜ ਦੇਣਗੇ ਲਾਲ ਤੁਸਾਂ ਦੇ। ਜ਼ਬਰ ਜ਼ੁਲਮ ਦੇ ਸੰਗਲ ਨੂੰ ਪਰੀਆਂ ਆਉਣਾ, ਅਰਸਾਂ ਵਿੱਚੋਂ ਪਰੀਆਂ ਆਉਣਾ। ਅਰਸਾਂ ਵਿੱਚੋਂ ਗਾਉਣ ਖੁਸ਼ੀ ਦੇ ਮੰਗਲ ਨੂੰ ਪਰੀਆਂ ਆਉਣਾ। ਅਰਸਾਂ ਵਿੱਚੋਂ ਐਸੇ ਹੋਣੇ ਆਨੰਦ ਚੌਹਾਨ।
ਆਨੰਦ ਚੌਹਾਂ ਦੇ ਲੈਣਗੇ ਸਾਰੀ ਦੁਨੀਆ ਮੋ ਵੱਡੇ ਦੋ ਚਮਕੌਰ ਚਮੰਗੇ ਫੇਰ ਛੋਟੇ ਸਰਹੰਦ ਵਿੱਚ ਦੋ ਵੱਡੇ ਦੋ ਚਮਕੌਰ ਚਮੰਗੇ। ਵੇ ਪੁੱਤਾਂ ਵਾਲਿਓ, ਪੁੱਤਾਂ ਦੀ ਦਾਤ ਵੱਡੀ, ਪੁੱਤਾਂ ਵਾਲਿਓ, ਪੁੱਤਾਂ ਦੀ ਦਾਤ ਵੱਡੀ। ਉਹ ਸਿਰੇ ਪੁੱਤਾਂ ਦੇ ਸਿਰ ਹੀ ਸਜਾਏ ਜਾਂਦੇ, ਪਰ ਧੀਆਂ ਵਾਲਿਓ ਤੁਸੀਂ ਵੀ ਘੱਟ ਨਹੀਂ ਹੋ। ਧੀਆਂ ਦੇ ਕੇ ਪੁੱਤਰ ਬਣਾਏ ਜਾਂਦੇ, ਪਰ ਇੱਥੇ ਦੋ ਧੀਆਂ ਆਈਆਂ, ਲਾੜੀਆਂ ਬਣ ਕੇ ਆਈਆਂ ਚਮਕੌਰ। ਗਿਣਤੀ ਵੀ ਬੜੀ ਥੋੜੀ, 40 ਕੁ ਗਿਣਤੀ। ਜਿੱਥੇ ਸਾਹਿਬਜ਼ਾਦਾ ਅਜੀਤ ਸਿੰਘ ਜੁਝਾਰ ਸਿੰਘ ਦਾ ਮੰਗਣਾ ਹੋਇਆ, ਜਿੱਥੇ ਉਹਦਾ ਵਿਆਹ ਹੋਇਆ, ਬੜੀ ਛੇਤੀ ਸਮਾਂ ਆ ਗਿਆ। ਸਾਹਿਬ ਜੀ ਨੇ ਜੀਤ ਕੌਰ ਨੂੰ, ਮਾਤਾ ਗੁਜਰ ਕੌਰ ਨੂੰ ਦੱਸ ਦਿੱਤਾ ਕਿ ਆਉਣ ਵਾਲਾ ਸਮਾਂ ਇਹੋ ਜਿਹਾ ਸਮਾਂ ਹੈ, ਛੋਟਿਆਂ ਦਾ ਗੰਗੂ ਵਿਚੋਲਾ ਬਣ ਜਾਵੇਗਾ, ਸਰਹੰਦ ਦੇ ਵਿੱਚ ਮੰਗੇ ਜਾਣਗੇ। ਹਰੇਕ ਮਾਪੇ ਨੂੰ ਚਾਹ ਹੁੰਦਾ ਮੈਂ ਪੁੱਤਰਾਂ ਦੇ ਧੀਆਂ ਦੇ ਵਿਆਹ ਕਰਾਂ। ਇੱਕ ਗੱਲ ਯਾਦ ਰੱਖਿਓ, ਮਾਪਿਆਂ ਵਾਸਤੇ 2 ਦਿਨ 2 ਸਮੇਂ ਬੜੇ ਹੀ ਖੁਸ਼ੀਆਂ ਭਰੇ ਹੁੰਦੇ ਹਨ ਜਦੋਂ ਸਾਡੇ ਗ੍ਰਹਿ ਵਿਖੇ ਬੱਚੀ ਜਾਂ ਬੱਚੇ ਦਾ ਜਨਮ ਹੁੰਦਾ। ਦੂਸਰੀ ਖੁਸ਼ੀ ਉਦੋਂ ਹੁੰਦੀ ਹੈ ਜਦੋਂ ਉਸ ਬੱਚੇ ਬੱਚੀ ਦਾ ਅਸੀਂ ਵਿਆਹ ਕਰਦੇ ਹਾਂ। ਮਾਤਾ ਪਿਤਾ ਆਪਣੀਆਂ ਰੀਝਾਂ ਪੂਰੀਆਂ ਕਰਦੇ ਹਨ। ਮੇਰੇ ਵਾਜਾਂ ਵਾਲੇ ਪ੍ਰੀਤਮ ਨੇ ਰੀਝਾਂ ਪੂਰੀਆਂ ਕੀਤੀਆਂ, ਅੱਗੇ ਜਾ ਕੇ ਬੇਨਤੀਆਂ ਕਰਾਂਗੇ। ਉਹ ਸਮਾਂ ਬਹੁਤ ਛੇਤੀ ਆ ਗਿਆ। ਅਨੰਦਪੁਰ ਸਾਹਿਬ ਦੇ ਕਿਲੇ ਨੂੰ ਪੈ ਗਿਆ ਘੇਰਾ, ਔਰ ਇਤਿਹਾਸਕਾਰ ਦੱਸਦੇ ਨੇ ਕਿ ਔਰੰਗਜ਼ੇਬ ਨੇ ਉਚੇਚਾ ਜਰਨੈਲ ਭੇਜੇ ਸਨ, ਵਜੀਦ ਖਾਨ ਵਰਗੇ, ਜ਼ਬਰਦਸਤ ਖਾਨ ਵਰਗੇ। ਬੜੀ ਗਿਣਤੀ ਦੇ ਵਿੱਚ ਲਗਾਤਾਰ ਘੇਰਾ ਪੈਂਦਾ ਗਿਆ। ਸ਼ੇਰਾਂ ਵਰਗੇ ਸਿੰਘ ਸੁੱਕ ਕੇ ਭੁੱਖ ਦੇ ਦੁੱਖੋਂ ਤੰਗ ਹੋ ਕੇ, ਸ਼ੇਰਾਂ ਵਰਗੇ ਗੱਭਰੂ ਸੁੱਕ ਕੇ ਤੀਲਾ ਹੋ ਗਏ। ਕਈਆਂ ਨੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੂੰ ਇਹ ਵੀ ਲਿਖ ਕੇ ਦੇ ਦਿੱਤਾ ਕਿ ਅੱਜ ਤੋਂ ਲਾ ਕੇ ਨਾ ਤੂੰ ਸਾਡਾ ਗੁਰੂ ਤੇ ਨਾ ਅਸੀਂ ਤੇਰੇ ਸਿੰਘ, ਬੇਦਾਵਾ ਲਿਖ ਕੇ ਦੇ ਦਿੱਤਾ। 14 ਜਨਵਰੀ ਨੂੰ ਆਪਾਂ ਉਹ ਵੀ ਦਿਨ ਮਨਾਉਣਾ ਹੈ। ਘੇਰਾ ਪੈ ਗਿਆ ਬੜਾ ਜ਼ਬਰਦਸਤ, ਇੱਥੋਂ ਤਾਈਂ ਕਿ ਜਿਹੜੇ ਸਿੰਘ ਸਨ ਉਹ ਵੀ ਸਤਿਗੁਰ ਸੱਚੇ ਪਾਤਸ਼ਾਹ ਜੀ ਨੂੰ ਆਖਣ ਲੱਗੇ, ਦੀਨ ਦਿਆਲ ਹੁਣ ਤਾਂ ਜਿਹੜੇ ਵੈਰੀ ਹਨ 22 ਧਾਰ ਦੇ ਰਾਜੇ ਔਰ ਮੁਗਲ ਸੈਨਾ ਵਾਲੇ, ਉਹ ਹੁਣ ਆਖ ਰਹੇ ਹਨ ਕਿ ਇੱਕ ਵਾਰੀ ਕਿਲਾ ਛੱਡ ਦੇਵੋ। ਸਤਿਗੁਰ ਸੱਚੇ ਪਾਤਸ਼ਾਹ ਜੀ ਆਖਣ ਲੱਗੇ, ਨਹੀਂ ਇਹਨਾਂ ਦੀਆਂ ਕਸਮਾਂ ਤੇ, ਕਿਉਂਕਿ ਕਸਮਾਂ ਖਾਂਦੇ ਸਨ। ਗਾਂ ਦੀ ਕਸਮ ਖਾਧੀ 22 ਧਾਰ ਦੇ ਰਾਜਿਆਂ ਨੇ, ਹਿੰਦੂ ਰਾਜਿਆਂ ਨੇ। ਇਧਰ ਕੁਰਾਨ ਦੀਆਂ ਕਸਮਾਂ ਖਾਧੀਆਂ ਮੁਗਲ ਜਰਨੈਲਾਂ ਨੇ, ਉਹ ਵੀ ਔਰੰਗਜ਼ੇਬ ਦੀ ਇਜਾਜ਼ਤ ਦੇ ਨਾਲ, ਵੀ ਇੱਕਦਮ ਘੇਰਾ ਸਤਿਗੁਰ ਸੱਚੇ ਪਾਤਸ਼ਾਹ ਜੀ ਖਾਲੀ ਕਰ ਦੇਣ ਅਨੰਦਪੁਰ ਸਾਹਿਬ ਦੇ ਕਿਲੇ ਨੂੰ। ਸਾਧ ਸੰਗਤ ਜੀ, ਇਹ ਉਹ ਅਨੰਦਪੁਰ ਸਾਹਿਬ ਦੀ ਧਰਤੀ ਹੈ ਜਿਹਦੇ ਬਾਰੇ ਸ਼ਾਇਰ ਨੇ ਆਖਿਆ, ਨੀ ਅਨੰਦਪੁਰ ਦੀ ਇਹ ਧਰਤੀ ਏ, ਇੱਕ ਪਿਆਰ ਦੀ ਦੁਨੀਆ ਹੈ ਤੂੰ, ਉਹ ਸੋਹਣੇ ਸੱਚੇ ਸ਼ਹਿਨशाह ਦਿਲਦਾਰ ਦੀ ਦੁਨੀਆ ਹੈ ਤੂੰ। ਤੈਨੂੰ ਯਾਦ ਹੈ ਕਹਾਣੀ ਉਹ ਜ਼ੁਲਮ ਤੇ ਤੂਫਾਨ ਦੀ, ਜ਼ੁਲਮੀ ਤਲਵਾਰ ਨੱਚ ਉੱਠੀ ਤਕਦੀਰ ਹਿੰਦੁਸਤਾਨ ਦੀ। ਕਿਉਂਕਿ ਇਸ ਅਨੰਦਪੁਰ ਸਾਹਿਬ ਦੀ ਧਰਤੀ ਤੇ ਇੱਥੇ ਡਿੱਗੀਆਂ ਤੇ ਟਿੱਠੀਆਂ ਨੂੰ ਉਠਾਇਆ ਗਿਆ ਸੀ, ਜ਼ਿੰਦਗੀ ਨੂੰ ਮੌਤ ਦਾ ਨਗਮਾ ਸੁਣਾਇਆ ਗਿਆ ਸੀ। ਜਿਹੜੇ ਬੇਗੈਰਤੇ ਸਨ, ਜਿਨ੍ਹਾਂ ਤੇ ਤਸ਼ੱਦਦ ਹੁੰਦਾ ਸੀ, ਉਹਨਾਂ ਨੂੰ ਸੀਨੇ ਦੇ ਨਾਲ ਲਾਇਆ ਗਿਆ ਸੀ, ਉਹਨਾਂ ਨੂੰ ਨਵਾਂ ਜੀਵਨ ਮਿਲਿਆ 1699 ਤੋਂ ਬਾਅਦ ਖੰਡੇ ਬਾਟੇ ਦਾ ਅੰਮ੍ਰਿਤ ਛਕ ਕੇ। ਘੇਰਾ ਪੈ ਗਿਆ, ਉਹ ਵੀ ਸਮਾਂ ਆਇਆ। ਮੇਰੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਆਪਣੇ ਪਿਤਾ ਦੀ ਵਸਾਈ ਹੋਈ ਅਨੰਦਪੁਰ ਸਾਹਿਬ ਦੀ ਧਰਤੀ ਨੂੰ ਅਲਵਿਦਾ ਆਖ ਦਿੱਤਾ। 6 ਪੋਹ ਦੀ ਰਾਤ ਢਲਣ ਲੱਗੀ ਹੈ, 7 ਪੋਹ ਚੜ੍ਹਨ ਵਾਲਾ ਹੈ। 12 ਵਜੇ ਦੇ ਨਾਲ ਉਧਰੋਂ ਬਿਜਲੀ ਗੜਕ ਰਹੀ ਹੈ ਅਸਮਾਨੀ। ਕਹਿੰਦੇ ਨੇ ਕਿ ਉਧਰੋਂ ਵਰਖਾ ਬੜੀ ਜ਼ੋਰ ਤੇ ਹੈ, ਠੰਡ ਹੈ, ਲੋਹੜੇ ਦੀ ਠੰਡ ਹੈ। ਮੇਰੇ ਕਲਗੀਧਰ ਸੱਚੇ ਪਾਤਸ਼ਾਹ ਜੀ ਨੇ ਅਨੰਦਪੁਰ ਸਾਹਿਬ ਦਾ ਕਿਲਾ ਇਉਂ ਉਸ ਵੇਲੇ ਛੱਡ ਰੌਣਕਾਂ ਬਣੀਆਂ ਤੇ ਛੱਡ ਮਹਿਲ ਮਨਾਰਿਆਂ ਨੂੰ, ਤੁਰੇ ਸੂਰਮੇ ਨਾਲ ਗੁਰਾਂ ਦੇ ਛੱਡ ਜਕਾਰਿਆਂ ਨੂੰ, ਤੁਰੇ ਸੂਰਮੇ ਨਾਲ ਗੁਰਾਂ ਦੇ ਛੱਡ ਜਕਾਰਿਆਂ ਨੂੰ। ਉਹ ਤੁਰੋ ਖਾਲਸਾ ਵਾਟ ਮੁਕਾ ਬਿਰਦਾ ਦੇ ਪੰਦਾਂ ਦੀ, ਖਾਲੀ ਕਰਕੇ ਤੁਰ ਪੈ ਸਤਿਗੁਰਪੁਰੀ ਆਨੰਦਾਂ ਦੀ, ਖਾਲੀ ਕਰਕੇ ਤੁਰ ਪੈ ਸਤਿਗੁਰਪੁਰੀ ਆਨੰਦਾਂ ਦੀ। ਛੱਡ ਰੌਣਕਾਂ ਬਣੀਆਂ
ਛੱਡ ਜਕਾਰਿਆਂ ਨੂੰ, ਤੁਰੇ ਸੂਰਮੇ ਨਾਲ ਗੁਰਾਂ ਦੇ ਛੱਡ ਜਕਾਰਿਆਂ ਨੂੰ। ਜੀ ਤੁਰੋ ਖਾਲਸਾ ਬਾਟ ਮੁਕੇ ਫਿਰ ਤਾਰਿਆ ਪੰਦਾਂ ਦੀ, ਖਾਲੀ ਕਰਕੇ ਤੁਰ ਪੈ ਸਤਿਗੁਰ ਪੁਰੀ ਆਨੰਦਾਂ ਦੀ, ਖਾਲੀ ਕਰਕੇ ਤੁਰ ਪੈ ਸਤਿਗੁਰ ਪੁਰੀ ਆਨੰਦਾਂ ਦੀ। ਨਾਲ ਗੁਰਾਂ ਦੇ ਮਾਤਾ ਗੁਜਰੀ ਸ਼ੁਕਰ ਮਨਾ ਰਹੀ ਸੀ, ਨਾਲ ਗੁਰਾਂ ਦੇ ਮਾਤਾ ਗੁਜਰੀ ਸ਼ੁਕਰ ਮਨਾ ਰਹੀ ਸੀ। ਛੋਟੇ ਪੁੱਤੇ ਗੋਦ ਬਿਠਾ ਕੇ ਮੂਰੇ ਜਾ ਰਹੀ ਸੀ, ਛੋਟੇ ਪੁੱਤੇ ਗੋਦ ਬਿਠਾ ਕੇ ਮੂਰੇ ਜਾ ਰਹੀ ਸੀ। ਉਹ ਠੰਡ ਸਿਆਲ ਦੀ ਸੀਨਾ ਠਾਰੇ ਦੁੱਧ ਦੀਆਂ ਦੰਦਾਂ ਦੀ, ਖਾਲੀ ਕਰਕੇ ਤੁਰ ਪੈ ਸਤਿਗੁਰ ਪੁਰੀ ਆਨੰਦਾਂ ਦੀ, ਖਾਲੀ ਕਰਕੇ ਤੁਰ ਪੈ ਸਤਿਗੁਰ ਪੁਰੀ ਆਨੰਦਾਂ ਦੀ। ਉਹ ਸਿੰਘ ਘੋੜਿਆਂ ਉੱਤੇ ਤੇ ਪੈਦਲ ਕਈ ਜਾ ਰਹੇ ਸੀ, ਸਿੰਘ ਘੋੜਿਆਂ ਉੱਤੇ ਤੇ ਪੈਦਲ ਕਈ ਜਾ ਰਹੇ ਸੀ। ਤੱਕ ਅੰਬਰ ਦੇ ਤਾਰੇ ਨੈਣੋ ਨੀਰ ਵਹਾ ਰਹੇ ਸੀ, ਤੱਕ ਅੰਬਰ ਦੇ ਤਾਰੇ ਨੈਣੋ ਨੀਰ ਵਹਾ ਰਹੇ ਸੀ। ਮੂਹਰੇ ਜੋੜੀ ਲਾ ਲਈ ਦੋ ਵੱਡੀਆਂ ਫੁਰਜੰਦਾਂ ਦੀ, ਮੂਹਰੇ ਜੋੜੀ ਲਾ ਲਈ ਦੋ ਵੱਡੀਆਂ ਫੁਰਜੰਦਾਂ ਦੀ, ਖਾਲੀ ਕਰਕੇ ਤੁਰ ਪੈ ਸਤਿਗੁਰ ਪੁਰੀ ਆਨੰਦਾਂ ਦੀ, ਖਾਲੀ ਕਰਕੇ ਤੁਰ ਪੈ ਸਤਿਗੁਰ ਪੁਰੀ ਆਨੰਦਾਂ ਦੀ। ਆਪਣਾ ਮਨ ਅਕਾਲ ਪੁਰਖ ਦਾ ਤੁਰ ਪੈ ਡੇਰੇ ਚੋਂ, ਸੋਧ ਤੁਰੇ ਅਰਦਾਸਾਂ ਸੀ 10 ਲੱਖ ਦੇ ਘੇਰੇ ਚੋਂ, ਸੋਧ ਤੁਰੇ ਅਰਦਾਸਾਂ ਸੀ 10 ਲੱਖ ਦੇ ਘੇਰੇ ਚੋਂ। ਉਹ ਪਈ ਪਰਖ ਵਿੱਚ ਘੜੀ ਦਸੇ ਜੀਤਰੇ ਚੰਦਾਂ ਦੀ, ਖਾਲੀ ਕਰਕੇ ਤੁਰ ਪੈ ਸਤਿਗੁਰ ਪੁਰੀ ਆਨੰਦਾਂ ਦੀ, ਖਾਲੀ ਕਰਕੇ ਤੁਰ ਪੈ ਸਤਿਗੁਰ ਪੁਰੀ ਆਨੰਦਾਂ ਦੀ। ਆਪਣਾ ਮਹੀਨਾ ਠੰਡ ਕਰਦੀ ਸੀਨਾ ਠਾਰ ਪਈ, ਪੌਦਾ ਮਹੀਨਾ ਠੰਡ ਕਰਦੀ ਸੀਨਾ ਠਾਰੇ ਪਈ। ਸਰਸਾ ਨਦੀ ਸਾਹਮਣੇ ਦਿਸਦੀ ਠਾਠਾ ਮਾਰੇ ਪਈ, ਸਰਸਾ ਨਦੀ ਸਾਹਮਣੇ ਦਿਸਦੀ ਠਾਠਾ ਮਾਰੇ ਪਈ। ਓ ਰੜੇ ਖਲੋ ਗਏ ਓਟ ਛੱਡ, ਰੜੇ ਖਲੋ ਗਏ ਓਟ ਛੱਡ ਕਿਲਿਆਂ ਦੇ ਕੰਧਾਂ ਦੀ, ਖਾਲੀ ਕਰਕੇ ਤੁਰ ਪੈ ਸਤਿਗੁਰ ਪੁਰੀ ਆਨੰਦਾਂ ਦੀ, ਖਾਲੀ ਕਰਕੇ ਤੁਰ ਪੈ ਸਤਿਗੁਰ ਪੁਰੀ ਆਨੰਦਾਂ ਦੀ। ਉਹ ਪੱਟ ਹਡਾਉਣੇ ਮਖਮਲ ਦੇ ਸਰਦੀ ਵਿੱਚ ਜਾ ਰਹੇ ਸੀ, ਪੱਟ ਹਡਾਉਣੇ ਮਖਮਲ ਦੇ ਸਰਦੀ ਵਿੱਚ ਜਾ ਰਹੇ ਸੀ। ਕੌਮ ਦੀ ਨਵੀਂ ਉਸਾਰੀ ਖਾਤਰ ਕਸ਼ਟ ਉਠਾ ਰਹੇ ਸੀ, ਕੌਮ ਦੀ ਨਵੀਂ ਉਸਾਰੀ ਖਾਤਰ ਕਸ਼ਟ ਉਠਾ ਰਹੇ ਸੀ। ਉਹ ਰੱਖੀ ਨਹੀਂ ਪਰਵਾਹ ਕਿਸੇ ਵੀ ਖਾਨਾ ਖੰਦਾਂ ਦੀ, ਖਾਲੀ ਕਰਕੇ ਤੁਰ ਪੈ ਸਤਿਗੁਰ ਪੁਰੀ ਆਨੰਦਾਂ ਦੀ, ਖਾਲੀ ਕਰਕੇ ਤੁਰ ਪੈ ਸਤਿਗੁਰ ਪੁਰੀ ਆਨੰਦਾਂ ਦੀ। ਉਹ ਕਵੀਆਂ ਦੀ ਰਚਨਾ ਤੇ ਮਾਇਆ ਭੇਟਾ ਸਰਸਾ ਦੇ ਕਰੀ, ਕਵੀਆਂ ਦੀ ਰਚਨਾ ਤੇ ਮਾਇਆ ਸਰਸਾ ਭੇਟ ਕਰੀ। ਦੁਖੀਆਂ ਦੇ ਦੁੱਖਾਂ ਦੀ ਗਠੜੀ ਵਿਚਵਨ ਕੇ ਸੀਸ ਤਰੀ, ਦੁਖੀਆਂ ਦੇ ਦੁੱਖਾਂ ਦੀ ਗਠੜੀ ਹੱਸ ਕੇ ਸੀਸ ਤਰੀ। ਉਹ ਮਸਤਾਂ ਰੀਲ ਲਗਾਤੀ ਸੀ ਸਤਿਗੁਰ ਦੇ ਛੰਦਾਂ ਦੀ, ਖਾਲੀ ਕਰਕੇ ਤੁਰ ਪੈ ਸਤਿਗੁਰ ਪੁਰੀ ਆਨੰਦਾਂ ਦੀ, ਖਾਲੀ ਕਰਕੇ ਤੁਰ ਪੈ ਸਤਿਗੁਰ ਪੁਰੀ ਆਨੰਦਾਂ ਦੀ। ਬਈ ਖਾਲੀ ਕਰਕੇ ਤੁਰ ਪੈ ਸਤਿਗੁਰ ਪੁਰੀ ਆਨੰਦਾਂ ਦੀ, ਨਾ ਚਾਹੁੰਦੇ ਹੋਏ ਵੀ
क्योंकि पहला साहब जी ने ना कर दी सी। साहबा ने आख्या सिंघो दुश्मन होके जो करे मित्रताई की बात कदे वसा ना कीजिए अंत करे ओ घात इन्हां ते एतवार नहीं कीता जा सकदा। पर जदों उन्हीं कुरान दियां ते गऊ दियां कसमां खाधियां हुण सतगुरु सच्चे पातशाह जी कहंदे नहीं हुण इन्हां ने अपने रब नूं अपने अल्लाह नूं दरम्यान रख के कसमां खा लईआं। हुण असीं आनंदपुर साहिब दा किला छड्ड जावांगे। सतगुरु सच्चे पातशाह जी ने आनंदपुर साहिब दा किला छड्डिया। सतगुरु सच्चे पातशाह जी जे कहंदे ने कि जदों पहिलां हना खच्चरां दे उत्ते कुछ माल भेजिया, क्योंकि ਸਿੰਘਾਂ ਨੂੰ ਦਿਖਾਲਣਾ भी सी ना कि ਜਿਹੜੇ दुश्मन ਹਨ ਉਹ ਤੁਹਾਡੇ ਨਾਲ हेरा फेरी करनगे। ਤਾਂ सतगुरु सच्चे पातशाह जी ਦੇ ਕੌਤਕ ਸਨ, माल भेज ਦਿੱਤਾ खच्चरां ते और उन्होंने उस ही वेले हल्ला बोल दिता। और इत्थे बाबा हरा सिंह जी जेड़े भाई साहब 50 प्यारिਆਂ चो हिम्मत सिंह जी 50 प्यारिਆਂ चो भाई साहब भाई हिम्मत सिंह जी उन्होंने चाचा जी लगते सन। पहले शहीद जो आनंदपुर साहिब का किला छड्डिया बाबा हरा सिंह जी उत्थे शहीद हुए। सतगुरु सच्चे पातशाह जी ने किला छड्ड दिता। आप आगे चलिए, सफरे शहादत शुरू हो चुका है। कहते हैं कि जो सरसा के किनारे गए हल्ला तो पहले मुगलों ने भाई धार के राजा ने रंगड़ा ने गुजरां ने रल के फौजां नूं घेर लिया सी। इधर भाई साहब भाई उदय सिंह जिन्हें केसरी चंद का सिर वड्डिया सी, भाई साहब भाई मनी सिंह जी के लाडले सपुत्र, ते भाई साहब भाई बचित्र सिंह जी, बाबा जीवन सिंह जी रंगरेटा गुरु का बेटा, ते साहिबजादा अजीत सिंह ये दुश्मनों नूं घोर जंग लड़के रोक रहे सन। सरसा के किनारे पुजे, उत्थे मेरे कलगीधर सच्चे पातशाह जी ने आप आसा जी दी वार दा कीर्तन कीता, क्योंकि अमृत वेला हो चुकिया सी। किन्ने सतगुरु जी रहत दे विच पक्के सन और असीं वो डोल जाने हां। पर तक्किओ साडे सतगुरु सच्चे पातशाह जी ने आप वो जीवन दे विच घटनावां नूं रच के साडे लई पूरने पाए हन। भाई साहब भाई दया सिंह जी अमृत वेला हो गया जी, हजूर हो गया। अमृत वेले आपां की करदे सां साहिब जी, कीर्तन करदे सां। आसा जी दी वार दा कीर्तन कीता जावेगा। कैसा अनोखा नज़ारा, इधर कीर्तन तबले दे नाल बाजे दे नाल कीर्तन हो रहा सी, ढोलकियां छेणे खड़क रहे सन, उधर तेगां तलवारां सरसा दे किनारे खड़क रहियां सन। सतगुरु सच्चे पातशाह जी ने हुक्म कीता। इत्थे बाबा जीवन सिंह जी इतिहासकार दसदे हन कि शहीद हो गए। भाई साहब भाई उदय सिंह जी शहीद हो गए। भाई साहब भाई बचित्र सिंह जी घायल हो गए लड़दे लड़दे। साहिबजादा अजीत सिंह ते 40 सिंह साहिबा ने आख्या सरसा नदी नूं पार किया जाएगा, परिवार इत्थे खेरू खेरू हो गया। आओ आपां हुण छोटे साहिबजादियां दी भी गल करिए। छोटे साहिबजादे अज कित्थे हन? 8 पोह दा दिन अपने ध्यान दे विच लैओ। 8 पोह दा दिन है। माता गुजर कौर जी ते 2 छोटे साहिबजादे तुरे आउंदे हन और एक इन्हां दे नाल होर है आदमी है कोई। इतिहासकारां ने ओहदा नाम गंगू ब्राह्मण करके लिखिया, चलो आप गंगू कह देंगे हाँ। तुरे आउंदे हन, बूंदाबारी हो रही है, अत दी सर्दी है। माता गुजर कौर दे नाल छोटे साहिबजादे बाबा जोरावर सिंह जी ते बाबा फतेह सिंह जी तुरे भी आउंदे हन ते कदे कदे अगे अगे चले जाते हैं। बच्चे आपस में खेडते हैं। सवेर दे तुर पे हन क्योंकि 7 पोह दी रात कुम्मे मासकी दी झुग्गी च माता गुजरी ने ते बच्चों ने कट्टी। उत्थे लक्ष्मी नाम दी ब्राह्मणी ने माता जी दी सेवा की। माता जी ने कुछ उन्होंने माया भी दी, इतिहासकार दसते हैं। नक्शा अखां दे सामने जदों आउंदा ओदे विछड़े होए परिवार दा धरती कंबदी नीला आकाश रोंदा हिरदा मेरे दा तार दाए कोई दौलता देश तो वारदा ते टुकड़े कौन कलेजे दे वारदा टुकड़े कौन कलेजे दे वारदा लोकी पुत्र दा सुख लोचने सांसा तोड़ी परत समेश गुरु ने वार
ਦੋ ਨਾਲ ਬਾਪੂ ਤੇ ਦੋ ਨਾਲ ਦਾਦੀ ਵੰਡ ਇਸ ਤਰ੍ਹਾਂ ਪਾਈਏ ਪੁੱਤਰਾਂ ਦੀ ਦੋ ਚਮਕੌਰ ਤੇ ਦੋ ਸੁਰਹੰਦ ਅੰਦਰ ਉਸ ਨੇ ਜੰਜ ਟੁਕਾਈਏ ਪੁੱਤਰਾਂ ਦੀ ਹੋ ਨਿਰਸ਼ਲ ਮੌਤ ਦੇ ਨਾਲ ਵਿਆਹੇ ਗਏ ਨੇ ਪਰ ਡੋਲੀ ਘਰ ਨਾ ਆਈ ਏ ਪੁੱਤਰਾਂ ਦੀ। ਬਈ ਦੇਖ ਕੁਰਬਾਨੀ ਕੁਰਬਾਨੀ ਕੁਰਬਾਨ ਹੋ ਗਈ, ਦੇਖ ਕੁਰਬਾਨੀ ਕੁਰਬਾਨੀ ਕੁਰਬਾਨ ਹੋ ਗਈ ਹੈਰਾਨ ਪਰੇਸ਼ਾਨ ਦਸ਼ਮੇਸ਼ ਤੋਂ। ਰਾਣੇ ਪ੍ਰਤਾਪ ਦੀ ਬਹਾਦਰੀ ਵੀ ਕੰਬ ਉੱਠੀ, ਕਹਿੰਦੀ ਮੇਰਾ ਦੂਜਾ ਨੰਬਰ ਗੋਬਿੰਦ ਮਰ ਗੇਸ ਤੋਂ ਟੁੱਟ ਗਿਆ ਮਾਣ। ਉਦੋਂ ਵਲੀਆਂ ਦਾ ਖਾਲਸਾ ਜੀ ਉਹ ਕਹਿੰਦੇ ਸਾਡੀ ਕਰਨੀ ਹੈ ਬਹੁਤ ਪਿੱਛੇ ਇਸ ਤੋਂ। ਨਿਰਮੋਹ ਪਰਮਾਤਮਾ ਦੀ ਆਤਮਾ ਪੁਕਾਰ ਉੱਠੀ, ਚਾਰੇ ਹੀ ਪੁੱਤਰ ਜਦੋਂ ਵਾਰ ਗਿਆ ਦੇਸ਼ ਤੋਂ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਏਦਾਂ ਦਾ ਗੁਰੂ ਨਹੀਂ ਲੱਭ ਸਕਦਾ, ਏਦਾਂ ਦਾ ਗੁਰੂ ਨਹੀਂ ਮਿਲਣਾ। ਪਖੰਡੀ ਗੁਰੂ ਤਾਂ ਅੱਜ ਬਹੁਤ ਹਨ ਪਰ ਕੁਰਬਾਨੀ ਕਰਨ ਵਾਲਾ ਇਹਨਾਂ ਚੋਂ ਕੋਈ ਵੀ ਨਹੀਂ। ਮੇਰੇ ਕਲਗੀਧਰ ਸੱਚੇ ਪਾਤਸ਼ਾਹ ਜੀ ਨੇ ਸਾਡੀ ਖਾਤਰ ਜੋੜਾ ਜੋੜਾ ਕਰਕੇ ਵਾਰ ਦਿੱਤਾ। ਜਦੋਂ ਮਾਤਾਵਾਂ ਨੇ ਪੁੱਛਿਆ ਨਾ ਸਤਿਗੁਰੂ ਜੀ ਇੱਕ ਜੋੜਾ ਸੱਜੇ ਬੈਠਾ ਹੁੰਦਾ ਸੀ, ਇੱਕ ਜੋੜਾ ਖੱਬੇ ਬਹਿੰਦਾ ਹੁੰਦਾ ਸੀ, ਕਿੱਥੇ ਛੱਡ ਕੇ ਆ ਗਏ ਆ? ਤਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਪਤਾ ਕੀ ਕਿਹਾ? ਇਨ ਪੁੱਤਰ ਇਨਕੇ ਸੀਸ ਪਰ ਵਾਰ ਦਿਏ ਸੁਤ ਚਾਰ ਮੂਏ ਤੋਂ ਕਿਆ ਹੁਆ ਜੀਵਤ ਕਈ ਹਜ਼ਾਰ। ਤੱਕੋ ਜਰਾ ਨਕਸ਼ਾ, ਦੋ ਸਾਹਿਬਜ਼ਾਦੇ ਚਮਕੌਰ ਚ ਸ਼ਹੀਦ ਹੋ ਜਾਂਦੇ ਹਨ। ਤਾਂ ਜਦੋਂ ਸਾਹਿਬਜ਼ਾਦਾ ਅਜੀਤ ਸਿੰਘ ਨੂੰ ਤੋਰਨ ਲੱਗੇ ਨਾ ਸਤਿਗੁਰੂ ਜੀ ਛਾਤੀ ਤੇ ਹੱਥ ਫੇਰ ਕੇ ਆਖਿਆ ਓਏ ਤੈਨੂੰ ਮੱਖਣਾ ਮਲਾਈਆਂ ਨਾਲ ਪਾਲਿਆ ਅਜੀਤ ਸਿੰਘਾ, ਮੈਂ ਦੇਖਾਂਗਾ ਅੱਜ ਤੇਰੀ ਛਾਤੀ ਵਿੱਚ ਕਿੰਨੇ ਤੀਰ ਖੁੱਭਦੇ। ਤਾਂ ਜਦੋਂ ਸਾਹਿਬਜ਼ਾਦਾ ਅਜੀਤ ਸਿੰਘ ਸ਼ਹੀਦ ਹੋ ਗਿਆ ਨਾ ਸਤਿਗੁਰੂ ਜੀ ਨੇ 5 ਜੰਕਾਰੇ ਛੱਡੇ ਔਰ ਆਖਿਆ ਸ਼ਾਬਾਸ਼ ਪਿਸਰ खूब दलेरी से लड़े हो, हाँ क्यों ना हो गोविंद के फरजंद बड़े हो। किन्ना मान सी सत श्री अकाल। धन है मां गुजरी, मां गुजरी दिल करता है कि तेरे चरणों ते सिर रख के जीवन नूं समाप्त कर दईए, क्योंकि इदू पवित्र धरती होर किहड़ी मिल सकती है सानू। बूंदाबंदी हो रही है, ਸਾਹਿਬਜ਼ਾਦੇ ਕਦੇ ਅੱਗੇ ਜਾਂਦੇ ਹਨ ਕਦੇ ਪਿੱਛੇ ਆ ਜਾਂਦੇ ਹਨ, ਖੇਡਦੇ ਹਨ ਤੇ ਮਾਂ ਗੁਜਰੀ ਕਹਿ ਰਹੀ ਹੈ ਪੁੱਤਰੋ ਬਾਲੀ ਦੂਰ ਜਾ ਕੇ ਨਾ ਖੇਡੋ। ਮਾਂ ਨੂੰ ਪਤਾ ਸੀ ਨਾ ਕਿ ਸਰਕਾਰ ਦੁਸ਼ਮਣ ਹੈ ਸਾਡੀ। ਮਾਂ ਕਹਿ ਰਹੀ ਹੈ ਕਿ ਲਾਗੇ ਲਾਗੇ ਮੇਰੇ ਖੇਡੋ। ਮਾਂ ਗੁਜਰੀ ਗੰਗੂ ਨੂੰ ਆਖ ਰਹੀ ਵੇ ਪੁੱਤ ਗੰਗਿਆ ਤੇਰੀ ਸਹੇੜੀ ਇੱਥੋਂ ਕਿੱਡੀ ਕੁ ਦੂਰ ਹੈ? ਗੰਗੂ ਆਖ ਰਿਹਾ ਮਾਂ ਨਹੀਂ ਲਾਗੇ ਹੀ ਹੈ। ਤੱਕੋ ਜਰਾ ਨਕਸ਼ਾ ਉਸ ਵੇਲੇ ਦਾ ਦਰਦਨਾਕ ਸੀਨ ਨਕਸ਼ਾ। ਭਾਈ ਸਾਹਿਬ ਭਾਈ ਜਰਨੈਲ ਸਿੰਘ ਜੀ, ਭਾਈ ਸਾਹਿਬ ਭਾਈ ਸੁਖਵਿੰਦਰ ਸਿੰਘ ਜੀ, ਭਾਈ ਹਰਵਿੰਦਰ ਸਿੰਘ ਜੀ ਇਉਂ ਬਿਆਨ ਕਰਦੇ ਨੇ। ਮਾਤਾ ਕਹਿੰਦੀ ਗੱਲ ਸੁਣ ਬੇਟਾ ਗੰਗਾ ਰਾਮ ਵੇ ਨਾਰਾਹਾਂ ਦੇ ਤਾਂ ਇਹਨਾਂ ਰਾਹਾਂ ਦੇ ਤਾਂ ਵਾਕਫ ਸੀ ਨਿਯਮ ਵੇ ਇਹਨਾਂ ਰਾਹਾਂ ਦੇ ਤਾਂ ਤੇਰਾ ਰੱਬ ਭਲਾ ਕਰੂੰਗਾ ਜ਼ਰੂਰ ਗੰਗਿਆ। ਹਾਲੇ ਕਿੰਨੀ ਕੁ ਸਹੇੜੀ ਤੇਰੀ ਦੂਰ ਗੰਗਿਆ, ਹਾਲੇ ਕਿੰਨੀ ਕੁ। ਮਾਤਾ ਕਹਿੰਦੀ ਗੱਲ ਸੁਣ ਬੇਟਾ ਗੰਗਾ ਰਾਮ ਵੇ ਇਹਨਾਂ ਰਾਹਾਂ ਦੇ ਤਾਂ ਇਹਨਾਂ ਰਾਹਾਂ ਦੇ ਤਾਂ ਵਾਕਫ ਅਸੀਂ ਨਿਯਮ ਵੇ ਇਹਨਾਂ ਰਾਹਾਂ ਦੇ ਤਾਂ ਤੇਰਾ ਰੱਬ ਭਲਾ ਕਰੂੰਗਾ ਜ਼ਰੂਰ ਗੰਗਿਆ। ਹਾਲੇ ਕਿੰਨੀ ਕੁ ਸਹੇੜੀ ਤੇਰੀ ਦੂਰ ਗੰਗਿਆ, ਹਾਲੇ ਕਿੰਨੀ ਕੁ। ਠੰਡੇ ਪਾਣੀ ਨੇ ਸਰੀਰ ਠੰਡੇ ਪਾਣੀ ਨੇ ਸਰੀਰ ਸੁੱਟਿਆ ਈ ਖਾਰ ਵੇ ਨਾਲੇ ਨਿੱਕੀ ਨਿੱਕੀ ਪੈਂਦੀ ਉੱਪਰੋਂ ਫਹਾਰ ਵੇ ਨਾਲੇ ਨਿੱਕੀ ਓਏ ਉੱਤੋਂ ਡਿੱਗੀ ਜਾਵੇ ਨਿੱਕੀ ਭੂਰ ਗੰਗਿਆ। ਹਾਲੇ ਕਿੰਨੀ ਕੁ ਸਹੇੜੀ ਤੇਰੀ ਦੂਰ ਗੰਗਿਆ, ਹਾਲੇ ਕਿੰਨੀ ਕੁ। ਚੰਗਾ ਹੋਇਆ ਬੇਟਾ ਇੱਥੇ ਮਿਲਿਆ ਏ ਆਉਣ ਵੇ
ਔਖੀ ਵੇਲੇ ਬੇਟਾ ਆਪਣੇ ਹੀ ਕੰਮ ਆਉਂਦੇ ਨੇ, ਸਦਾ ਨੇਕ ਬੰਦੇ ਸਦਾ ਨੇਕ ਹੀ ਮਲਹਾ ਬੇੜੀ ਪੰਨੇ ਲਾਉਂਦੇ ਨੇ, ਸਦਾ ਨੇਕ ਜਨ। ਓਏ ਤਾਂ ਜੱਗ ਦਾ ਹੈ ਠੀਕ ਦੱਸ ਤੂਰ ਗੰਗਿਆ, ਹਾਲੇ ਕਿੰਨੀ ਕੁ ਸਹੇੜੀ ਤੇਰੀ ਦੂਰ ਗੰਗਿਆ, ਹਾਲੇ ਕਿੰਨੀ ਕੁ। ਆਜੋ ਨਿੱਕੀਆਂ ਮਾਸੂਮ ਜੰਦਾ ਮੇਰੇ ਨਾਲ ਨੇ, ਠਰੂ ਠਰੂ ਕਰੀ ਜਾਂਦੇ ਵੇਖ ਕਿਹੜੇ ਹਾਲ ਨੇ, ਠਰੂ ਠਰੂ ਕਰੀ। ਚਲੋ ਜਿਵੇਂ ਉਹਨੂੰ ਮਨਜ਼ੂਰ ਗੰਗਿਆ, ਹਾਲੇ ਕਿੰਨੀ ਕੁ ਸਹੇੜੀ ਤੇਰੀ ਦੂਰ ਗੰਗਿਆ, ਹਾਲੇ ਕਿੰਨੀ ਕੁ। ਬਿਰਧ ਸਰੀਰ ਕੁਝ ਕਹਿਣ ਜੋਗਾ ਨਹੀਂ ਹੁੰਦਾ, ਬਿਰਧ ਸਰੀਰ ਕੁਝ ਸਹਿਣ ਜੋਗਾ ਨਹੀਂ, ਕਿਸੇ ਵੇਲੇ ਬੰਦਾ ਹੁੰਦਾ, ਕੁਝ ਕਹਿਣ ਜੋਗਾ ਨਹੀਂ, ਕਿਸੇ ਵੇਲੇ ਬੰਦਾ। ਉਹ ਕਰ ਦਿੰਦਾ ਹੈ ਤਕੇਵਾ ਚੂਰ ਚੂਰ ਗੰਗਿਆ, ਹਾਲੇ ਕਿੰਨੀ ਕੁ ਸਹੇੜੀ ਤੇਰੀ ਦੂਰ ਗੰਗਿਆ, ਹਾਲੇ ਕਿੰਨੀ ਕੁ। ਮੇਰੇ ਲਾਲ ਜੇ ਗੋਬਿੰਦ ਸਿੰਘ ਮਿਲ ਪੈਣਗੇ, ਮੇਰੇ ਲਾਲ ਜੇ ਗੋਬਿੰਦ ਸਿੰਘ ਮਿਲ ਪੈਣਗੇ, ਕਿਸੇ ਗੱਲ ਦੇ ਨਾ ਫੇਰ ਕੋਈ ਫਿਕਰ ਰਹਿਣਗੇ, ਕਿਸੇ ਗੱਲ ਦੇ ਨਾ। ਕਰ ਦਿਆਂਗੇ ਤੁਸਾਂ ਨੂੰ ਭਰਪੂਰ ਗੰਗਿਆ, ਹਾਲੇ ਕਿੰਨੀ ਕੁ ਸਹੇੜੀ ਤੇਰੀ ਦੂਰ ਗੰਗਿਆ, ਹਾਲੇ ਕਿੰਨੀ ਕੁ। ਮੇਰੇ ਮਾਲਕਾ ਤੂੰ ਖੇਡਾਂ ਆਪ ਹੀ ਵਿਖਾਉਣਾ ਏ, ਮੇਰੇ ਮਾਲਕਾ ਤੂੰ ਖੇਡਾਂ ਆਪ ਹੀ ਬਣਾਉਣਾ ਏ, ਕਦੇ ਸੁੱਖ ਦੇਵੇ ਕਦੇ ਦੁੱਖਾਂ ਵਿੱਚ ਪਾਉਣਾ ਏ, ਕਦੇ ਸੁੱਖ ਦੇਵੇ। ਓਏ ਗਿੱਲ ਦਲਵੀਰ ਦਸ ਤੂਰ ਗੰਗਿਆ, ਹਾਲੇ ਕਿੰਨੀ ਕੁ ਸਹੇੜੀ ਤੇਰੀ ਦੂਰ ਗੰਗਿਆ, ਹਾਲੇ ਕਿੰਨੀ ਕੁ। ਬਈ ਹਲੇ ਕਿੰਨੀ ਕ ਸਹੇੜੀ ਤੇਰੀ ਦੂਰ ਗੰਗਿਆ, ਹਲੇ ਕਿੰਨੀ ਕ। ਇਹਦਾ ਦਿਲ ਬੇਈਮਾਨ ਹੋ ਚੁੱਕਾ ਸੀ ਪਹਿਲਾਂ ਹੀ, ਕਿਉਂਕਿ ਮਾਤਾ ਗੁਜਰ ਕੌਰ ਜੀ ਦੇ ਕੋਲ ਇਹਨੇ ਦੇਖ ਲਿਆ ਸੀ ਕੁਝ ਧਨ ਹੈ। ਇਹਦਾ ਮਨ ਬੇਈਮਾਨ ਹੋ ਚੁੱਕਾ ਸੀ। ਇਹ ਬਿਖੜੇ ਪਿੰਡੇ ਥਾਣੀ ਜਿਹੜਾ ਸਹੀ ਰਸਤਾ ਸੀ ਉਹਦੇ ਥਾਣੀ ਨਹੀਂ ਮਾਤਾ ਜੀ ਨੂੰ ਲੈ ਕੇ ਆਇਆ। ਰੋਪੜ ਥਾਣੀ ਜਾਂਦਾ ਤੇ ਉੱਥੇ ਨਿਹੰਗ ਖਾਨ ਦਾ ਘਰ ਸੀਗਾ। ਮਾਤਾ ਜੀ ਨੂੰ ਪਤਾ ਸੀ ਉਸ ਰਸਤੇ ਦਾ। ਇਹਨੂੰ ਪਤਾ ਸੀ ਕਿ ਮਾਤਾ ਗੁਜਰ ਕੌਰ ਜੀ ਨੇ ਉਹ ਘਰ ਪਛਾਣ ਲੈਣਾ ਹੈ। ਇਹ ਬਿਖੜੇ ਪਿੰਡੇ ਥਾਣੀ ਲੰਬੇ ਰਸਤੇ ਥਾਣੀ ਮਾਤਾ ਗੁਜਰ ਕੌਰ ਤੇ ਛੋਟੇ ਸਾਹਿਬਜ਼ਾਦੇ ਨੂੰ ਲੈ ਕੇ ਆਪਣੇ ਘਰ ਪਹੁੰਚ ਗਿਆ। ਤੱਕੋ ਜਰਾ ਨਕਸ਼ਾ, ਹੁਣ ਘਰ ਪਹੁੰਚਿਆ ਹੈ। ਇਹਦੀ ਮਾਂ ਸਭੀ ਨੂੰ ਪਤਾ ਲੱਗਾ ਕਿ ਮੇਰਾ ਪੁੱਤਰ ਮਾਤਾ ਗੁਜਰ ਕੌਰ ਨੂੰ ਤੇ ਛੋਟੇ ਸਾਹਿਬਜ਼ਾਦੇ ਨੂੰ ਘਰ ਲੈ ਕੇ ਆਇਆ। ਮਾਤਾ ਦਾ ਦਿਲ ਖਿੜ ਗਿਆ, ਆਖਣ ਲੱਗੀ ਵੇ ਪੁੱਤ ਗੰਗਿਆ ਬੜਾ ਭਲਾ ਕੀਤਾ। ਔਖੀ ਵੇਲੇ, ਕਿਉਂਕਿ ਦੁੱਖਾਂ ਵੇਲੇ ਸਾਰੀ ਦੁਨੀਆ ਨੇੜੇ ਟੁਕ ਟੁਕ ਬਹਿੰਦੀ, ਪਰ ਪਰਖੇ ਜਾਣ ਸੱਜਣ ਉਸ ਵੇਲੇ ਜਦੋਂ ਬਾਜੀ ਪੁੱਠੀ ਪੈਂਦੀ। ਵੇ ਪੁੱਤ ਗੰਗਿਆ ਭਲਾ ਕੀਤਾ, ਮਾਤਾ ਗੁਜਰ ਕੌਰ ਨੂੰ ਤੂੰ ਆਪਣੇ ਘਰ ਲੈ ਕੇ ਆਇਆ। ਪੁੱਤ ਸਮਾਂ ਮਿਲਿਆ ਹੈ ਆਪਾਂ ਮਾਤਾ ਦੀ ਤੇ ਬੱਚਿਆਂ ਦੀ ਸੇਵਾ ਕਰਾਂਗੇ। ਰਾਤ ਖਾਣਾ ਬਣਨ ਲੱਗਾ। ਇਹ ਸੋਭੀ ਜਿਹੜੀ ਇਹਦੀ ਮਾਂ ਸੀ ਨਾ, ਉਹ ਖਾਣਾ ਬਣਾਉਣ ਲੱਗ ਪਈ। ਬੜੀ ਧੀਰਜਵਾਨ ਸੀ, ਅਨੰਦਪੁਰ ਸਾਹਿਬ ਜਾਇਆ ਕਰਦੀ ਸੀ। ਉਹਨੂੰ ਪਤਾ ਸੀ ਗੁਰੂ ਦੇ ਲਾਲ ਆਏ ਹਨ, ਸੇਵ ਕਮਾ ਲਈਏ। ਇਧਰ ਗੰਗੂ, ਕਿਉਂਕਿ ਉਹਦੇ ਮਨ ਦੇ ਵਿੱਚ ਮੈਲ ਸੀ। ਵਿਦਾਤਾ ਸਿੰਘ ਜੀ ਤੀਰ ਬਹੁਤ ਸੁੰਦਰ ਲਿਖਦੇ ਹਨ ਕਿ ਅਸਲ ਵਿੱਚ ਸੀ ਨੀਤ ਦੇ ਹਾਰ ਬੈਠਾ ਵਿੱਚ ਛੱਟ ਦੇ ਦੇਖ ਕੇ ਮਾਲ ਗੰਗੂ। ਉਹ ਤੀਰ ਪੁੱਤਰ ਸੀ ਭਾਵੇਂ ਬ੍ਰਾਹਮਣਾਂ ਦਾ, ਐ ਪਰ ਨਿਕਲਿਆ ਬੜਾ ਚੰਡਾਲ ਗੰਗੂ। ਇਹਨੇ ਆਪਣੀ ਮਾਂ ਦੇ ਕੋਲ ਗਿਆ, ਮਾਤਾ ਦੇ ਕੋਲ ਗਿਆ, ਆਖਣ ਲੱਗਾ ਮਾਂ ਤੂੰ ਖਾਣਾ ਬਣਾ ਰਹੀ ਹਾਂ, ਮੈਂ ਬੱਚਿਆਂ ਵਾਸਤੇ ਕੋਈ ਚੀਜ਼ ਲੈ ਕੇ ਆਇਆ। ਮਾਂ ਸੋਭੀ ਨੇ ਆਖਿਆ ਮੇਰੇ ਪੁੱਤਰ ਨੇ ਕੋਈ ਚੰਗੀ ਚੀਜ਼ ਲਿਆ ਕੇ ਬੱਚਿਆਂ ਵਾਸਤੇ ਖਵਾਉਣੀ ਹੋਵੇਗੀ। ਆਖਣ ਲੱਗੀ ਪੁੱਤਰ ਕੀ ਲੈ ਕੇ ਆਇਆ? ਕੋਈ ਗੱਲ ਨਹੀਂ ਮਾਂ, ਤੂੰ ਏਦਾਂ ਕਰ, ਆਹ ਜਿਹੜੀ ਚੀਜ਼ ਮੈਂ ਲੈ ਕੇ ਆਇਆ ਇਹ ਖਾਣੇ ਦੇ ਵਿੱਚ ਪਾ ਦੇ। ਮਾਂ ਆਖਣ ਲੱਗੀ ਵੇ ਪਹਿਲਾਂ ਮੈਨੂੰ ਦੱਸ ਕਿਹੜੀ ਚੀਜ਼ ਲੈ ਕੇ ਆਇਆ। ਇਹਨੂੰ ਦੱਸਣਾ ਪਿਆ। ਮਾਂ ਸੱਚੀ ਗੱਲ ਇਹ ਆ, ਇਹ ਜਿਹੜੀ ਡਲੀ ਹੈ ਨਾ, ਇਹ ਜ਼ਹਿਰ ਦੀ ਡਲੀ ਹੈ, ਤੂੰ ਖਾਣੇ ਦੇ ਵਿੱਚ ਬਣਾ ਦੇ, ਬੱਚੇ ਮਰ ਜਾਣਗੇ, ਮਾਤਾ ਮਰ ਜਾਵੇਗੀ, ਮੰਨ ਲਓ ਮਾਲ ਹੋ ਜਾਵਾਂਗੇ ਆਪਾਂ ਰਾਤ। ਗੰਗੂ ਕੀ ਕਹਿ ਰਿਹਾ?
ਸੋਭੀ ਕੀ ਕਹਿ ਰਹੇ ਕਵਿਤਾ ਹੈ ਇਉਂ ਬਿਆਨ ਕਰਦੇ। ਗੰਗੂ ਆਖਦਾ ਮੰਨ ਲੈ ਗੱਲ ਮੇਰੀ, ਗੰਗੂ ਆਖਦਾ ਮੰਨ ਲੈ ਗੱਲ ਮੇਰੀ, ਵਿੱਚ ਖਾਣੇ ਦੇ ਜ਼ਹਿਰਾ ਮਲਾ ਮਾਤਾ। ਉਹ ਬਾਗੀ ਇਹ ਸਰਕਾਰ ਦੇ ਦੋਏ ਬੱਚੇ, ਬਾਗੀ ਇਹ ਸਰਕਾਰ ਦੇ ਦੋਏ ਬੱਚੇ, ਦਾਦੀ ਸੜੇ ਤੋਂ ਮਾਰ ਮਕਾ ਮਾਤਾ। ਆਖਦਾ ਮੰਨ ਲੈ ਗੱਲ ਮੇਰੀ, ਗੰਗੂ ਆਖਦਾ ਮੰਨ ਲੈ ਗੱਲ ਮੇਰੀ, ਵਿੱਚ ਖਾਣੇ ਦੇ ਜ਼ਹਿਰਾ ਮਲਾ ਮਾਤਾ। ਉਹ ਬਾਗੀ ਇਹ ਸਰਕਾਰ ਦੇ ਦੋਏ ਬੱਚੇ, ਬਾਗੀ ਇਹ ਸਰਕਾਰ ਦੇ ਦੋਏ ਬੱਚੇ, ਦਾਦੀ ਸੜੇ ਤੋਂ ਮਾਰ ਮਕਾ ਮਾਤਾ। ਜੇਕਰ ਕਿਸੇ ਨੇ ਚੁਗਲੀ ਕਰ ਦਿੱਤੀ, ਜੇਕਰ ਕਿਸੇ ਨੇ ਚੁਗਲੀ ਕਰ ਦਿੱਤੀ, ਹੋ ਜੂ ਆਪਣਾ ਘਰ ਤਬਾਹ ਮਾਤਾ। ਉਹ ਮੇਰੇ ਮਾਇਆ ਤੇ ਮੈਂ ਅਮੀਰ ਹੋਵਾਂ, ਮੇਰੇ ਮਾਇਆ ਤੇ ਮੈਂ ਅਮੀਰ ਹੋਵਾਂ, ਮੇਰੇ ਦਿਲ ਨੂੰ ਚੜਿਆ ਏ ਚਾਅ ਮਾਤਾ। ਸੁਣ ਕੇ ਸੋਭੀ ਬਿਆਨ ਕੀਤਾ ਗੱਲ, ਸੁਣ ਕੇ ਸੋਭੀ ਬਿਆਨ ਕੀਤਾ, ਕਿਤੇ ਇਹਨਾਂ ਨਾ ਕਹਿਰੇ ਕਮਾਵੀ ਗੰਗੇ। ਓਏ ਕੀ ਸਾਲ ਤੂੰ ਇਹਨਾਂ ਦਾ ਲੂਣ ਖਾਦਾ, ਲੂਣ ਖਾਦਾ ਵੇ, ਕੀ ਸਾਲ ਤੂੰ ਇਹਨਾਂ ਦਾ ਲੂਣ ਖਾਦਾ, ਅੱਜ ਨਿਮਕ ਹਰਾਮੀ ਨਾ ਕਹਾਣੀ ਗੰਗੇ। ਮਾਇਆ ਨਾਗਣੀ ਏ ਸਾਰਾ ਜੱਗ ਜਾਣੇ, ਮਾਇਆ ਨਾਗਣੀ ਹੈ ਸਾਰਾ ਜੱਗ ਆਖੇ, ਕਿਤੇ ਇਸ ਤੋਂ ਡੰਗ ਨਾ ਖਾਈ ਗੰਗੇ। ਉਹ ਸੱਚ ਪਾਲ ਤੇ ਬਿੰਦਾ ਜਰਦਾਨ ਆਖੇ, ਸੱਚ ਪਾਲ ਤੇ ਬਿੰਦਾ ਪ੍ਰਧਾਨ ਆਖੇ, ਰਲ ਕੇ ਜਰਨੈਲ ਨਾ ਸੇਵਾ ਕਮਾਈ ਗੰਗੇ, ਰਲ ਕੇ ਜਰਨੈਲ ਨਾ ਸੇਵਾ ਕਮਾਈ ਗੰਗੇ। ਬਈ ਸਿੱਖੀਏ ਕਰਮਾਂ ਵਾਲੀਏ, ਤੇਰੇ ਬੜੇ ਅਨੋਖੇ ਰੰਗ, ਤੇਰੇ ਭਾਗਾਂ ਵਿੱਚ ਕੁਰਬਾਨੀਆਂ, ਤੇਰੇ ਲੇਖਾਂ ਦੇ ਵਿੱਚ ਜੰਗ, ਤੇ ਕੁਰਬਾਨੀ ਦਾ ਜਗਤ ਨੂੰ ਇੱਕ ਨਵਾਂ ਸਿਖਾਇਆ ਢੰਗ। ਓਏ ਤੈਨੂੰ ਚਰਖੜੀ ਚੜਿਆ ਵੇਖ ਕੇ ਗਈ ਮੌਤ ਵੀ ਤੇਤੋਂ ਸੰਗ, ਪਰ ਤੈਂ ਪਾ ਲਈ ਮੰਜ਼ਿਲ ਪ੍ਰੇਮ ਦੀ, ਕਈ ਪਰਬਤ ਨਦੀਆਂ ਲੰਘ। ਗੰਗੂ ਦੀ ਮਾਤਾ ਸੋਭੀ ਕਹਿੰਦੀ ਖਬਰਦਾਰ, ਲੱਖ ਲਾਨਤ ਹੈ ਤੈਨੂੰ, ਤੂੰ ਇਹ ਪਾਪ ਕੌਣ ਬਾਰੇ ਸੋਚ ਕਿਉਂ ਲਿਆ। ਲਓ ਜੀ, ਬੱਚੇ ਨੂੰ ਜ਼ਹਿਰ ਨਹੀਂ ਦਿੱਤੀ ਗਈ, ਰਾਤ ਦਾ ਖਾਣਾ ਖਾਧਾ, ਮਾਂ ਦੇ ਕੋਲ ਸੌਂ ਗਏ ਹਨ। ਰਾਤ ਗੰਗੂ ਨੇ ਉਹ ਧਨ ਦੀ ਜਿਹੜੀ ਖੁਰਜੀ ਸੀ ਨਾ ਉਹ ਚਰਾ ਲਈ। ਮਾਂ ਤਾਂ ਜਾਗਦੀ ਸੀ ਨਾ, ਮਾਂ ਨੂੰ ਕਿੱਥੇ ਨੀਂਦ ਆਉਣੀ ਸੀ, ਮਾਂ ਜਾਗਦੀ ਸੀ। ਗੰਗੂ ਆਇਆ, ਧਨ ਦੀ ਖੁਰਜੀ ਚਰਾ ਕੇ ਬਾਹਰ ਇਤਿਹਾਸਕਾਰ ਕਹਿੰਦੇ ਨੱਪ ਦਿੱਤੀ ਧਰਤੀ ਦੇ ਵਿੱਚ। ਸਵੇਰਾ ਹੋਇਆ, ਮਾਤਾ ਨੇ ਪੁੱਛਿਆ, ਮਾਤਾ ਗੁਜਰ ਕੌਰ ਨੇ ਪੁੱਛਿਆ, ਵੇ ਪੁੱਤ ਗੰਗਿਆ ਚੰਗਾ ਹੋਇਆ ਧਨ ਦੀ ਖੁਰਜੀ ਤੂੰ ਸਾਂਭ ਲਈ। ਤਾਂ ਜਿਹੜਾ ਮਾਤਾ ਜੀ ਕਰਦਾ ਸੀ ਨਾ ਕਿ ਔਖੇ ਵੇਲੇ ਮੈਂ ਕਲਗੀਧਰ ਸੱਚੇ ਪਾਤਸ਼ਾਹ ਜੀ, ਮਾਤਾ ਜੀ ਔਖਾ ਸਮਾਂ ਹੈ, ਜਦੋਂ ਕਲਗੀਧਰ ਸੱਚੇ ਪਾਤਸ਼ਾਹ ਜੀ ਮਿਲੇ ਤਾਂ ਮੈਂ ਤੁਹਾਨੂੰ ਆਪ ਛੱਡ ਕੇ ਆਵਾਂਗਾ। ਜਿਹੜਾ ਮਾਤਾ ਜੀ ਕਰਦਾ ਸੀ ਉਹ ਕਹਿੰਦਾ ਕਿਹੜੀ ਖੁਰਜੀ ਮਾਈ, ਮਾਂ ਕਿਹੜੀ ਮਾਈ, ਕਿਹੜੀ ਖੁਰਜੀ। ਜਵਾਨ ਬਦਲ ਗਈ ਤਾਂ ਮਾਤਾ ਜੀ ਆਖਣ ਲੱਗੇ, ਪੁੱਤਰ ਮੈਨੂੰ ਪਤਾ ਤੇਰੀ ਤੈਂ ਖੁਰਜੀ ਚੱਕੀ ਹੈ, ਮੈਂ ਦੇਖਿਆ ਤੈਨੂੰ, ਪਰ ਪੁੱਤਰ ਕੋਈ ਗੱਲ ਨਹੀਂ, ਜੇ ਤੈਨੂੰ ਹੋਰ ਮਾਇਆ ਚਾਹੀਦੀ ਹੈ, ਜਦੋਂ ਮੇਰਾ ਪੁੱਤਰ ਮਿਲ ਜਾਵੇਗਾ ਤੈਨੂੰ ਹੋਰ ਵੀ ਮਾਇਆ ਦੇ ਦੂੰਗਾ। ਇੱਧਰ ਗੰਗੂ ਰੌਲਾ ਪਾਉਣ ਲੱਗ ਪਿਆ,
ਉੱਚੀ ਉੱਚੀ ਰੌਲਾ ਪਾਉਣ ਲੱਗ ਪਿਆ। ਕਹਿੰਦਾ ਮੇਰੇ ਘਰ ਫੇ ਚੋਰ ਆਏ ਹੋਣਗੇ, ਚੋਰ ਲੈ ਗਏ ਹੋਣਗੇ। ਉੱਚੀ ਉੱਚੀ ਰੌਲਾ ਪਾਇਆ। ਮਾਂ ਨੇ ਵਰਜਿਆ, ਪੁੱਤਰ ਰੌਲਾ ਨਾ ਪਾ, ਸਰਕਾਰ ਸਾਡੀ ਦੁਸ਼ਮਣ ਹੈ, ਪਤਾ ਲੱਗ ਜਾਵੇਗਾ ਆਂਢ ਗੁਆਂਢ ਨੂੰ। ਇਹਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਨਹੀਂ ਵਰਜਿਆ ਗਿਆ। ਕਹਿੰਦਾ ਮੈਂ ਹੁਣੇ ਜਾਣਾ ਪਿੰਡ ਦੇ ਚੌਧਰੀ ਨੂੰ ਨਾਲ ਲੈ ਕੇ, ਜਾਨੀ ਖਾਂ ਤੇ ਮਾਨੀ ਖਾਂ ਰਿੰਗੜ ਭਰਾ ਮਰੰਡੇ ਥਾਣੇ ਦੇ ਜਿੱਥੇ ਕੰਮ ਕਰਦੇ ਸਨ, ਉਹਨਾਂ ਨੂੰ ਲੈ ਕੇ ਆਇਆ। ਬੱਚਿਆਂ ਨੂੰ ਫੜਾ ਦਿੱਤਾ ਗਿਆ। ਬੱਚਿਆਂ ਨੂੰ ਫੜਾ ਕੇ ਕਿੱਥੇ ਪਹੁੰਚਾਇਆ ਗਿਆ? ਠੰਡੇ ਬੁਰਜ ਦੇ ਵਿੱਚ। ਸ਼ਾਇਰ ਕਹਿੰਦਾ ਕਿ ਲੈ ਤੁਰੇ ਬਿਠਾ ਕੇ ਰੱਥ ਅੰਦਰ, ਜ਼ਾਲਮ ਮਾਤਾ ਸਮੇਤ ਦੋ ਬੱਚਿਆਂ ਨੂੰ ਖੂਨ ਪਾ ਭਜਾਉਣ ਲਈ ਤੁਰੇ ਤਿੰਨੇ। ਦੇਸ਼ ਜ਼ੁਲਮ ਦੇ ਭਾਂਬੜਾਂ ਮੱਚਿਆਂ ਨੂੰ ਰਾਤ ਕੱਟ ਮਰੰਡੇ ਸਰਹੰਦ ਪਹੁੰਚੇ। ਪੇਸ਼ ਝੂਠਿਆਂ ਦੇ ਕੀਤਾ ਸੱਚਿਆਂ ਨੂੰ, ਠੰਡੇ ਬੁਰਜ ਦੀ ਚੋਟੀ ਅਲਾਟ ਹੋਈ ਕਲਗੀਧਰ ਦੇ ਬਾਗੀਆਂ ਬੱਚਿਆਂ ਨੂੰ। ਉਹ ਜਿਹੜਾ ਕਲਗੀਧਰ ਸੱਚੇ ਪਾਤਸ਼ਾਹ ਜਦੋਂ ਤੀਰ ਚਲਾਉਂਦਾ ਹੁੰਦਾ ਸੀ ਨਾ, ਨੋਕ ਨੂੰ ਸੋਨਾ ਲਾ ਕੇ ਛੱਡਦਾ ਹੁੰਦਾ ਸੀ ਤੀਰ, ਵੀ ਜਿਹਦੇ ਲੱਗੇ ਉਹਦੇ 'ਚ ਸੱਟ ਵੱਜੇ, ਜ਼ਖਮ ਹੋਵੇ, ਉਹ ਆਪਣਾ ਮਰਮ ਪੱਟੀ ਕਰ ਲਵੇ। ਜੇ ਚੜ੍ਹਾਈ ਕਰ ਜਾਵੇ ਤਾਂ ਸੰਸਕਾਰ ਦਾ ਖਰਚਾ। ਉਹਦੇ ਪੁੱਤਰਾਂ ਨੂੰ ਠੰਡੇ ਬੁਰਜ ਦੇ ਵਿੱਚ ਪਹੁੰਚਾਇਆ ਗਿਆ। ਵਜ਼ੀਰ ਖਾਨ ਕਹਿੰਦਾ ਇੱਕ ਰਾਤ ਰੱਖੋ ਇਹਨਾਂ ਨੂੰ ਠੰਡੇ ਬੁਰਜ ਦੇ ਵਿੱਚ, ਆਪੇ ਹੀ ਈਨ ਮੰਨ ਲੈਣਗੇ। ਠੰਡੇ ਬੁਰਜ ਦੇ ਵਿੱਚ ਲਾਲ ਮਾਤਾ ਦੇ ਕੋਲ ਬੈਠੇ ਹਨ। ਮਾਤਾ ਜੀ ਲੋਰੀਆਂ ਦੇ ਦੇ ਕੇ ਪੁੱਤਰਾਂ ਨੂੰ ਆਪਣੇ ਸੀਨੇ ਦੇ ਨਾਲ ਲਾ ਕੇ ਗਰਮ ਕਰ ਰਹੀ ਹੈ, ਨਿੱਘ ਦੇ ਰਹੀ ਹੈ। ਬੱਚੇ ਆਖ ਰਹੇ ਹਨ, ਮਾਂ ਠੰਡ ਬਹੁਤ ਹੈ, ਸਾਡੇ ਪਿਤਾ ਜੀ ਕਿੱਥੇ ਹਨ, ਸਾਡੇ ਵੀਰ ਜੀ ਕਿੱਥੇ ਹਨ, ਕਿਉਂ ਇੰਨੀ ਬਿਫਤਾ ਵੇਲੇ ਸਾਨੂੰ ਛੱਡ ਕੇ ਚੱਲ ਗਏ? ਤੱਕੋ ਜਰਾ, ਬਹੁਤ ਹੀ ਦਰਦਨਾਕ ਸਾਕਾ ਭਾਈ ਸਾਹਿਬ ਜਰਨੈਲ ਸਿੰਘ ਜੀ, ਭਾਈ ਸਾਹਿਬ ਹਰਵਿੰਦਰ ਸਿੰਘ ਜੀ, ਭਾਈ ਸਾਹਿਬ ਭਾਈ ਸੁਖਵਿੰਦਰ ਸਿੰਘ ਜੀ ਇਉਂ ਬਿਆਨ ਕਰਦੇ ਵੇ। ਜਦ ਜੋਰ ਪਾਲਿਆ ਠੰਡ ਨੇ, ਲੱਗੇ ਲਾਲ ਮਾਤਾ ਨੂੰ ਕਹਿਣਾ, ਮਾਤਾ ਕਿੱਥੇ ਨੇ ਸਾਡੇ ਪਿਤਾ ਜੀ, ਵੱਡੇ ਵੀਰ ਕਿਹੜੀ ਜਗ੍ਹਾ ਹੈ ਨਾ, ਕਦੋਂ ਮਿਲਣਗੇ ਸਾਨੂੰ ਆਣ ਕੇ, ਕਦੋਂ ਮਿਲਣਗੇ ਸਾਨੂੰ ਆਣ ਕੇ, ਸਾਡੇ ਸਾਲ ਕਾਲਜੇ ਪੈਣਾ, ਅਸੀਂ ਵਿਛੜੇ ਨਾ ਇੱਕ ਮਿੰਟ ਵੀ, ਇਕੱਠੇ ਰਲ ਕੇ ਸਿਖੇਸਾਂ ਬਹਿਣਾ, ਤਖਤਾਂ ਤਾਜਾਂ ਵਾਲੇ ਮਾਤ ਜੀ, ਉਹ ਤਖਤਾਂ ਤਾਜਾਂ ਵਾਲੇ ਮਾਤ ਜੀ, ਖੇਰੂ ਖੇਰੂ ਹੋਇਆ ਮਹਿਣਾ, ਪਾਪਣ ਸਰਸਾਂ ਵਿਛੋੜੇ ਪਾਦ ਤੇ, ਨਦੀ ਕਾਂਗਾ ਮਾਰਦੀ ਡੈਣ, ਤੁਰੇ ਜਦੋਂ ਦੇ ਪੁਰੀ ਆਨੰਦ ਤੋਂ, ਤੁਰੇ ਜਦੋਂ ਦੇ ਪੁਰੀ ਆਨੰਦ ਤੋਂ, ਇੱਕ ਪਲ ਨਹੀਂ ਮਿਲਿਆ ਚੈਨਾ, ਨਾਲੇ ਕਾਲਖ ਖੱਟ ਲਈ ਗੰਗੂ ਨੇ, ਦੇਵੀ ਚੰਦ ਨੂੰ ਲੱਗਾ ਗਰੇਣਾ, ਮਾਤਾ ਅਸੀਂ ਪਿਤਾ ਨਾਲ ਰੁੱਸਣਾ, ਮਾਤਾ ਅਸਾਂ ਪਿਤਾ ਨਾਲ ਰੁਸਣਾ, ਕੁਝ ਕਰਨਾ ਨਹੀਂ ਗਰਹਿਣਾ, ਸਾਨੂੰ ਵੱਡੇ ਵੀਰ ਮਨਾਉਣਗੇ, ਇੱਕ ਵਾਰੀ ਜੇ ਮੇਰਾ ਪੈਣਾ, ਦੇਣਾ ਫੇਰ ਜਾਣਨਾ ਅਸਾਂ ਨੇ, ਦੇਣਾ ਫੇਰ ਜਾਣ ਨਹੀਂ ਅਸਾਂ ਨੇ, ਦੇਣਾ ਫੇਰ ਜਾਣ ਨਹੀਂ ਅਸਾਂ ਨੇ, ਇਕੱਠੇ ਦੁੱਖ ਕਰਾਂਗੇ ਸੈਣਾ, ਸਰਦੀ ਲੱਗਦੀ ਆ ਸਾਨੂੰ ਮਾਤ ਜੀ, ਕਿਵੇਂ ਅੱਜ ਕੱਟਾਂਗੇ ਰਹਿਣਾ, ਗੱਲਾਂ ਸੁਣ ਕੇ ਲਾਲਾ ਵਾਲੀਆਂ, ਗੱਲਾਂ ਸੁਣ ਕੇ ਲਾਲਾ ਵਾਲੀਆਂ, ਦਾਦੀ ਦਿਲ ਵਿੱਚ ਕਰੇ ਵਿਚਾਰਾ, ਛਾਤੀ ਨਾਲ ਲਗਾ ਕੇ ਪੁੱਤਰੇ, ਚੁੰਮਦੀ ਮੁਖੜੇ
ਜ਼ਾਲਮ ਸੋਦੇ ਨਾਲ ਤਲਵਾਰਾਂ, ਉਹਨਾਂ ਦੇ ਪਿਤਾ ਜੀ ਪੰਜਵੇਂ ਪਾਤਸ਼ਾਹ, ਉਹਨਾਂ ਦੇ ਪਿਤਾ ਜੀ ਪੰਜਵੇਂ ਪਾਤਸ਼ਾਹ, ਦੱਸ ਗਏ ਸ਼ਹੀਦੀ ਪਾਉਣ ਦੀ ਸਾਰ। ਤੁਸੀਂ ਸ਼ੇਰਾਂ ਦੇ ਪੁੱਤ ਅਣਸਜੇ, ਤੁਹਾਡਾ ਰਾਖਾ ਆਪਾ ਕਰਤਾਰ, ਝੁਕੇ ਸਿਰ ਨਾ ਬਿਨਾ ਅਕਾਲ ਦੇ, ਉਹ ਝੁਕੇ ਸੀਸ ਨਾ ਬਿਨਾ ਅਕਾਲ ਦੇ। ਜ਼ਾਲਮ ਹੋਣ ਜਾਂ ਲੱਖਾਂ ਹਜ਼ਾਰਾਂ, ਭਾਣਾ ਮਨ ਤੂੰ ਲਿਓ ਗੁਰਾਂ ਦਾ, ਕਹਿੰਦੀ ਦੇ ਕੇ ਸੀਸਾ ਪਿਆਰਾ। ਬਾਬੇ ਜੋ ਸਦਾਕਾ ਨਿਭਾਇਓ ਜੇ। ਮਾਤਾ ਗੁਜਰ ਕੌਰ ਜੀ ਕੁੱਟ-ਕੁੱਟ ਕੇ ਕਲੇਜੇ ਦੇ ਨਾਲ ਆਪਣੇ ਪੋਤਰਿਆਂ ਨੂੰ ਲਾ ਰਹੀ ਹੈ, ਮਮਤਾ ਦਾ ਨਿੱਘ ਦੇ ਰਹੀ ਹੈ। ਕਹਿੰਦੇ ਨੇ ਕਿ ਸਵੇਰਾ ਹੋਇਆ, ਰਾਤੋਂ ਰਾਤ ਮਾਤਾ ਜੀ ਨੇ ਆਪਣੇ ਪੋਤਰਿਆਂ ਨੂੰ ਦੱਸਿਆ ਕਿ ਪੋਤਰਿਓ ਤੁਸੀਂ ਉਹਨਾਂ ਦੀ ਔਲਾਦ ਹੋ, ਤੁਹਾਡੇ ਬਾਬੇ ਨੇ ਸੀਸ ਦਿਆ ਪਰ ਸਿਰ ਨਾ ਦਿਆ। ਉਹਨਾਂ ਦੇ ਬਾਬੇ ਨੇ ਭਾਣਾ ਮੰਨਿਆ ਹੈ, ਤਤੀਆਂ ਤਵੀਆਂ ਤੇ ਬੈਠਿਆਂ ਨੇ ਦੇਖਿਓ ਪੁੱਤਰੋ ਸਿਦਕ ਤੋਂ ਨਾ ਡੋਲ ਜਾਇਓ। ਸਵੇਰਾ ਹੋਇਆ, ਹਲਕਾਰਾ ਲੈਣ ਵਾਸਤੇ ਆਇਆ, ਪਹਿਲੀ ਪੇਸ਼ੀ ਹੋਈ ਤਾਂ ਸਾਹਿਬ ਦੇ ਬੱਚਿਆਂ ਨੇ ਸਪੁੱਤਰਾਂ ਨੇ ਜਿੱਦਾਂ ਮਾਂ ਨੇ ਸਿਖਾਇਆ ਸੀ ਨਾ, ਕਚਹਿਰੀ ਦੇ ਵਿੱਚ ਜਾ ਕੇ ਵਾਹਿਗੁਰੂ ਦੀ ਗੱਜ ਕੇ ਫਤਿਹ ਬੁਲਾਉਣੀ ਹੈ। ਇਹ ਵੀ ਮਾਂ ਨੇ ਦੱਸ ਦਿੱਤਾ ਕਿ ਜਿੱਥੇ ਆਪਣੇ ਨਾ ਹੋਣ ਬਗਾਨੇ ਹੋਣ, ਉੱਥੇ ਇੱਕ ਦੂਜੇ ਵੱਲ ਮੁਖ ਕਰਕੇ ਫਤਿਹ ਬੁਲਾਉਣੀ। ਕਹਿੰਦੇ ਨੇ ਕਿ ਸਾਹਿਬਜ਼ਾਦੇ ਗਏ ਹਨ, ਦਰਵਾਜ਼ਾ ਛੋਟਾ ਹੈ ਪਰ ਸਾਹਿਬਜ਼ਾਦਿਆਂ ਨੇ ਇੱਕ ਦੂਜੇ ਵੱਲ ਦੇਖਿਆ। ਜਦੋਂ ਵਿੱਚ ਦੀ ਜਾਣ ਲੱਗੇ ਨਾ ਛੋਟੇ ਦਰਵਾਜ਼ੇ ਥਾਣੀ, ਇਹਨਾਂ ਮੁਗਲਾਂ ਨੇ ਸੋਚਿਆ ਕਿ ਉਹ ਨਿਭ ਜਾਣਗੇ, ਕਿਉਂਕਿ ਪਹਿਲੀ ਫੇਰੀ ਵੇਰੇ ਉਹ ਨਿਭੇ ਨਹੀਂ ਸਨ, ਦਰਵਾਜ਼ੇ ਛੋਟੇ ਰੱਖੇ ਗਏ। ਸਾਹਿਬਜ਼ਾਦੇ ਅੱਗੇ ਗਏ ਹਨ, ਸਾਹਿਬਾਂ ਦੇ ਪੁੱਤਰਾਂ ਨੇ ਵਾਹਿਗੁਰੂ ਆਪਣੇ ਪਹਿਲਾਂ ਚਰਨ, ਆਪਣੀ ਜੁੱਤੀ ਉਹਨਾਂ ਨੂੰ ਦਿਖਾ ਲਈ, ਫਿਰ ਆਪਣਾ ਸਿਰ ਲੈ ਕੇ ਉੱਚਾ ਰੱਖ ਕੇ ਅੰਦਰ ਗਏ। ਜਿਹੜੇ ਦੇਖਦੇ ਸਨ ਕਿ ਸਾਹਿਬਜ਼ਾਦੇ ਨਿਭ ਜਾਣਗੇ, ਅਸੀਂ ਤਾੜੀ ਮਾਰ ਦਿਆਂਗੇ ਕਿ ਕਲਗੀਧਰ ਦੇ ਸੁਪੁੱਤਰਾਂ ਨੂੰ ਨਿਵਾ ਦਿੱਤਾ। ਉਹਨਾਂ ਨੇ ਪਹਿਲਾਂ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਸੁਪੁੱਤਰਾਂ ਦੇ ਜੋੜਿਆਂ ਦੇ ਦਰਸ਼ਨ ਕੀਤੇ ਤਾਂ ਕਹਿੰਦੇ ਨੇ ਕਿ ਸਨਾਟਾ ਛਾ ਗਿਆ ਉਸ ਵੇਲੇ ਕਚਹਿਰੀ ਦੇ ਵਿੱਚ। ਤੇ ਉੱਥੇ ਵਜੀਦ ਖਾਨ ਇੱਕ ਦੂਜੇ ਵੱਲ ਵਾਹਿਗੁਰੂ ਇੱਕ ਦੂਜੇ ਵੱਲ ਦੇਖ ਕੇ ਉਹਨਾਂ ਨੇ ਬੱਚਿਆਂ ਨੇ ਫਤਿਹ ਬੁਲਾਈ। ਆਪਾਂ ਵੀ ਫਤਿਹ ਬੁਲਾਈਏ, ਗੱਜ ਵੱਜ ਕੇ ਬੁਲਾਓ ਫਤਿਹ ਬੋਲੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਨਾਟਾ ਛਾ ਗਿਆ ਵੀ ਪਹੁੰਚੇ ਵਿੱਚ ਦਰਬਾਰ ਦੇ ਜਾਂ ਦੋਵੇਂ ਭਾਈ ਫਤਿਹ ਵਾਹਿਗੁਰੂ ਦੀ ਗੱਜ ਕੇ ਅਸੀਂ ਦੋਹਾਂ ਬੁਲਾਈ, ਸਿੱਖਿਆ ਦਾਦੀ ਸਾਹਿਬ ਦੀ ਨਾ ਦਿਲੋਂ ਭੁਲਾਈ। ਕਹਿੰਦੇ ਨੇ ਕਿ ਫਤਿਹ ਬੁਲਾ ਕੇ ਇੱਕ ਦੂਜੇ ਵੱਲ ਮੁਸਕਰਾ ਰਹੇ ਹਨ। ਬਹੁਤ ਕੁਝ ਕਚਹਿਰੀ ਦੇ ਵਿੱਚ ਹੋਇਆ। ਆਪਾਂ ਥੋੜਾ ਜਿਹਾ ਅੱਗੇ ਚੱਲੀਏ ਕਿਉਂਕਿ ਵਜ਼ੀਰ ਖਾਨ ਆਖ ਰਿਹਾ ਸੀ, ਪੁੱਤਰੋ ਸਾਹਿਬਜ਼ਾਦਿਓ ਇਹ ਤੁਹਾਡੇ ਪਿਤਾ ਦਾ ਦਰਬਾਰ ਨਹੀਂ ਜਿੱਥੇ ਤੁਹਾਡੀ ਫਤਿਹ ਮਨਜ਼ੂਰ ਹੋਵੇਗੀ। ਤਾਂ ਸਾਹਿਬਜ਼ਾਦੇ ਆਖਣ ਲੱਗੇ ਅਸੀਂ ਤਾਂ ਫਤਿਹ ਹੀ ਬੁਲਾਉਣੀ ਜਾਣਦੇ ਹਾਂ, ਫਤਿਹ ਹੀ ਬੁਲਾਵਾਂਗੇ। ਬੜੇ ਲਾਲਚ ਦਿੱਤੇ ਗਏ, ਸਾਹਿਬਜ਼ਾਦੇ ਨਹੀਂ ਮੰਨੇ, ਵਾਪਸ ਭੇਜ ਦਿੱਤੇ ਗਏ ਹਨ। ਦੂਜੀ ਫੇਰੀ ਵੇਲੇ ਸਾਡਾ ਇਤਿਹਾਸ ਦੱਸਦਾ ਕਿ ਬੱਚਿਆਂ ਤੇ ਬਹੁਤ ਅਤਿਆਚਾਰ ਹੋਇਆ। ਤੂਤ ਦੀਆਂ ਛਿੱਟੀਆਂ ਦੇ ਨਾਲ ਝਮਕਾਂ ਮਾਰੀਆਂ ਗਈਆਂ, ਬੱਚਿਆਂ ਦੀ ਪਿੱਠ ਤੇ ਲਾਸ਼ਾਂ ਪਾਈਆਂ ਗਈਆਂ, ਉਹਨਾਂ ਦੇ ਪੋਟੇ ਵੀ ਅੱਗ ਦੇ ਨਾਲ ਸਾੜੇ ਗਏ। ਇਤਿਹਾਸ ਦੇ ਵਿੱਚ ਅੱਜ ਕੱਲ ਜਿਹੜੇ ਨਵੀਂ ਖੋਜ ਆਈ ਹੈ ਉਹਦੇ ਵਿੱਚ ਸਾਨੂੰ ਇਹਨਾਂ ਚੀਜ਼ਾਂ ਦਾ ਪਤਾ ਲੱਗ ਰਿਹਾ ਹੈ। ਮਾਤਾ ਦੇ ਕੋਲ ਗਏ ਹਨ, ਕਹਿੰਦੇ ਨੇ ਕਿ ਦੂਜੀ ਫੇਰੀ ਵੇਲੇ ਵੀ ਜਦੋਂ ਮਾਂ ਨੇ ਦੇਖਿਆ ਕਿ ਅੱਜ ਬੱਚੇ ਕੁਝ ਨਟਾਲ ਲੱਗਦੇ ਹਨ, ਪਹਿਲੀ ਵਾਰ ਕੀ ਮੁਸਕਰਾਹਟ ਨਹੀਂ, ਮਾਂ ਨੇ ਕੁੱਟ-ਕੁੱਟ ਕੇ ਫਿਰ ਲੋਰੀਆਂ ਦਿੱਤੀਆਂ। ਲਓ ਅਗਲਾ ਦਿਨ ਆਇਆ, ਕਹਿੰਦੇ ਨੇ ਕਿ ਉਸ ਵੇਲੇ ਵਜੀਦ ਖਾਨ ਨੇ ਦੱਸ ਦਿੱਤਾ ਸੀ ਕਿ ਬੱਚਿਆਂ ਨੂੰ ਖਾਣ ਨੂੰ ਕੁਝ ਨਹੀਂ ਦੇਣਾ। ਮੋਤੀ ਮਹਿਰੇ ਨੂੰ ਪਤਾ ਲੱਗਾ ਜਿਹੜਾ ਉਸ ਵੇਲੇ ਉੱਥੇ ਕੰਮ ਕਰ ਰਿਹਾ ਸੀ, ਮਾਂ ਦੇ ਕੋਲ ਆਇਆ, ਦਰਵਾਜ਼ਾ ਖੜਕਾਇਆ, ਅੰਦਰ ਆਇਆ। ਮਾਂ ਨੇ ਸੋਚਿਆ ਕਿ ਐਸ ਅੱਧੀ ਰਾਤ ਵੇਲੇ ਕੌਣ ਹੋ ਸਕਦਾ ਹੈ। ਮਾਂ ਦੇ ਕੋਲ ਮੋਤੀ ਮਹਿਰਾ ਜੀ ਆਏ ਹਨ, ਕਹਿੰਦੇ ਨੇ ਮਾਂ ਮੈਂ ਬੱਚਿਆਂ ਵਾਸਤੇ ਗਰਮ ਦੁੱਧ ਲੈ ਕੇ ਆਇਆ। ਮਾਂ ਆਖਣ ਲੱਗੀ ਵੇ ਪੁੱਤ ਮੋਤੀ ਤਾਂ ਬਹੁਤ ਦੁਨੀਆ ਦੇ ਵਿੱਚ ਹੋਣਗੇ, ਪਰ ਤੇਰੇ ਵਰਗਾ ਜਿਹੜਾ ਮੋਤੀ ਹੈ ਨਾ ਉਹ ਸਾਰੇ ਸੰਸਾਰ ਦੇ ਵਿੱਚ ਜਿੰਨਾ ਚਿਰ ਇਸ ਦੁਨੀਆ ਤੇ ਚੰਦ ਤਾਰੇ ਹੋਣਗੇ ਤੂੰ ਮੋਤੀ ਹਮੇਸ਼ਾ ਵਾਸਤੇ ਚਮਕਦਾ ਰਹੇਗਾ। ਬੱਚਿਆਂ ਦੀ ਗਰਮ ਦੁੱਧ ਦੇ ਨਾਲ ਮਾਤਾ ਦੀ ਮੋਤੀ ਮਹਿਰਾ ਜੀ ਨੇ ਬਾਬਾ ਮਹਿਰਾ ਜੀ ਨੇ ਮੋਤੀ ਮਹਿਰਾ ਜੀ ਨੇ ਸੇਵਾ ਕੀਤੀ। ਬੇਸ਼ੱਕ ਉਹਦਾ ਪਰਿਵਾਰ ਕੁੱਲ ਦੇ ਵਿੱਚ ਬਾਹਰ ਪੀੜ ਦਿੱਤਾ, ਪਰ ਉਹਦੇ ਘਰ ਵਾਲੀ ਜਿਹੜੀ ਸੀ ਨਾ ਬੜੀ ਸਿਦਕ ਵਾਲੀ ਸੀ, ਉਹਨੇ ਆਪਣੇ ਗਹਿਣੇ ਵੇਚ ਕੇ ਇਹ ਸੇਵਾ ਕਮਾਈ। ਅੱਗੇ ਚੱਲੀਏ, ਹਲਕਾਰਾ ਲੈਣ ਵਾਸਤੇ ਆਇਆ, ਦਰਵਾਜ਼ਾ ਖੜਕਿਆ, ਆਖਣ ਲੱਗਾ ਮਾਂ ਹੁਕਮ ਹੋਇਆ ਹੈ ਵਜ਼ੀਰ ਖਾਨ ਦਾ, ਮੈਂ ਤੇਰੇ ਬੱਚਿਆਂ ਨੂੰ ਲੈਣ ਵਾਸਤੇ ਆਇਆ ਹਾਂ। ਮਾਂ ਆਖਰੀ ਵਾਰ ਬੱਚਿਆਂ ਦੇ ਦਰਸ਼ਨ ਕਰ ਲੈ, ਮੁੜ ਕੇ ਬੱਚੇ ਤੇਰੇ ਕੋਲ ਨਹੀਂ ਆਉਣਗੇ। ਹਲਕਾਰਾ ਕੀ ਕਹਿ ਰਿਹਾ ਕਵੀ ਜਥਾ ਹੈ ਇਉਂ ਬਿਆਨ ਕਰਦਾ।
ਭਾਰ ਨੇਤਰ ਦੋਵੇਂ ਜੀ ਆਖਿਆ ਮਾਤਾ ਨੂੰ ਹਲਕਾਰੇ ਕਰ ਤਿਆਰ ਪੋਤਿਆਂ ਨੂੰ ਬੰਨ ਲੈ ਚਿਣ ਚਿਣ ਕੇ ਦਸਤਾਰੇ ਸੁਪਨਾ ਹੋ ਜਾਵਣਗੇ ਤੇਰੇ ਮਨ ਮੋੜੇ ਅਲਬੇਲੇ ਗਲ ਲੱਗ ਕੇ ਕਰ ਲੈ ਤੂੰ ਮਾਤਾ ਜਾਂਦੀ ਵਾਰ ਦੇ ਮੇਲੇ ਭਰ ਨੇਤਰ ਦੋਵੇਂ ਜੀ ਆਖਿਆ ਮਾਤਾ ਨੂੰ ਹਲਕਾਰੇ ਕਰ ਤਿਆਰ ਪੋਤਿਆਂ ਨੂੰ ਬੰਨ ਲੈ ਚਿਣ ਚਿਣ ਕੇ ਦਸਤਾਰੇ ਸੁਪਨਾ ਹੋ ਜਾਵਣਗੇ ਤੇਰੇ ਮਨ ਮੋੜੇ ਅਲਬੇਲੇ ਗਲ ਲੱਗ ਕੇ ਕਰ ਲੈ ਤੂੰ ਮਾਤਾ ਜਾਂਦੀ ਵਾਰ ਦੇ ਮੇਲੇ ਹੁਣ ਲਾਡ ਲਡਾਲਾ ਤੂੰ ਕੁੱਟ ਕੁੱਟ ਨਾਲ ਲਗਾ ਲੈ ਦਿਲ ਦੇ ਹੁਣ ਅੱਜ ਦੀਆਂ ਸੰਮਾਂ ਨੂੰ ਹੀਰੇ ਵੀ ਵਿਸਵੇ ਨਹੀਂ ਮਿਲਦੇ ਐ ਉਮਰ ਵਡੇਰੀ ਨੂੰ ਦਿਲ ਤੇ ਲੱਗ ਗਈ ਸੱਟ ਕਵੇਲੇ ਗਲ ਲੱਗ ਕੇ ਕਰ ਲੈ ਤੂੰ ਮਾਤਾ ਜਾਂਦੀ ਵਾਰ ਦੇ ਮੇਲੇ ਕਰ ਸਬਰ ਸਬੂਰੀ ਨੂੰ ਤੂੰ ਭੁੱਖ ਮੁੱਖ ਵੇਖਣ ਦੇ ਛੱਡ ਦੇ ਹੋ ਕੇ ਨਰਮੋਹੀ ਤੇ ਦਿਲ ਚੋਂ ਮਮਤਾ ਡੈਣ ਨੂੰ ਕੱਢ ਦੇ ਸੱਚ ਦੱਸ ਕਰ ਤਾਰ ਸਿਆ ਸਾਡੇ ਮੁਗਲ ਪਠਾਨ ਹਿੱਲੇ ਗਲ ਲੱਗ ਕੇ ਕਰ ਲੈ ਤੂੰ ਮਾਤਾ ਜਾਂਦੀ ਵਾਰ ਦੇ ਮੇਲੇ ਬਈ ਗੜ ਲੱਗ ਕੇ ਕਰ ਲੈ ਤੂੰ ਮਾਤਾ ਜਾਂਦੀ ਵਾਰ ਦੇ ਮੇਲੇ ਕਹਿੰਦੇ ਨੇ ਕਿ ਮਾਤਾ ਜੀ ਦੇ ਕੋਲੋਂ ਦੋਏ ਸਾਹਿਬਜ਼ਾਦੇ ਤੁਰਨ ਲੱਗੇ ਹਨ ਮਾਂ ਨੂੰ ਪਤਾ ਸੀ ਕੀ ਭਾਣਾ ਵਰਤਣਾ ਕਿਉਂਕਿ ਪਹਿਲਾਂ ਹੀ ਫੈਸਲੇ ਹੋ ਚੁੱਕੇ ਸਨ ਸੁੱਚਾ ਆਨੰਦ ਵਰਗਿਆਂ ਨੇ ਜਿੱਥੇ ਖਾਨ ਮੁਹੰਮਦ ਸ਼ੇਰ ਖਾਨ ਨੇ ਹਾਂ ਦਾ ਨਾਰਾ ਮਾਰਿਆ ਉੱਥੇ ਸੁੱਚਾ ਆਨੰਦ ਵਰਗੇ ਪਾਪੀ ਜ਼ਾਲਮ ਵੀ ਸਨ ਜਿਨ੍ਹਾਂ ਨੇ ਕਿਹਾ ਇਹ ਜਿਹੜੇ ਸੱਪ ਦੇ ਪੁੱਤਰ ਹਨ ਇਹਨੇ ਜੀਂਦੇ ਨਹੀਂ ਛੱਡਣੇ ਚਾਹੀਦੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਫਤਵੇ ਲਾਏ ਗਏ ਸੋ ਨਿਹਾਲ ਸਤਿ ਸ੍ਰੀ ਅਕਾਲ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਮਾਤਾ ਜੀ ਨੂੰ ਪਤਾ ਸੀ ਕਿ ਅੱਜ ਲਾਲ ਵਾਪਸ ਚਲੇ ਗਏ ਤੇ ਮੁੜ ਕੇ ਵਾਪਸ ਨਹੀਂ ਆਉਣੇ। ਸਾਧ ਸੰਗਤ ਜੀ ਇਤਿਹਾਸ ਤੋਂ ਆਪ ਜਾਣੂ ਹੋ ਬੜਾ ਦਰਦਨਾਕ ਇਤਿਹਾਸ ਹੈ। ਇੱਥੇ ਆ ਕੇ ਸਾਹਿਬਜ਼ਾਦਿਆਂ ਨੂੰ ਨੀਹਾਂ ਦੇ ਵਿੱਚ ਚੁਣਿਆ ਗਿਆ, ਨੀਹਾਂ ਗਿਰ ਗਈਆਂ, ਸਾਹਿਬਜ਼ਾਦੇ ਬੇਹੋਸ਼ ਹੋ ਗਏ, ਉਹਨਾਂ ਨੂੰ ਫਿਰ ਹੋਸ਼ ਦੇ ਵਿੱਚ ਲਿਆਂਦਾ ਗਿਆ, ਫਿਰ ਉਹਨਾਂ ਨੂੰ ਜ਼ਿਬਾ ਕੀਤਾ ਗਿਆ। ਸ਼ਾਸਲ ਬੇਗ ਤੇ ਬਾਸ਼ਲ ਬੇਗ ਇਹਨਾਂ ਦੇ ਮੁਕੱਦਮਾ ਚੱਲ ਰਿਹਾ ਸੀ। ਇਹਨਾਂ ਨੇ ਜ਼ਿੰਮੇਵਾਰੀ ਲਈ ਕਿ ਅਸੀਂ ਸਾਹਿਬਜ਼ਾਦਿਆਂ ਦਾ ਕਤਲ ਕਰਾਂਗੇ। ਸਾਡੇ ਲਈ ਤਾਂ ਬਾਬਾ ਜੀ ਸ਼ਹੀਦ ਹੋਏ ਹਨ, ਕਹਿੰਦਾ ਅਸੀਂ ਕਤਲ ਕਰਾਂਗੇ। ਕਹਿੰਦੇ ਨੇ ਕਿ ਸਾਹਿਬਜ਼ਾਦਿਆਂ ਦੀਆਂ ਗਰਦਨਾਂ ਤੇ ਛੁਰੀਆਂ ਚਲਾ ਕੇ ਪਹਿਲਾਂ ਜ਼ੋਰਾਵਰ ਸਿੰਘ ਜੀ ਨੂੰ ਸ਼ਹੀਦ ਕਰ ਦਿੱਤਾ, ਫਿਰ ਬਾਬਾ ਫਤਿਹ ਸਿੰਘ ਜੀ ਨੂੰ ਸ਼ਹੀਦ ਕੀਤਾ। 12.5 ਮਿੰਟ ਬਾਬਾ ਫਤਿਹ ਸਿੰਘ ਜੀ ਦੇ ਚਰਨ ਹਿੱਲਦੇ ਰਹੇ ਤੇ ਬਾਬਾ ਫਤਿਹ ਸਿੰਘ ਜੀ ਨੇ ਸ਼ਹੀਦੀ ਬਾਟੇ ਛਕ ਲਏ। ਟੋਡਰ ਮੱਲ ਜੀ ਨੇ ਸੰਸਕਾਰ ਦੀ ਸੇਵਾ ਕੀਤੀ। ਸਮਾਂ ਮਿਲਿਆ ਤਾਂ ਬਹੁਤ ਇਤਿਹਾਸ ਹੋਰ ਆਪ ਜੀ ਦੇ ਚਰਨਾਂ ਦੇ ਵਿੱਚ ਟੋਡਰ ਮੱਲ ਜੀ ਦਾ ਤੇ ਬਾਬਾ ਮੋਤੀ ਰਾਮ ਮਹਿਰਾ ਜੀ ਦਾ ਕਰਾਂਗੇ। ਆਓ ਹੁਕਮ ਹੋਇਆ ਹੈ ਕਿ ਇੱਕ ਦੋ ਕਵਿਤਾ ਹੋਰ ਬੋਲ ਕੇ ਸਮਾਪਤੀ ਕਰੀਏ। ਉਸ ਮਰਦ ਦੀ ਗੱਲ ਕਰੀਏ 20ਵੀਂ ਸਦੀ ਦੇ ਮਹਾਨ ਸੂਰਵੀਰ ਯੋਧੇ, ਕਹਿਣੀ ਤੇ ਕਰਨੀ ਦੇ ਪੂਰੇ, ਉਹ ਬਾਬਾ ਸੰਤ ਜਰਨੈਲ ਸਿੰਘ, ਜਰਨੈਲਾਂ ਦਾ ਜਰਨੈਲ। ਓਏ ਉਹਨੇ ਮੌਤ ਵਿਆਹੀ ਹੱਸ ਕੇ, ਉਹਦੇ ਦਿਲ ਵਿੱਚ ਰਤਾ ਨਾ ਮੈਲ, ਕਿਉਂਕਿ ਉਹ ਕਿਹਾ ਕਰਦਾ ਸੀ ਸਿੰਘੋ ਓਏ ਸਾਨੂੰ ਤਿੱਖੀ ਕਿਰਪਾਨ ਨੇ ਜਨਮ ਦਿੱਤਾ, ਗੁਰਤੀ ਮਿਲੀ ਹੈ ਖੰਡੇ ਦੀ ਧਾਰ ਵਿੱਚੋਂ, ਸਾਬਤ ਸੂਰਤ ਤੇ ਸਿਰ ਦਸਤਾਰ ਸੋਹਣੀ, ਸਾਡਾ ਵੱਖਰਾ ਰੂਪ ਸੰਸਾਰ ਵਿੱਚੋਂ, ਅਸੀਂ ਕਾਲ ਦਾ ਘੁੱਟ ਵੀ ਭਰ ਸਕਦੇ, ਸਾਡੇ ਸਾਹਮਣੇ ਹੋਣੀਆਂ ਹਾਰੀਆਂ ਨੇ, ਸਾਨੂੰ ਸਿੰਘ ਤਾਂ ਐਵੇਂ ਨਹੀਂ ਕਿਹਾ ਜਾਂਦਾ, ਸਿਰ ਦੇ ਕੇ ਲਈਆਂ ਸਰਦਾਰੀਆਂ ਨੇ, ਕਾਬਲੇ ਗੌਰ ਲੈਣਾ ਸੰਤ ਪਿੰਡਰਾਂ ਵਾਲਾ, ਸ਼ੇਰ ਤੋਂ ਡਰੀਆਂ ਸਰਕਾਰਾਂ ਹੇ ਇਉਂ ਬਿਆਨ ਕੀਤਾ ਵੇ। ਚੜਿਆ ਸੂਰਜ ਵਾਂਗਰ ਕੁਝ ਹੀ ਵਿੱਚ ਸਾਲ, ਆਗੂ ਬਣਿਆ ਕੌਮ ਦਾ ਸੰਤ ਪਿੰਡਰਾਂ ਵਾਲਾ। 20ਵੀਂ ਸਦੀ ਇਤਿਹਾਸ ਵਿੱਚ ਜਿਨ ਮਾਰੀਆਂ ਮਾਰਾਂ, ਪਿੰਡਰਾਂ ਵਾਲੇ ਸ਼ੇਰ ਤੋਂ ਡਰੀਆਂ ਸਰਕਾਰਾਂ। ਚੜਿਆ ਸੂਰਜ ਵਾਂਗਰ ਕੁਝ ਹੀ ਵਿੱਚ ਸਾਲ, ਆਗੂ ਬਣਿਆ ਕੌਮ ਦਾ ਸੰਤ ਪਿੰਡਰਾਂ ਵਾਲਾ।
ਸਿੱਧੇ ਕਈ ਨਕਲੀ ਕਈ ਨਕਲੀਏ ਨਿਰੰਕਾਰੀਏ ਪੈਰਾਂ ਵਿੱਚ ਮਿੱਦੇ ਸਿੱਖੀ ਦੀ ਗੁਲਜ਼ਾਰ ਤੇ ਲੈ ਆਇਆ ਬਹਾਰਾਂ ਪਿੰਡਾਂ ਵਾਲੇ ਸ਼ੇਰ ਤੋਂ ਡਰੀਆਂ ਸਰਕਾਰਾਂ ਜਿਸ ਦੇ ਇੱਕ ਬੋਲ ਵਿੱਚ ਸੀ ਸਿੱਖੀ ਜਜ਼ਬਾ ਨਾਲ ਅਣਖਣ ਜੀਵਨ ਇਹ ਕਹਿੰਦਾ ਮਜਬਾ ਝੂਠਿਆਂ ਨੂੰ ਨੀ ਸੌਂਦੀਆਂ ਸੱਚਿਆਂ ਦੀਆਂ ਕਾਰਾਂ ਪਿੰਡਰਾਂ ਵਾਲੇ ਸ਼ੇਰ ਤੋਂ ਡਰੀਆਂ ਸਰਕਾਰਾਂ ਸਾਜ ਬ੍ਰਹਮਣੀ ਕੱਢਣੀ ਸਾਜ ਬ੍ਰਹਮਣੀ ਕੱਢਣੀ ਕਰ ਕਰ ਤਕਰੀਰ ਅਮਰ ਛਕ ਕੇ ਖਾਲਸਾ ਪੈਨੂ ਸ਼ਮਸ਼ੀਰ ਦਸ ਪਿਤਾ ਨੇ ਬਖਸ਼ੀਆਂ ਸੀ ਸ਼ੁੱਧ ਵਿਚਾਰਾਂ ਪਿੰਡਰਾਂ ਵਾਲੇ ਸ਼ੇਰ ਤੋਂ ਡਰੀਆਂ ਸਰਕਾਰਾਂ ਕੀ ਖੰਨਾ ਹਰ ਭਰਸ ਲਾਲ ਕੀ ਜਗਤ ਨਰੇਰੇ ਗਿਣ ਗਿਣ ਬਦਲੇ ਸਿੰਘਾਂ ਨੇ ਸਭਨਾਂ ਤੋਂ ਲੈਰੇ ਹਿੱਕ ਤੇ ਚੜ ਕੇ ਮਸਣਾ ਹਿੱਕ ਤੇ ਚੜ ਕੇ ਮਸਣਾ ਸਿੰਘਾਂ ਸਰਦਾਰਾਂ ਪਿੰਡਰਾਂ ਵਾਲੇ ਸ਼ੇਰ ਤੋਂ ਡਰੀਆਂ ਸਰਕਾਰਾਂ ਬੌੜਿਆ ਸੋ ਬੌੜਿਆ ਜੋ ਸਿੱਖ ਕੌਮ ਦਾ ਬੌੜਿਆ ਜੋ ਸਿੱਖ ਕੌਮ ਦਾ ਬਣ ਕੇ ਰਖਵਾਲਾ ਉਹ ਸੰਤ ਜਰਨੈਲ ਸਿੰਘ ਜੀ ਪਿੰਡਰਾਂ ਵਾਲਾ ਬਾਤੇ ਕੀਤੇ ਜਿਨ੍ਹਾਂ ਨੇ ਅਸੀਂ ਲੈਣੀਆਂ ਸਾਰਾ ਪਿੰਡਰਾਂ ਵਾਲੇ ਸ਼ੇਰ ਤੋਂ ਡਰੀਆਂ ਸਰਕਾਰਾਂ ਬਈ ਸੱਪ ਦੀ ਤਸਵੀਰ ਤੋਂ ਦੁਨੀਆ ਡਰਦੀ ਹੈ ਸੱਪ ਦੀ ਤਸਵੀਰ ਤੋਂ ਦੁਨੀਆ ਡਰਦੀ ਹੈ ਸੱਪ ਦੀ ਲਕੀਰ ਤੋਂ ਦੁਨੀਆ ਡਰਦੀ ਹੈ ਕੈਸਾ ਯੋਧਾ ਸੀ ਸੰਤ ਜਰਨੈਲ ਸਿੰਘ ਪਿੰਡਰਾਂ ਵਾਲਾ ਉਹਦੀ ਤਕਰੀਰ ਤੋਂ ਦੁਨੀਆ ਡਰਦੀ ਹੈ ਉਹਦੀ ਤਸਵੀਰ ਤੋਂ ਦੁਨੀਆ ਡਰਦੀ ਹੈ ਸੋ ਸ੍ਰੀ ਅਕਾਲ ਜਕਾਰੇ ਗੂੰਜਣ ਲੱਗ ਪਏ ਹਨ ਨਵਾਂ ਸਾਲ ਚੜ੍ਹਨ ਵਾਲਾ ਹੀ ਹੈ ਆਓ ਆਪਾਂ ਜਿੱਥੇ ਬੜੇ ਪਿਆਰ ਤੇ ਸਤਿਕਾਰ ਦੇ ਨਾਲ ਅੱਜ ਦਾ ਇਤਿਹਾਸ ਸਰਵਣ ਕੀਤਾ ਉਸ ਮਰਦ ਦਾ ਇਤਿਹਾਸ ਵੀ ਸਰਵਣ ਕੀਤਾ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲਾ ਆਓ ਕਿਉਂਕਿ 2021 ਜਾਣ ਵਾਲਾ ਹੈ ਅਲਵਿਦਾ ਕਰਨ ਵਾਸਤੇ ਆਪਾਂ ਬੈਠੇ ਹਾਂ ਆਪਾਂ ਅਰਦਾਸ ਕਰਨੀ ਹੈ ਕਿ 2022 ਸਿੱਖ ਕੌਮ ਵਾਸਤੇ ਆਪਣੇ ਸਾਰਿਆਂ ਵਾਸਤੇ ਆਪਣੇ ਬੱਚਿਆਂ ਵਾਸਤੇ ਐਸਾ ਸਾਲ ਚੜੇ ਜਿਹਦੇ ਵਿੱਚ ਸਿੱਖੀ ਦੀ ਰੰਗਤ ਦੇ ਨਾਲ ਆਪਾਂ ਰੰਗੇ ਜਾਈਏ ਕਿਉਂਕਿ ਰੰਗ ਲਾਗਤ 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 ਹੈ ਆਓ ਤੱਕੋ ਜਰਾ ਨਕਸ਼ਾ ਪੰਥਕ ਕਵੀਸ਼ਰੀ ਜਥੇ ਵੱਲੋਂ ਸਿੱਖ ਕੌਮ ਨੂੰ ਇੱਥੇ ਬੈਠੀ ਸਿੱਖ ਸੰਗਤ ਨੂੰ ਬਹੁਤ ਬਹੁਤ ਵਧਾਈਆਂ ਕਵੀ ਜਥਾ ਹੈ ਇਉਂ ਬਿਆਨ ਕਰਦਾ ਵੇ ਸਿੱਖ ਸੰਗਤਾਂ ਨੂੰ ਹੋਵਣ ਵਧਾਈਆਂ ਜੀ ਅੱਜ ਨਵੇਂ ਸਾਲ ਦੀਆਂ ਸਿੱਖ ਸੰਗਤਾਂ ਨੂੰ ਹੋਣ ਵਧਾਈਆਂ ਜੀ ਅੱਜ ਨਵੇਂ ਸਾਲ ਦੀਆਂ ਹੋਈ ਕਿਰਪਾ ਹੈ ਸੱਚੇ ਪ੍ਰਤਪਾਲ ਦੀ ਹੋਈ ਕਿਰਪਾ ਅੱਜ ਸੱਚੇ ਪਾਲ ਦੀ ਹੋਈ ਮੇਰ ਦੀ ਨਦਾਰ ਹੋਗੀ ਮੇਰ ਦੀ ਨਦਾਰ ਦੀਨ ਦਿਆਲ ਦੀ ਹੋ ਗਈ ਮਿਹਰ ਦੀ ਨਦਰ ਦੀਨ ਦਿਆਲ ਦੀ ਸ਼ੁਰੂਆਤ ਅੱਜ ਹੋਣੀ ਨਵੇਂ ਸਾਲ ਦੀ ਉਹ ਸ਼ੁਰੂਆਤ ਅੱਜ ਹੋਣੀ ਨਵੇਂ ਸਾਲ ਦੀ ਨਵੀਆਂ ਖੁਸ਼ੀਆਂ ਦੇ ਆਣੇ ਅੰਗੜਾਈਆਂ ਅੱਜ ਨਵੇਂ ਸਾਲ ਦੀਆਂ ਸਿੱਖ ਸੰਗਤਾਂ ਨੂੰ ਹੋਣ ਵਧਾਈਆਂ ਜੀ ਅੱਜ ਨਵੇਂ ਸਾਲ ਦੀਆਂ ਉਹ ਸਾਲ ਬੀਤ ਗਿਆ ਖੁਸ਼ੀ ਸੰਸਾਰ ਨੂੰ ਉਹ ਸਾਲ ਬੀਤ ਗਿਆ ਖੁਸ਼ੀ ਸੰਸਾਰ ਨੂੰ ਚੇਤੇ ਕਰ ਕਰ ਚੇਤੇ ਕਰ ਕਰ ਚੇਤੇ ਕਰ ਕਰ ਸੱਚੇ ਨਿਰੰਕਾਰ ਨੂੰ ਉਹ ਚੇਤੇ ਕਰ ਕਰ ਸੱਚੇ ਨਿਰੰਕਾਰ ਨੂੰ ਵੰਡੇ ਨਵਾਂ ਸਾਲ ਵੰਡੇ ਨਵਾਂ ਸਾਲ ਵੰਡੇ ਨਵਾਂ ਸਾਲ ਪ੍ਰਭੂ ਦੇ ਪਿਆਰ ਨੂੰ ਉਹ ਵੰਡੇ ਨਵਾਂ ਸਾਲ ਪ੍ਰਭੂ ਦੇ ਪਿਆਰ ਨੂੰ ਰੱਬੀ ਨੂੰ ਉਹਦੀਆਂ ਹੋਣ ਰਸ਼ਨਾਈਆਂ ਜੀ ਅੱਜ ਨਵੇਂ ਸਾਲ ਦੀਆਂ ਸਿੱਖ
ਖੁਸ਼ੀ ਦੀਆਂ ਹੁਣ ਖੁਸ਼ੀ ਦੀਆਂ ਵਿਆਹ ਕੜਮਾਈਆਂ ਅੱਜ ਨਵੇਂ ਸਾਲ ਦੀਆਂ ਸਿੱਖ ਸੰਗਤਾਂ ਨੂੰ ਹੋਣ ਵਧਾਈਆਂ ਅੱਜ ਨਵੇਂ ਸਾਲ ਦੀਆਂ ਨਿਰਮਲ ਜਰਨੈਲ ਤੇ ਸੁਲੱਖਣੇ ਸੁਖਵੰਦਰ ਜਰਨੈਲ ਹਰਪਾਲ ਹਰਵੰਦਰ ਜਰਨੈਲ ਤੇ ਸੁਲੱਖਣੇ ਪਾਲਵਿੰਦਰ ਜਰਨੈਲ ਤੇ ਸੁਲੱਖਣੇ ਓ ਰਹਿਣ ਪ੍ਰਭੂ ਦੇ ਜੀ ਰਹਿਣ ਪ੍ਰਭੂ ਦੇ ਪਿਆਰ ਤੋਂ ਨਾ ਸਖਣੇ ਉਹ ਰਹਿਣ ਪ੍ਰਭੂ ਦੇ ਪਿਆਰ ਤੋਂ ਨਾ ਸਖਣੇ ਦਾਤਾ ਰਹਿਮਤਾਂ ਦੇ ਹੱਥ ਸਿਰ ਰੱਖਣੇ ਉਹ ਦਾਤਾ ਰਹਿਮਤਾਂ ਦੇ ਹੱਥ ਸਿਰ ਰੱਖਣੇ ਉਹ ਦੇਵੀ ਕਮੀਆਂ ਦੇਵੀ ਮਸਤਾਂ ਨੂੰ ਨੇਕ ਰਹਿਣ ਮਾਈਆਂ ਜੀ ਅੱਜ ਨਵੇਂ ਸਾਲ ਦੀਆਂ ਸਿੱਖ ਸੰਗਤਾਂ ਨੂੰ ਹੋਣ ਵਧਾਈਆਂ ਜੀ ਅੱਜ ਨਵੇਂ ਸਾਲ ਦੀਆਂ ਸਤਿ ਸ੍ਰੀ ਅਕਾਲ ਸਿੱਖ ਸੰਗਤਾਂ ਨੂੰ ਹੋਣ ਜੀ ਵਧਾਈਆਂ ਅੱਜ ਨਵੇਂ ਸਾਲ ਦੀਆਂ। ਪ੍ਰਬੰਧਕ ਵੀਰਾਂ ਦਾ ਬਹੁਤ ਬਹੁਤ ਧੰਨਵਾਦ, ਗੁਰੂ ਘਰ ਦੇ ਵਜ਼ੀਰਾਂ ਦਾ ਬਹੁਤ ਬਹੁਤ ਧੰਨਵਾਦ, ਸਾਰੇ ਹੀ ਗੁਰਮੁਖ ਪਿਆਰਿਆਂ ਦਾ ਬਹੁਤ ਬਹੁਤ ਧੰਨਵਾਦ, ਸਾਰਿਆਂ ਤੋਂ ਜ਼ਿਆਦਾ ਸਿੱਖ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ, ਕਿਉਂਕਿ ਤੁਸੀਂ ਬੜੇ ਪਿਆਰ ਦੇ ਨਾਲ ਮਾਣ ਸਤਿਕਾਰ ਦੇ ਨਾਲ ਸੁਣਿਆ, ਆਪਣੇ ਸੂਰਵੀਰ ਯੋਧਿਆਂ ਦੀਆਂ ਵਾਰਾਂ ਸੁਣੀਆਂ। ਸਾਰਿਆਂ ਤੋਂ ਜ਼ਿਆਦਾ ਧੰਨਵਾਦ ਆਪ ਜੀ ਦਾ, ਧੰਨਵਾਦ ਸਾਰਿਆਂ ਤੋਂ ਜ਼ਿਆਦਾ ਧੰਨਵਾਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ। ਅਰਦਾਸ ਕਰਦੇ ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਿੱਖ ਸੰਗਤਾਂ ਨੂੰ ਦਿਨ ਦੂਣੀ ਤੇ ਰਾਤ ਚੌਗਣੀ ਸਤਿਗੁਰੂ ਜੀ ਤਰੱਕੀ ਬਖਸ਼ੋ, ਸਿੱਖੀ ਸਿਦਕ ਬਖਸ਼ੋ। ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪਣੇ ਦਰੋਂ ਕਰੋ ਗੁਰਸਿੱਖੀ ਜੀਵਨ ਬਖਸ਼ੋ ਸਾਰਿਆਂ ਨੂੰ। ਆਪਾਂ ਸਾਰਿਆਂ ਨੇ ਅਰਦਾਸ ਕਰਨੀ ਹੈ ਸਿੱਖ ਕੌਮ ਦੇ ਭਲੇ ਵਾਸਤੇ, ਸੰਸਾਰ ਦੇ ਭਲੇ ਵਾਸਤੇ, ਕਿਉਂਕਿ ਗੁਰੂ ਦਾ ਸਿੱਖ ਦੋ ਵੇਲੇ ਅਰਦਾਸ ਕਰਦਾ ਹੈ ਕਿ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਗੱਜ ਵੱਜ ਕੇ ਬੁਲਾਓ ਫਤਿਹ ਬੋਲੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।